ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਤਿ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ। ਅੱਜ 13 ਮਾਰਚ ਦਿਨ ਹੈਗਾ ਹੈ ਜੀ ਸ਼ਨੀਚਰਵਾਰ, ਅਤੇ ਮੇਰੇ ਨਾਲ ਇਸ ਮੌਕੇ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਆਪਣੇ ਨਾਲ ਜੁੜ ਚੁੱਕੇ ਨੇ। ਜੇ ਟੇਰਕੀਆਣਾ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਬਿਲਕੁਲ ਸਰੋਤਿਓ, ਸ਼ਨੀਚਰਵਾਰ ਦਾ ਇਹ ਜਿਹੜਾ ਪ੍ਰੋਗਰਾਮ, ਜਿਸ ਦੇ ਵਿੱਚ ਆਪਾਂ ਇਮੀਗ੍ਰੇਸ਼ਨ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਦੇ ਹਾਂ। ਇਮੀਗ੍ਰੇਸ਼ਨ ਦੇ ਵਿੱਚ ਕੀ ਨਵੇਂ ਕਾਨੂੰਨ ਆ ਰਹੇ ਨੇ, ਕਿਹੜੇ ਪੁਰਾਣੇ ਕਾਨੂੰਨਾਂ ਦੇ ਵਿੱਚ ਤਬਦੀਲੀਆਂ ਹੋ ਰਹੀਆਂ ਆ, ਅਤੇ ਫਿਰ ਬਾਅਦ ਦੇ ਵਿੱਚ ਪ੍ਰੋਗਰਾਮ ਦੇ ਦੂਜੇ ਹਿੱਸੇ ਦੇ ਵਿੱਚ ਤੁਹਾਡੀਆਂ ਜਿਹੜੀਆਂ ਆਪਾਂ ਕਾਲਸ ਆ ਉਹ ਲੈਂਦੇ ਹਾਂ। ਕਾਲ ਕਰਨ ਦੇ ਲਈ ਸਟੂਡੀਓ 'ਚ ਨੰਬਰ ਰਹਿੰਦਾ ਆ 408-272-5200। ਤਕਰੀਬਨ ਅਸੀਂ ਅੱਧਾ ਘੰਟਾ ਪਹਿਲਾਂ ਜਿਹੜੀਆਂ ਨਵੀਆਂ ਜੋ ਵੀ ਖਬਰਾਂ ਹੈਗੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਉਹ ਆਪਾਂ ਸਾਂਝੀਆਂ ਕਰਾਂਗੇ। ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਆਪਾਂ ਤੁਹਾਡੇ ਸਵਾਲ ਜਿਹੜੇ ਉਹ ਲਵਾਂਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਕਰਵਾਉਣ ਦੇ ਲਈ ਕਾਲ ਕਰ ਸਕਦੇ ਹੋ 408-272-2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੁੰਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਜੈਂਡਰ ਮਾਰਗੇਜ ਅਤੇ ਰੀਅਲ ਅਸਟੇਟ ਵਾਲੇ। ਜੇ ਘਰ ਖਰੀਦਣਾ ਵੇਚਣਾ ਹੋਵੇ, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਰੀਫਾਈਨੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਸੰਪਰਕ ਕਰੋ। ਮੋਹਨ ਚੀਮਾ ਹੋਣਾ ਨੂੰ ਨੰਬਰ 559-905-2575 ਦੇ ਉੱਤੇ। ਅਤੇ ਇਮੀਗ੍ਰੇਸ਼ਨ ਦਾ ਜੇ ਤੁਹਾਡਾ ਕੋਈ ਵੀ ਕੰਮ ਆ, ਅਤੇ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ, ਇਹਨਾਂ ਦੇ ਆਫਿਸ ਦੇ ਵਿੱਚ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ 415-909-0503 415-909-0503 ਦੇ ਉੱਤੇ ਜਿਹੜਾ ਉਹ ਤੁਸੀਂ ਕਾਲ ਕਰ ਸਕਦੇ ਹੈਗੇ ਆ ਇਹਨਾਂ ਦੇ ਨਾਲ ਸੰਪਰਕ ਕਰਨ ਦੇ ਲਈ। ਅਤੇ ਜੇ ਤੁਸੀਂ ਵੀ ਜਾਂ ਕੋਈ ਹੋਰ ਪ੍ਰੋਗਰਾਮ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-272-5200 4082725200 ਦੇ ਉੱਤੇ। ਅਟਰਨੀ ਟੇਰਕੀਆਣਾ ਜੀ, ਜੇ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ, ਪਿਛਲੇ ਸਾਲ ਆਪਾਂ ਦੇਖ ਰਹੇ ਸੀਗੇ ਵੀ ਲੋਕਾਂ ਦੇ ਵਿੱਚ ਕਾਫੀ ਡਰ ਭੈ ਜਿਹੜਾ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਬਣਿਆ ਸੀਗਾ ਪਬਲਿਕ ਚਾਰਜ ਦੇ ਜਿਹੜਾ ਆ ਕਾਨੂੰਨ ਆ ਉਸ ਨੂੰ ਲੈ ਕੇ। ਅਤੇ ਆਪਾਂ ਹੁਣ ਜਿਹੜਾ ਦੇਖ ਰਹੇ ਹਾਂ ਵੀ ਇਸ ਪ੍ਰਸ਼ਾਸਨ ਨੇ ਕਹਿ ਸਕਦੇ ਆ ਵੀ ਇਸ ਸਾਲ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਇਹੀ ਆ, ਪਬਲਿਕ ਚਾਰਜ ਦਾ ਜਿਹੜਾ ਰੂਲ ਹੈਗਾ, ਚਾਰਜ ਦਾ ਰੂਲ ਆ, ਉਸ ਨੂੰ ਇਹਨਾਂ ਨੇ ਰੱਦ ਕਰ ਦਿੱਤਾ, ਕੈਂਸਲ ਕਰ ਦਿੱਤਾ ਹੈ। ਜੀ ਬਿਲਕੁਲ, ਬਹੁਤ ਵੱਡੀ ਖਬਰ ਆ। ਸਪੈਸ਼ਲੀ ਉਹ ਲੋਕਾਂ ਲਈ ਜਿਹੜੇ ਇਨਕਮ ਥ੍ਰੈਸ਼ਹੋਲਡ ਲੈਵਲ ਮੀਟ ਨਹੀਂ ਕਰ ਸਕਦੇ ਸੀਗੇ, ਜਾਂ ਜਿਹਨਾਂ ਨੂੰ ਗਵਰਨਮੈਂਟ ਬੈਨੀਫਿਟਸ ਦੇ ਉੱਤੇ ਰਿਲਾਈ ਕਰਨਾ ਪੈਂਦਾ ਹੈ। DHS ਦੇ ਸੈਕਟਰੀ ਅਲੇਹਾਂਡਰੋ ਮੈਯੋਰਕਾਸ ਨੇ ਅਨਾਊਂਸ ਕੀਤਾ ਆਹੀ ਪਿਛਲੇ ਵੀਕ ਕਿ ਜਿਹੜੀ ਗਵਰਨਮੈਂਟ ਹੈ ਉਹ ਕੀ ਸੀਗਾ ਕਿ ਪਬਲਿਕ ਚਾਰਜ ਦੀ ਕਾਫੀ ਲਿਟੀਗੇਸ਼ਨ ਚੱਲਦੀ ਸੀਗੀ ਥੱਲੇ। ਜਿੱਦਾਂ ਜੀ। ਪਹਿਲਾਂ ਫੈਡਰਲ ਕੋਰਟਸ ਨੇ ਫੈਸਲਾ ਦੇ ਦਿੱਤਾ ਕਈਆਂ ਨੇ ਕਿ ਇਹਨੂੰ ਤੁਸੀਂ ਇੰਪਲੀਮੈਂਟ ਨਹੀਂ ਕਰ ਸਕਦੇ, ਫਿਰ ਉੱਤੇ ਚੱਲਦਾ ਅੱਗੇ ਹੋਰ ਸਰਕਿਟ ਕੋਰਟਸ ਦੇ ਵਿੱਚ ਗਿਆ ਅਤੇ ਫਿਰ ਸੁਪਰੀਮ ਕੋਰਟ ਤੱਕ ਵੀ ਗਿਆ। ਅਤੇ ਬੇਸਿਕਲੀ ਅਲੇਹਾਂਡਰੋ ਮੈਯੋਰਕਾਸ ਨੇ ਇਹ ਅਨਾਊਂਸ ਕੀਤਾ ਕਿ ਇਹ ਸਾਡੇ ਪਬਲਿਕ ਇੰਟਰਸਟ ਦੇ ਵਿੱਚ ਨਹੀਂ ਹੈਗਾ। ਸਾਡੇ ਕੋਲ ਆਲਰੇਡੀ ਬੜੇ ਲਿਮਿਟਡ ਗਵਰਨਮੈਂਟ ਰਿਸੋਰਸਿਸ ਨੇ, ਸਾਡੇ ਹੋਰ ਬੜੀ ਜਗ੍ਹਾ ਦੇ ਵਿੱਚ ਗਵਰਨਮੈਂਟ ਰਿਸੋਰਸਿਸ ਯੂਜ਼ ਹੋਏ ਨੇ। ਸਾਡੇ ਲਈ ਇਸ ਵੇਲੇ ਫਾਇਦੇ ਦੀ ਗੱਲ ਨਹੀਂ ਕਿ ਆਪਾਂ ਇਹਦੀ ਲਿਟੀਗੇਸ਼ਨ ਅੱਗੇ ਪਰਸਿਊ ਕਰੀਏ। ਅਤੇ ਨਾਲੋਂ ਨਾਲ ਉਹਨਾਂ ਨੇ ਇਹ ਅਨਾਊਂਸ ਕੀਤਾ ਕਿ ਇਹ ਜਿਹੜੀ ਸਾਡੀ ਅਮੈਰੀਕਨ ਵੈਲਿਊਜ਼ ਦੇ ਨਾਲ ਅਲਾਈਨ ਨਹੀਂ ਹੁੰਦਾ ਇਹ ਬਿੱਲ, ਇਹ ਉਹ ਲੋਕਾਂ ਨੂੰ ਪਨਿਸ਼ਮੈਂਟ ਦਿੰਦਾ ਹੈ ਜਿਨ੍ਹਾਂ ਨੂੰ ਕਿ ਜ਼ਰੂਰਤ ਹੈਗੀ ਆ ਗਵਰਨਮੈਂਟ ਦੇ ਸਰਵਿਸਿਜ਼ ਅਵੇਲ ਕਰਨ ਦੀ ਜਾਂ ਹੈਲਥ ਬੈਨੀਫਿਟ ਅਵੇਲ ਕਰਨ ਦੀ। ਅਤੇ ਜਿਹੜੇ ਬਾਈਡਨ ਨੇ ਉਹਨਾਂ ਨੇ ਜਿਹੜਾ ਪਹਿਲੇ ਦਿਨ ਆ ਕੇ ਆਪਣਾ ਆਦੇਸ਼ ਦਿੱਤਾ ਹੈ ਕਿ ਜੀ 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 ਸੋ ਜਿਹੜਾ ਉਹਨਾਂ ਨੇ ਬੇਸਿਕਲੀ ਉਹਨਾਂ ਦੀ ਰੀਜ਼ਨਿੰਗ ਇਹ ਸੀਗੀ ਕਿ ਬਾਈਡਨ ਨੇ ਆ ਕੇ ਪਹਿਲੇ ਦਿਨ ਆਉਂਦੇ ਹੀ ਉਹਨਾਂ ਨੇ ਜਿੱਦਾਂ ਐਗਜ਼ੈਕਟਿਵ ਆਰਡਰ ਦਿੱਤਾ ਕਿ ਸਾਡੇ ਜਿਹੜਾ ਇਮੀਗ੍ਰੇਸ਼ਨ ਸਿਸਟਮ ਹੈ ਇਹਦੇ ਵਿੱਚ ਤੁਸੀਂ ਫੇਥ ਰਿਸਟੋਰ ਕਰਨੀ ਹੈ, ਅਤੇ ਜਿਹੜੇ ਇਮੀਗ੍ਰੈਂਟਸ ਹੈ ਉਹਨਾਂ ਨੂੰ ਥੋੜ੍ਹਾ ਹੌਸਲਾ ਦੇਣਾ ਹੈ ਕਿ ਸਾਡਾ ਜਿਹੜਾ ਸਿਸਟਮ ਹੈ ਉਹ ਇੰਨਾ ਬਰੋਕਨ ਨਹੀਂ ਹੈਗਾ। ਅਤੇ ਫਿਰ ਜਿਹੜਾ DHS ਹੈ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਆਪਣੀ ਇੱਕ ਲਿਟੀਗੇਸ਼ਨ ਸਟੇਟਮੈਂਟ ਦਿੱਤੀ ਹੈ। ਲਿਟੀਗੇਸ਼ਨ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਹੈ ਉਹ ਅੱਗੇ ਜਿਹੜੀਆਂ ਵੀ ਹੋਰ ਪੈਂਡਿੰਗ ਅਪੀਲਸ ਵਗੈਰਾ ਸੀਗੀਆਂ ਉਹਨੂੰ ਉਹ ਪਰਸੂ ਨਹੀਂ ਕਰੂਗਾ। ਪਿਛਲੇ ਹਫ਼ਤੇ ਆਪਾਂ ਅਨਾਊਂਸ ਕੀਤਾ ਸੀਗਾ ਕਿ ਉਹਨਾਂ ਨੇ ਸੁਪਰੀਮ ਕੋਰਟ ਨੂੰ ਵੀ ਲੈਟਰਸ ਵਗੈਰਾ ਲਿਖੀਆਂ ਅਤੇ ਕਿਹਾ ਕਿ ਆਪਾਂ ਇਹ ਅੱਗੇ ਕੰਟੀਨਿਊ ਕਰਨਾ ਨਹੀਂ ਚਾਹੁੰਦੇ।
ਤੇ 7th ਸਰਕਿਟ ਨੂੰ ਵੀ ਇਹਦੇ ਨਾਲ-ਨਾਲ ਉਹਨਾਂ ਨੇ ਤੇ 4th ਸਰਕਿਟ ਨੂੰ ਵੀ ਲਿਖਿਆ ਹੈ। ਹੁਣ ਕਿਉਂਕਿ 7th ਸਰਕਿਟ ਨੇ ਜਿਹੜਾ ਇਹਦਾ ਡਿਸਮਿਸਲ ਕਰਤਾ ਸੀਗਾ ਤੇ ਜਿਹੜਾ ਇੱਕ ਇਲੀਨੋਏ ਦਾ ਕੋਰਟ ਸੀਗਾ ਡਿਸਟ੍ਰਿਕਟ ਕੋਰਟ ਉਹਨੇ ਵੀ ਜਿਹੜਾ ਪਬਲਿਕ ਚਾਰਜ ਦਾ ਸੀਗਾ ਇਹਦਾ ਰੂਲ ਵੈਕੇਟ ਕਰਤਾ ਸੀਗਾ 2019 ਵਾਲਾ। ਇਸ ਸਾਰੀ ਲਿਟੀਗੇਸ਼ਨ ਤੋਂ ਬਾਅਦ ਕੀ ਹੈਗਾ ਕਿਉਂਕਿ ਜਿਹੜੀ ਸਰਕਿਟ ਕੋਰਟ ਦੀ ਜਜਮੈਂਟ ਸੀਗੀ ਉਹ ਇਹ ਸੀਗੀ ਕਿ ਪਬਲਿਕ ਚਾਰਜ ਦੇ ਰੂਲ ਨੂੰ ਪਰਸਿਊ ਨਹੀਂ ਕਰਨਾ। ਤੇ ਇਹਦਾ ਮਤਲਬ ਇਹ ਹੈ ਕਿ ਹੁਣ ਜਿਹੜਾ 1999 ਵਾਲਾ ਪੁਰਾਣਾ ਜਿਹੜਾ ਰੂਲ ਸੀਗਾ ਜਿਹੜੀ ਪੁਰਾਣੀ ਇਹ ਸਾਰੇ ਪਾਸ ਹੋਣ ਤੋਂ ਪਹਿਲਾਂ ਜਿਹੜੇ ਰੂਲਸ ਚੱਲ ਰਹੇ ਸੀਗੇ ਉਹ ਵਾਪਸ ਇਨ ਇਫੈਕਟ ਆ ਗਏ ਹੈ। ਤੇ DHS ਨੇ ਇੱਕ ਮੈਸੇਜ ਦਿੱਤਾ ਉਹਨਾਂ ਨੇ ਕਿਹਾ ਹੈ ਕਿ ਜਿਹਨਾਂ ਨੂੰ ਵੀ ਮੈਡੀਕੇਡ ਮਿਲੀ ਹੈ ਸ਼ਾਰਟ ਟਰਮ ਹਸਪੀਟਲਾਈਜੇਸ਼ਨ ਲਈ ਉਹ ਪਬਲਿਕ ਚਾਰਜ ਹੁਣ ਕਵਰ ਨਹੀਂ ਹੁੰਦੀ। ਸਿਰਫ ਜਿਹੜੀ ਲੌਂਗ ਟਰਮ ਇੰਸਟੀਟਿਊਸ਼ਨਲਾਈਜੇਸ਼ਨ ਹੈ ਉਹ ਕਵਰ ਹੋਗੀ। ਤੇ ਇਹਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਪਬਲਿਕ ਹਾਊਸਿੰਗ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਸਨੈਪ ਜਿਹਨੂੰ ਕਹਿੰਦੇ ਆ ਉਹ ਟ੍ਰੀਟਮੈਂਟ ਜਿਹੜੀ ਕੋਵਿਡ ਵਗੈਰਾ ਲਈ ਐਮਰਜੈਂਸੀ ਲਈ ਵੈਕਸੀਨ ਵਗੈਰਾ ਇਹ ਸਾਰੇ ਹੁਣ ਪਬਲਿਕ ਚਾਰਜ ਦੇ ਅੰਡਰ ਨਹੀਂ ਆਉਂਦੇ। ਤੇ ਉਹਨਾਂ ਨੇ ਨਾਲੋਂ ਨਾਲ ਇਹ ਵੀ ਕਿਹਾ ਹੈ ਕਿ ਆਪਾਂ ਆਉਣ ਵਾਲੇ ਕੁਝ ਟਾਈਮ ਦੇ ਵਿੱਚ ਅਨਾਉਂਸ ਕਰਾਂਗੇ ਹੋਰ ਡਿਟੇਲਸ ਦੇਵਾਂਗੇ ਕਿ ਕਿਹੜੇ ਬੈਨੀਫਿਟਸ ਹੁਣ ਇਮੀਗ੍ਰੈਂਟਸ ਲੈ ਸਕਦੇ ਨੇ। ਜੀ ਇਹਦੇ ਵਿੱਚ ਜਿਹੜਾ ਅਟਾਰਨੀ ਟੇਟ ਕਹਿਣਾ ਜੀ ਇਹ ਚੀਜ਼ ਨੂੰ ਥੋੜ੍ਹਾ ਜਿਹਾ ਕਲੀਅਰ ਕਰਿਓ ਵੀ ਇਹ ਜਿਹੜੇ ਲੋਕ ਜਿਹੜੇ ਪੱਕੇ ਤੌਰ ਦੇ ਉੱਤੇ ਇਮੀਗ੍ਰੈਂਟ ਆਉਂਦੇ ਸੀ ਕੀ ਇਹ ਵਾਲੇ ਕਾਨੂੰਨ ਜਿਹੜੇ ਪਬਲਿਕ ਚਾਰਜ ਵਾਲੇ ਉਹਨਾਂ ਉੱਤੇ ਪਹਿਲਾਂ ਵੀ ਲਾਗੂ ਹੁੰਦੇ ਸੀ ਜਾਂ ਨਹੀਂ ਸੀਗੇ ਤੇ ਕੀ ਇਹ ਅਸਾਈਲਮ ਵਾਲਿਆਂ ਨੂੰ ਤਾਂ ਪਹਿਲਾਂ ਹੀ ਛੋਟ ਸੀਗੀ ਇਹ ਪਬਲਿਕ ਚਾਰਜ ਤੋਂ ਰਾਈਟ? ਜੀ ਅਸਾਈਲਮ ਵਾਲਿਆਂ ਨੂੰ ਵਾਵਾ ਵਾਲਿਆਂ ਨੂੰ ਪਹਿਲਾਂ ਹੀ ਛੋਟ ਸੀਗੀ ਹੈ ਨਾ। ਤੇ ਫਿਰ ਇਹਨਾਂ ਨੇ ਪਬਲਿਕ ਚਾਰਜ ਅਨਾਉਂਸ ਕਰਨ ਤੋਂ ਬਾਅਦ ਸਾਰੇ ਜਿਹੜੇ ਇਮੀਗ੍ਰੇਸ਼ਨ ਦੇ ਫਾਰਮ ਸੀਗੇ ਜਿੱਦਾਂ H1B ਵਾਲਾ ਹੋ ਗਿਆ ਜਾਂ ਕੋਈ ਐਡਜਸਟਮੈਂਟ ਆਫ ਸਟੇਟਸ ਫਾਈਲ ਕਰਨ ਦੇ ਆ ਫੈਮਿਲੀ ਬੇਸ ਤੇ ਉਹ ਸਾਰਿਆਂ ਨੂੰ 944 ਫਾਰਮ ਕਰਨਾ ਪੈਂਦਾ ਸੀਗਾ। ਹੁਣ ਪਹਿਲੀ ਗੱਲ ਇਹ ਹੈ ਕਿ ਉਹ 944 ਫਾਰਮ ਦੇ ਵਿੱਚ ਉਹਨਾਂ ਨੂੰ ਆਪਣੇ ਐਸੈਟਸ ਲਾਇਬਿਲਿਟੀਜ਼ ਇਹ ਸਾਰਾ ਕੁਝ ਡਿਸਕਲੋਜ਼ ਕਰਨਾ ਪੈਂਦਾ ਸੀਗਾ। ਹੁਣ ਉਹਨਾਂ ਨੂੰ ਉਹ ਨਹੀਂ ਕਰਨਾ ਪਊਗਾ। ਮਤਲਬ ਜਿਹੜੇ ਪਬਲਿਕ ਚਾਰਜ ਦੇ ਰੂਲ ਤਾਂ ਪਹਿਲਾਂ ਐਗਜ਼ਿਸਟ ਕਰਦੇ ਸੀਗੇ ਬਸ ਉਹ ਇਸ ਲੈਵਲ ਤੇ ਇਨਫੋਰਸ ਨਹੀਂ ਹੁੰਦੇ ਸੀਗੇ ਕਿ ਤੁਸੀਂ ਕਿਸੇ ਨੂੰ ਕਹਿ ਦਿਓ ਕਿ ਤੁਸੀਂ ਐਲੀਜੀਬਲ ਹੀ ਨਹੀਂ ਹੈਗੇ ਕ੍ਰਾਈਮ ਇਮੀਗ੍ਰੇਸ਼ਨ ਦੇ ਲਈ ਕਿਉਂਕਿ ਤੁਸੀਂ ਬੈਨੀਫਿਟਸ ਲਿੱਤੇ ਨੇ। ਉਹਨਾਂ ਨੇ ਉਹ ਚੀਜ਼ ਹੁਣ ਕੈਂਸਲ ਕਰਤੀ ਹੈ। ਪੁਰਾਣੇ ਵਾਲੇ ਰੂਲ ਦੇ ਹਿਸਾਬ ਨਾਲ ਉਹ ਤੁਹਾਨੂੰ 944 ਨਹੀਂ ਕਰਨਾ ਪੈ ਰਿਹਾ ਤੇ ਤੁਹਾਡੇ ਬੇਸਿਕਲੀ ਜਿਹੜੇ ਫਾਰਮਸ ਦੇ ਵਿੱਚ ਕੁਐਸਚਨ ਹੁੰਦੇ ਆ ਉਹ ਇਹ ਨਹੀਂ ਹੋਊਗੇ ਕਿ ਤੁਸੀਂ ਬੈਨੀਫਿਟ ਲਿੱਤਾ ਹੈ ਜਾਂ ਇੱਦਾਂ। ਉਹ ਜਿਹੜੇ ਜਨਰਲ ਕੁਐਸਚਨ ਜਿਹਦਾ ਐਡਜਸਟਮੈਂਟਸ ਆਪਾਂ ਪਹਿਲਾਂ ਦੇਖਦੇ ਸੀ ਉੱਤੇ ਵਾਪਸ 1990 ਰੂਲਸ ਦੇ ਥੱਲੇ ਜਾਊਗਾ ਤੇ ਰਿਲੇਟਿਵਲੀ ਕਾਫੀ ਈਜ਼ੀ ਪ੍ਰੋਸੈਸ ਹੋਊਗਾ ਸੇਮ ਐਜ਼ ਬਿਫੋਰ। ਠੀਕ ਹੈ ਸੋ ਇਹਦੇ ਵਿੱਚ ਟੇਕ ਕਹਿਣਾ ਜੀ ਇਹ ਵੀ ਜ਼ਰੂਰ ਦੱਸੋ ਵੀ ਜਿਨ੍ਹਾਂ ਨੇ ਆਲਰੇਡੀ ਉਸ ਸਮੇਂ ਦੇ ਦੌਰਾਨ ਅਪਲਾਈ ਕੀਤਾ ਸੀ ਜਿਸ ਦੌਰਾਨ ਪਬਲਿਕ ਚਾਰਜ ਦਾ ਕਾਨੂੰਨ ਚੱਲ ਰਿਹਾ ਸੀਗਾ ਕਿ ਉਹਨਾਂ ਦੇ ਕੇਸਿਸ ਦੇ ਉੱਤੇ ਵੀ ਕਿਸੇ ਤਰੀਕੇ ਦਾ ਫਰਕ ਜਿਹੜਾ ਪਏਗਾ ਕਿ ਉਹਨਾਂ ਨੂੰ ਦੁਬਾਰਾ ਫਾਰਮ ਨਵੇਂ ਸਿਰ ਤੋਂ ਭਰਨੇ ਪੈਣਗੇ ਜਾਂ ਕੀ ਉਹਨਾਂ ਮਾਮਲਿਆਂ 'ਚ ਹੋਵੇਗਾ? ਨਹੀਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹਨਾਂ ਨੂੰ ਇਮੀਗ੍ਰੇਸ਼ਨ ਬੈਨੀਫਿਟਸ ਵਗੈਰਾ ਮਿਲ ਚੁੱਕੇ ਆ ਮੈਨੂੰ ਨਹੀਂ ਲੱਗਦਾ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਦਾ ਕੋਈ ਇੰਟਰਸਟ ਹੈਗਾ ਕਿ ਉਹ ਲੋਕਾਂ ਨੂੰ ਵਾਪਸ ਆ ਕੇ ਉਹ ਤੰਗ ਕਰਨ। ਤੇ ਜਿਹੜੇ ਨਵੇਂ ਵਾਲੇ ਫਾਰਮ ਜਿਹਨਾਂ ਨੇ ਅਜੇ ਫਾਈਲ ਕਰਨੇ ਆ ਉਹਨਾਂ ਨੂੰ 944 ਜਿਹੜਾ ਫਾਰਮ ਹੈ ਉਹ ਫਾਈਲ ਕਰਨ ਦੀ ਲੋੜ ਨਹੀਂ ਹੈ। ਤੇ ਜਿਹੜੇ ਦੂਜੇ ਐਡਜਸਟਮੈਂਟ ਆਫ ਸਟੇਟਸ ਜਾਂ ਹੋਰ ਕੋਈ ਵੀ ਫਾਰਮ ਹੈ ਵਰਕ ਪਰਮਿਟ ਵਗੈਰਾ ਦੇ ਫਾਰਮ ਸੀਗੇ ਜਿਸ 'ਚ ਪਬਲਿਕ ਚਾਰਜ ਬਾਰੇ ਪੁੱਛਿਆ ਗਿਆ ਹੈ ਉਹ ਅਜੇ ਫਿਲਹਾਲ ਅਪਡੇਟ ਨਹੀਂ ਹੋਏ। ਤੁਸੀਂ ਜਿਹੜੇ ਹੁਣ ਆਉਣ ਵਾਲੇ ਹਫ਼ਤੇ ਦੇ ਅੰਦਰ ਜਿੰਨੇ ਵੀ ਫਾਰਮ ਹੈ ਸਾਰੇ ਦੇ ਸਾਰੇ ਅਪਡੇਟ ਹੋ ਜਾਣੇ ਆ। ਤੇ ਕੋਈ ਵੀ ਪੈਰਾਲੀਗਲ ਭਰਾ ਆਪਣਾ ਜਿਹੜਾ ਸੁਣ ਰਿਹਾ ਉਹ ਇਹ ਹੈ ਕਿ ਜਿਹੜੇ ਅਗਲੇ ਵਾਲੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਧਿਆਨ ਨਾਲ ਥੋੜ੍ਹਾ ਜਿਹਾ ਫਾਈਲ ਕਰਿਓ ਕਿਉਂਕਿ ਫਾਰਮਸ ਇੱਕਦਮ ਹੀ ਚੇਂਜ ਹੋਣੇ ਆ ਸਾਰੇ ਅਪਡੇਟ ਹੋਣੇ ਆ। ਹਾਂਜੀ ਜੀ ਭਾਈ ਕਿਸੇ ਦਾ ਗਲਤ ਫਾਰਮ ਭਰ ਕੇ ਐਵੇਂ ਕੰਮ ਖਰਾਬ ਜਿਹੜਾ ਉਹ ਨਾ ਹੋ ਜਾਵੇ ਇਹ ਚੀਜ਼ ਦਾ ਜ਼ਰੂਰ ਵਿਸ਼ੇਸ਼ ਜਿਹੜਾ ਉਹ ਧਿਆਨ ਭਾਈ ਰੱਖਿਓ ਬਚਾਅ ਹੋ ਜਾਊਗਾ। ਡਿਲੀਵਰੀ ਤੱਕ ਤੁਹਾਨੂੰ ਨਾ ਜਦੋਂ ਮਤਲਬ ਇਹ ਨਹੀਂ ਕਿ ਤੁਸੀਂ ਕਹਿਣਾ ਕਿ ਅੱਜ ਮੈਂ ਫਾਈਲ ਕਰਤਾ 3 ਦਿਨ ਬਾਅਦ ਜਦੋਂ ਮੈਂ ਫਾਈਲ ਕੀਤਾ ਉਦੋਂ ਸਹੀ ਸੀਗਾ। ਇਮੀਗ੍ਰੇਸ਼ਨ ਨੂੰ ਕਰਦਾ ਕਿ ਉਹਨਾਂ ਨੇ ਇੱਕ ਕੱਟ ਆਫ ਡੇਟ ਦਿੱਤੀ ਹੁੰਦੀ ਹੈ ਕਿ ਇਸ ਵਾਲੀ ਤਰੀਕ ਤੋਂ ਬਾਅਦ ਆਪਾਂ ਨਵੇਂ ਵਾਲੇ ਫਾਰਮਸ ਹੀ ਐਕਸੈਪਟ ਕਰਨੇ ਆ। ਉਹ ਕੱਟ ਆਫ ਡੇਟ ਨੂੰ ਜਰਾ ਧਿਆਨ ਰੱਖਿਓ ਮਤਲਬ ਤੁਹਾਡੀ ਜਿਹੜੀ ਫੈਡੈਕਸ ਡਿਲੀਵਰੀ ਤੱਕ ਮੈਟਰ ਕਰਦਾ ਹੈ ਸਿਰਫ ਇਹ ਨਹੀਂ ਕਿ ਤੁਸੀਂ ਫਾਈਲ ਕੀਤਾ ਡਿਲੀਵਰ ਕਦੋਂ ਹੁੰਦਾ ਇਹ ਵੀ ਦੇਖਣਾ। ਓਕੇ ਸੋ ਜਿਸ ਦਿਨ ਉਹ ਰਿਸੀਵ ਕਰ ਰਹੇ ਆ ਉਸ ਦਿਨ ਬੇਸਿਕਲੀ ਉਹ ਫਾਰਮ ਵੈਲਿਡ ਹੋਣਾ ਚਾਹੀਦਾ ਆ ਵੀ ਉਹ ਠੀਕ ਹੋਵੇ। ਸੋ ਇਹਨਾਂ ਮਾਮਲਿਆਂ 'ਚ ਜੇ ਮੰਨ ਲਓ ਕਿਸੇ ਦੇ ਜਾਂਦੇ ਇਹਨਾਂ ਵਿੱਚ ਚੇਂਜ ਹੋ ਜਾਂਦਾ ਫਿਰ ਉਹਨਾਂ ਨੂੰ ਦੁਬਾਰਾ ਭਰ ਕੇ ਨਵਾਂ ਘੱਲਣਾ ਪੈਣਾ। ਹਾਂਜੀ ਜੇ ਕੱਟ ਆਫ ਡੇਟ ਉਹਨਾਂ ਨੇ ਦਿੱਤੀ ਹੈ ਤੇ ਫਿਰ ਹੁਣ ਪਰ ਇਹ ਹੈ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਥੋੜ੍ਹੀ ਰੀਜ਼ਨੇਬਲ ਹੀ ਹੈ ਮੇਰੇ ਹਿਸਾਬ ਨਾਲ ਤਾਂ ਕੀ ਕਰੂਗੇ ਪੁਰਾਣੇ ਵਾਲੇ ਨੂੰ ਵੀ ਸ਼ਾਇਦ ਕਹੂਗੇ ਕਿ ਆਪਾਂ ਰਿਜੈਕਟ ਨਹੀਂ ਕਰਨਾ ਦੇਖਦੇ ਹਾਂ ਕਿੱਦਾਂ ਆਉਂਦਾ ਜੀ ਕੀ ਰੂਲਸ ਬਣ ਇਹ ਹੈ ਕਿ ਚੇਂਜ ਜ਼ਰੂਰ ਹੋਣੇ ਆ ਹਫ਼ਤੇ ਦੇ ਅੰਦਰ ਜ਼ਰੂਰ ਹੋਣੇ ਆ। ਜੀ ਬਿਲਕੁਲ। H1B ਦੀ ਜੇ ਆਪਾਂ ਅਗਲੀ ਗੱਲ ਕਰ ਦਈਏ ਇਹ ਵੀ ਘਾਟੀ ਚੀਜ਼ ਇੱਦਾਂ ਦੀ ਕਦੀ ਸੁਣਨ ਨੂੰ ਮਿਲੀ ਤਾਂ ਨਹੀਂ ਆ। ਕਹਿੰਦੇ ਇੱਕ ਸਰਪ੍ਰਾਈਜ਼ਿੰਗ ਜੀ ਨਿਊਜ਼ ਆ USCIS ਵਾਲੇ ਉਹਨਾਂ ਕੇਸਾਂ ਨੂੰ ਮੁੜ ਦੁਬਾਰਾ ਪਟੀਸ਼ਨਾਂ ਨੂੰ ਖੋਲ੍ਹ ਸਕਦੇ ਆ ਜਿਨ੍ਹਾਂ ਨੂੰ ਡਿਨਾਈ ਕੀਤਾ ਸੀਗਾ। ਜੀ ਬਿਲਕੁਲ ਆਪਾਂ ਰੇਡੀਓ 'ਤੇ ਜਿੱਦਾਂ ਅਨਾਊਂਸ ਕੀਤਾ ਸੀਗਾ ਕਿ ਕੰਪਿਊਟਰ ਪ੍ਰੋਗਰਾਮਰਸ ਵਾਲਿਆਂ ਨੂੰ ਕਾਫੀ ਇਹ ਡਿਨਾਈ ਕਰ ਦਿੰਦੇ ਸੀਗੇ ਕੇਸਿਸ ਵਗੈਰਾ ਨਜਾਇਜ਼ ਹੀ ਹੈ ਨਾ ਅਤੇ ਕਾਫੀ ਉਹਨਾਂ ਦੀਆਂ ਰੁਕਾਵਟਾਂ ਪਾਉਂਦੇ ਸੀਗੇ ਅਤੇ ਪਿਛਲੇ 4 ਸਾਲਾਂ 'ਚ ਕਾਫੀ ਕੇਸਿਸ ਵਗੈਰਾ ਡਿਨਾਈ ਹੋਏ। ਫਿਰ ਕੀ ਹੋਇਆ ਕਿ ਕੁਛ ਇੱਕ ਲਾਇਰਸ ਅਤੇ IT ਕੰਪਨੀਜ਼ ਮਿਲ ਕੇ
ਆਈਟੀ ਸਰ ਵਾਲੇ, ਉਹ ਇਹਨੂੰ ਉਹਨਾਂ ਨੇ ਲਾਅ ਸੂਟਸ ਕੀਤੇ ਕਾਫੀ, ਤੇ ਲਾਅ ਸੂਟਸ ਦੇ ਕਰਕੇ ਜਿਹੜੇ ਜੱਜ ਨੇ ਫੈਸਲੇ ਦਿੱਤੇ ਉਹਦੇ ਬੇਸ ਤੇ 2 ਕੁ ਮੈਮੋ ਪਾਸ ਹੋਏ, ਤੇ ਇੱਕ ਮੈਮੋ ਉਹਨਾਂ ਨੇ ਹੁਣ ਪਾਸ ਕੀਤਾ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿਹੜੇ 2 ਮੈਮੋਜ਼ ਹੈ ਬੇਸਿਕਲੀ ਕੀ ਕਹਿੰਦੇ ਨੇ ਕਿ ਤੁਸੀਂ ਜਿਹੜੀ ਥਰਡ ਪਾਰਟੀ ਦੇ ਰੂਲਸ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਸਟ੍ਰਿਕਟ ਰੱਖਿਆ, ਉਹਨਾਂ ਨੂੰ ਤੁਸੀਂ ਉਸ ਹਿਸਾਬ ਨਾਲ ਇਨਫੋਰਸ ਨਹੀਂ ਕਰ ਸਕਦੇ। ਤੁਹਾਨੂੰ ਜਿਹੜੀ ਕੰਪਿਊਟਰ ਪ੍ਰੋਗਰਾਮਰ ਦੀ ਪੋਜੀਸ਼ਨ ਹੈ ਉਹਨੂੰ ਅਪਰੂਵ ਕਰਨਾ ਪਊਗਾ। ਹੁਣ ਬਾਈਡਨ ਦੀ ਇਮੀਗ੍ਰੇਸ਼ਨ ਨੇ ਕੀ ਕੀਤਾ ਹੈ, ਉਹਨਾਂ ਨੇ ਬੜਾ ਵਧੀਆ ਇੱਕ ਉਹਨੂੰ, ਹੁਣ ਇਹ ਲਾਅ ਤਾਂ ਪਾਸ ਹੋ ਗਏ, ਮੈਮੋਸ ਤਾਂ ਪਾਸ ਹੋ ਗਏ, ਟਰੰਪ ਦੇ ਥੱਲੇ ਹੋਏ ਸੀਗੇ ਇਹ, ਪਰ ਟਰੰਪ ਨੇ ਕੁਝ ਕੀਤਾ ਨਹੀਂ ਇਹਨਾਂ ਦਾ, ਹੈ ਨਾ। ਉਹ ਕੋਰਟ ਦੀ ਜਜਮੈਂਟ ਨਾਲ ਇੰਨੇ ਹੈਪੀ ਨਹੀਂ ਸੀਗੇ ਟਰੰਪ ਐਡਮਿਨਿਸਟ੍ਰੇਸ਼ਨ। ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਕੀ ਕਹਿੰਦੀ ਹੈ ਕਿ ਜਿਹੜੇ ਇਹ ਮੈਮੋਸ ਹੈਗੇ ਨੇ, ਇਹ H1B ਤੇ ਜਿਹੜੀ ਤੁਸੀਂ ਅਪੀਲ ਲਗਾਉਂਦੇ ਹੋ ਮੋਸ਼ਨ ਟੂ ਰੀਓਪਨ I-290B, ਇਹ ਦੋਨਾਂ ਨੂੰ ਅਪਲਾਈ ਕਰਦੇ ਨੇ। ਤੇ ਇਮੀਗ੍ਰੇਸ਼ਨ ਦੇ ਕੋਲ ਪਾਵਰ ਹੁੰਦੀ ਹੈ ਕਿ ਭਾਵੇਂ ਤੁਸੀਂ ਲੇਟ ਵੀ ਜੇ ਅਪੀਲ ਫਾਈਲ ਕਰੋ, ਉਹਨੂੰ ਆਪਾਂ ਐਕਸੈਪਟ ਕਰ ਸਕਦੇ ਹਾਂ ਡਿਸਕ੍ਰੈਸ਼ਨਰੀ। ਤੇ ਇਸ ਲਈ ਆਪਾਂ ਇਹ ਅਨਾਉਂਸ ਕਰਦੇ ਹਾਂ ਕਿ ਜੇ ਸਾਨੂੰ ਕੋਈ ਹੁਣ ਲੇਟ ਵੀ ਅਪੀਲ ਫਾਈਲ ਕਰਦਾ ਹੈ ਇਹ H1B ਕੇਸਿਸ ਦੇ ਉੱਤੇ, ਆਪਾਂ ਉਹਨੂੰ ਐਕਸੈਪਟ ਕਰਾਂਗੇ, ਕਿਉਂਕਿ ਉਹ ਜਿਹੜੀ ਅਪੀਲ ਹੈ, ਇਹ ਜਿਹੜੇ ਮੈਮੋ ਆ ਉਹਨੂੰ ਕਵਰ ਕਰਦੇ ਆ। ਇਸ ਲਈ ਤੁਹਾਨੂੰ ਇੱਕ ਦੁਬਾਰਾ ਚਾਂਸ ਦਿੱਤਾ ਜਾਊਗਾ, ਜਿਹੜੇ ਪਿਛਲੇ 4 ਕੁ ਸਾਲਾਂ 'ਚ ਜੇ ਤੁਹਾਡਾ ਕੋਈ ਇੱਦਾਂ ਦਾ ਇਹ ਮੈਮੋਜ਼ ਦੇ ਥੱਲੇ ਕੋਈ ਪੁਰਾਣਾ ਡਿਸੀਜਨ ਸੀਗਾ, ਉਹਨੂੰ ਤੁਸੀਂ ਦੁਬਾਰਾ ਰੀਓਪਨ ਕਰ ਸਕਦੇ ਹੋ। ਬਸ ਤੁਹਾਡੀ ਇੱਕੋ ਸ਼ਰਤ ਹੈ ਕਿ ਜਿਹੜੀ ਤੁਸੀਂ ਵੈਲਿਡਿਟੀ ਪੀਰੀਅਡ ਜਿੱਦਾਂ ਮੰਗਦੇ ਹੋ, ਹੈ ਨਾ, ਜਿਹੜਾ H1B ਪਟੀਸ਼ਨ 'ਚ ਤੁਹਾਡੀ ਮੋਹਲਤ ਮੰਗੀ ਸੀਗੀ ਤੁਸੀਂ, ਉਹ ਨਹੀਂ ਤੁਹਾਡੀ ਖਤਮ ਹੋਈ ਹੋਣੀ ਚਾਹੀਦੀ ਉਹਦੇ ਵਿੱਚ। ਜੀ ਜੀ ਬਿਲਕੁਲ। ਤੇ USCIS ਵਾਲੇ ਕੀ ਕਹਿ ਰਹੇ ਆ ਵੀ ਹੁਣ ਲੋਕਾਂ ਨੂੰ ਆਫਿਸ ਦੇ ਵਿੱਚ ਆਉਣ ਜਾਣ ਦੇਣਾ ਇਹਨਾਂ ਨੇ ਥੋੜ੍ਹੀ ਖੁੱਲ੍ਹ ਦਿੱਤੀ ਆ COVID-19 ਦੀਆਂ ਪ੍ਰੀਕਾਸ਼ਨਸ ਦੇ ਦੌਰਾਨ? ਜੀ ਖੋਲ੍ਹਣ ਦਿੱਤੀ ਆ ਇਹਨਾਂ ਨੇ, ਪਰ ਇਹ ਅਨਾਉਂਸ ਕੀਤਾ ਕਿ ਕਹਿੰਦੇ ਹੁਣ ਜਿੱਦਾਂ ਕਾਫੀ ਛੇਤੀ ਨਾਲ, ਸਪੈਸ਼ਲੀ ਜਿਹੜੀਆਂ ਰਿਪਬਲਿਕਨ ਸਟੇਟਸ ਹੈ, ਕਾਫੀ ਜ਼ਿਆਦਾ ਉਤਸ਼ਾਹ ਲੋਕਾਂ 'ਚ ਕਿ ਬਿਜ਼ਨਸ ਵਗੈਰਾ ਸਾਰੇ ਖੋਲ੍ਹ ਦੇਣੇ ਨੇ, ਤੇ ਕਈ ਕਾਊਂਟੀਜ਼ ਨੇ ਤੇ ਮਾਸਕ ਵਗੈਰਾ ਦੀ ਵੀ ਜਿਹੜੀ ਆਪਸ਼ਨ ਉਹ ਰਿਲੈਕਸ ਕਰਤੀ ਹੈ। ਜੀ ਤੇ ਉਹਨਾਂ ਨੇ ਇਹ ਕਿਹਾ ਹੈ ਕਿ ਅਸੀਂ ਫੈਡਰਲ ਦੇ ਥੱਲੇ ਆਉਂਦੇ ਹਾਂ, ਸਾਨੂੰ ਸਟੇਟ ਵਾਲੇ ਰੂਲ ਨਹੀਂ ਆ ਕੇ ਤੁਸੀਂ ਦੱਸਣੇ, ਸਾਡੇ ਆਫਿਸ 'ਚ ਜਾਣਾ ਤੁਸੀਂ ਮਾਸਕ ਪਾ ਕੇ ਆਉਣਾ ਹੈ। 2 ਸਾਲ ਤੋਂ ਉੱਤੇ ਉਮਰ ਦਾ ਕੋਈ ਵੀ ਜਿਹੜਾ ਆਉਂਦਾ ਉਹਦਾ ਫੇਸ ਕਵਰਡ ਹੋਣਾ ਚਾਹੀਦਾ ਹੈ। ਜੀ ਭਾਵੇਂ ਤੁਹਾਡੀ ਸਿਟੀ ਦੇ ਸਟੇਟ ਦੇ ਜੋ ਵੀ ਰੂਲ ਆ, ਜੇ ਤੁਸੀਂ ਉਹਨਾਂ ਦੇ ਆਫਿਸ ਜਾਂਦੇ ਹੋ ਬਿਨਾਂ ਮਾਸਕ ਦੇ, ਉਹਨਾਂ ਨੇ ਤੁਹਾਨੂੰ ਵਾਪਸ ਮੋੜ ਦੇਣਾ। ਓਕੇ। ਸੋ ਬਿਲਕੁਲ, ਸੋ ਕਿਉਂਕਿ 100 ਦਿਨਾਂ ਦਾ ਮੈਂਡੇਟ ਆਉਂਦਿਆਂ ਹੀ ਰਾਸ਼ਟਰਪਤੀ ਬਾਈਡਨ ਨੇ ਕੀਤਾ ਸੀਗਾ ਵੀ ਜਿੰਨੀਆਂ ਵੀ ਫੈਡਰਲ ਗਰਾਊਂਡਸ ਆ ਉਹਦੇ ਉੱਤੇ ਮਾਸਕ ਦਾ ਮੈਂਡੇਟ ਜਿਹੜਾ ਉਹ ਹੈਗਾ ਆ। ਸੋ USCIS ਕਿਉਂਕਿ ਫੈਡਰਲੀ ਓਨਡ ਹੈਗਾ, ਫੈਡਰਲ ਦੇ ਅਧੀਨ ਚੱਲਦਾ ਹੈ, ਸੋ ਉੱਥੇ ਮਾਸਕ ਮੈਂਡੇਟ ਜਿਹੜਾ ਉਹ ਰਹੇਗਾ। ਦੇਖੋ ਇਮੀਗ੍ਰੇਸ਼ਨ ਲੈਣ ਜਾਣਾ ਹੈ, ਮਾਸਕ ਕਰਕੇ ਰੌਲਾ ਨਹੀਂ ਪਾਉਣਾ ਆਪਾਂ, ਕੋਈ ਐਸੀ ਗੱਲ ਨਹੀਂ ਹੈਗੀ। ਭੁੱਲ ਜਾਂਦੇ ਨੇ ਲੋਕੀ, ਹੁਣ ਕਹਿੰਦੇ ਕਿ ਸ਼ਹਿਰ 'ਚ ਖੁੱਲ ਗਿਆ, ਨਹੀਂ ਨੌਲੇਜ ਹੁੰਦੀ ਹੈ ਦੱਸਣ ਦੀ। ਖਬਰ ਛੋਟੀ ਜਿਹੀ ਹੈ, ਪਰ ਦੱਸਣ ਦਾ ਮੇਰਾ ਮਕਸਦ ਇਹ ਹੈ ਕਿ ਇਹ ਧਿਆਨ ਰੱਖਿਓ ਕਿ ਜਦ ਤੱਕ ਇਮੀਗ੍ਰੇਸ਼ਨ ਨਹੀਂ ਕਹਿੰਦੀ ਇਮੀਗ੍ਰੇਸ਼ਨ, ਤੁਹਾਨੂੰ ਕੋਰਟ ਸਿਸਟਮ ਸਾਰੇ ਦੇ ਵਿੱਚ ਮਾਸਕ ਲਗਾ ਕੇ ਹੀ ਜਾਣਾ ਪੈਣਾ। ਜੀ ਜੀ ਬਿਲਕੁਲ। ਤੇ ਕੀ ਜਿਹੜਾ ਜੀ ਇਸ ਟਾਈਮ ਰਾਜਨੀਤਿਕ ਸਿਨੈਰੀਓ ਬਣ ਰਿਹਾ, ਕੀ ਸੀਨ ਬਣ ਰਿਹਾ ਆ ਅਮਨੈਸਟੀ ਨੂੰ ਲੈ ਕੇ? ਕੋਈ ਹੱਥ ਪੱਲਾ ਇਸ ਪਾਸੇ ਵੱਲ ਨੂੰ ਚੱਲ ਰਿਹਾ ਆ ਜਾਂ ਜੇ ਹਾਲ ਦੀ ਘੜੀ ਠੰਡੇ ਬਸਤੇ 'ਚ ਹੀ ਹੈ ਸਾਰਾ ਕੁਛ? ਠੰਡੇ ਬਸਤੇ ਤੇ ਨਹੀਂ, ਉਹਨਾਂ ਦੀ ਤਿਆਰੀ ਹੋ ਰਹੀ ਹੈ ਬਿਲਕੁਲ ਮਹਾਯੁੱਧ ਦੇ ਲਈ ਜੀ। ਤੇ ਕੀ ਹੋ ਰਿਹਾ ਕਿ ਬਾਰਡਰ ਤੇ ਬਹੁਤ ਜ਼ਿਆਦਾ ਜਿਹੜੇ ਅਨਕੰਪਨੀਡ ਮਾਈਨਰ ਸੀਗੇ, ਉਹ ਕਾਫੀ ਜ਼ਿਆਦਾ ਵੱਡੀ ਮਾਤਰਾ 'ਚ ਆ ਰਹੇ ਨੇ US ਮੈਕਸੀਕੋ ਬਾਰਡਰ ਤੋਂ। ਬਹੁਤ ਜ਼ਿਆਦਾ ਖਤਰਨਾਕ ਉੱਥੇ ਸਿਚੁਏਸ਼ਨ ਬਣੀ ਹੋਈ ਹੈ। ਆਪਾਂ ਗੱਲ ਕਰ ਰਹੇ ਹਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਾਈਨਰ ਬੱਚੇ ਉੱਥੇ ਆ ਕੇ ਬੈਠੇ ਹੋਏ ਨੇ। ਬਾਕੀ ਸਾਰਿਆਂ ਨੂੰ ਸਾਨੂੰ ਪਤਾ ਹੀ ਹੈ, ਕੋਈ ਇਹਦੇ ਵਿੱਚ ਡਾਊਟ ਵਾਲੀ ਗੱਲ ਨਹੀਂ ਕਿ ਉੱਥੇ ਮੈਕਸੀਕੋ ਦੇ ਵਿੱਚ ਬਾਰਡਰ ਦੇ ਲਾਗੇ ਮਾਹੌਲ ਕਿੱਦਾਂ ਦੇ ਹੁੰਦੇ ਨੇ ਤੇ ਕਿੰਨਾ ਵੱਡਾ ਡੇਂਜਰ ਹੁੰਦਾ, ਸਪੈਸ਼ਲੀ ਫੀਮੇਲ ਚਿਲਡਰਨ ਨੂੰ, ਹੈ ਨਾ। ਤੇ ਜਿਹੜੇ ਰਿਪਬਲਿਕਨ ਹੈ ਉਹ ਇਹ ਸਾਰੀ ਚੀਜ਼ ਨੂੰ, ਜਿਹੜਾ ਇਹ ਸਾਰਾ ਕ੍ਰਾਈਸਿਸ ਹੈ, ਇਹਨੂੰ ਯੂਜ਼ ਕਰ ਰਹੇ ਨੇ ਤੇ ਬੜੇ ਵੱਡੇ ਲੈਵਲ ਤੇ ਆਪਣੀ ਰੈਲੀਜ਼ ਕਰ ਰਹੇ ਨੇ। ਉਹਦੇ ਵਿੱਚ ਉਹ ਇਮੀਗ੍ਰੇਸ਼ਨ ਉਹਨਾਂ ਨੇ ਮੁੱਦਾ ਬਣਾਇਆ ਹੋਇਆ ਹੈ, ਆਪਣੇ ਜਿਹੜੇ ਬੇਸ ਆ ਉਹਨੂੰ ਡਰਾ ਰਹੇ ਨੇ, ਰੀਐਨਰਜਾਈਜ਼ ਕਰ ਰਹੇ ਨੇ। ਜਿਹੜੇ ਡੈਮੋਕ੍ਰੈਟਸ ਹੈ ਉਸੇ ਪਾਸੇ ਉਹ ਆਪਣੇ ਪ੍ਰੈਜ਼ੀਡੈਂਟ ਦੀ ਹੈਲਪ ਕਰਨਾ ਚਾਹੁੰਦੇ ਆ, ਜੋ ਬਾਈਡਨ ਦੀ। ਪਰ ਹੁਣ ਇੰਨੇ ਜ਼ਿਆਦਾ ਬੱਚੇ ਆਏ ਆ, ਨਾਲੋਂ ਨਾਲ ਉਹਨਾਂ ਨੇ ਇਹ ਵੀ ਅਨਾਊਂਸ ਕੀਤਾ ਸੀਗਾ ਕਿ ਜਿਹੜਾ ਉਹਨਾਂ ਦਾ ਸਿਸਟਮ ਹੈ ਬੜਾ ਜ਼ਿਆਦਾ ਫੇਅਰ ਹੋਊਗਾ ਬਾਈਡਨ ਦੇ ਥੱਲੇ। ਤੇ ਹੁਣ ਉਹਨਾਂ ਨੂੰ ਇਹ ਪ੍ਰੋਬਲਮ ਪੈ ਗਈ ਕਿ ਐਡੇ ਜ਼ਿਆਦਾ ਕਰਾਊਡ ਨੂੰ ਉਹ ਡੀਲ ਕਿੱਦਾਂ ਕਰਨ। ਫੇਰ ਤਾਂ ਉਹਨਾਂ ਨੇ ਕਹਿ ਦਿੱਤਾ ਹੁਣ ਹਜ਼ਾਰਾਂ 'ਚ ਲੋਕੀ ਆਉਣੇ ਸ਼ੁਰੂ ਹੋ ਗਏ, ਤੁਸੀਂ ਇੱਦਾਂ ਦੇ ਬਿਆਨ ਦੇ ਦਿੱਤੇ, ਤੇ ਹੁਣ ਅੱਗੇ ਕਿੱਦਾਂ, ਹੈ ਨਾ। ਹੁਣ ਤੁਸੀਂ ਗੇਟ ਖੋਲੋਗੇ ਉਹਨਾਂ ਲਈ, ਕੀ ਕਰੋਗੇ? ਹੁਣ ਉਹਨਾਂ ਨੂੰ ਜੋ ਉਹਨਾਂ ਨੇ ਵਰਡਸ ਕਹੇ ਸੀਗੇ, ਉਹਨਾਂ ਨੂੰ ਹੁਣ ਇੱਦਾਂ ਲੱਗਦਾ ਕਿ ਥੋੜ੍ਹੇ ਭਾਰੀ ਪੈ ਰਹੇ ਨੇ। ਬਿਆਨ ਜ਼ਿਆਦਾ ਦੇ ਦਿੱਤੇ ਇਮੀਗ੍ਰੇਸ਼ਨ ਤੇ, ਇੰਨਾ ਵਧੀਆ ਉਹਨਾਂ ਦਾ ਇਨਫਰਾਸਟਰਕਚਰ ਹੈ ਨਹੀਂ ਗਾ। ਜਿਹੜੀ ਰਿਪਬਲਿਕਨ ਪਾਰਟੀ ਹੈ ਉਹ ਜਿਹੜੀ ਉਹਨਾਂ ਨੇ ਤਾਂ ਬੇਸਿਕਲੀ ਬਲੇਮ ਗੇਮ ਸ਼ੁਰੂ ਕਰਤੀ ਹੈ। ਤੇ ਜਿਹੜੀ 2022 ਦੀ ਮਿਡ ਟਰਮ ਇਲੈਕਸ਼ਨਸ ਹੈਗੀਆਂ, ਜਿਹਦੇ ਵਿੱਚ ਕਿ ਸੈਨੇਟ ਸੀਟਸ ਵੀ ਸਾਰੀਆਂ ਸਟੇਕ ਤੇ ਹੋ ਗਈਆਂ, 34-35 ਐਗਜ਼ੈਕਟ ਮੈਨੂੰ ਨੰਬਰ ਨਹੀਂ ਪਤਾ, ਤੇ ਹਾਊਸ ਆਫ ਰਿਪਰੈਜ਼ੈਂਟੇਟਿਵ ਦੀਆਂ ਤੇ ਸਾਰੀਆਂ ਸੀਟਸ ਜਾਊਗੀਆਂ ਨਾ। ਤੇ ਬੇਸਿਕਲੀ ਉਹਨਾਂ ਨੇ ਵੀ ਫਿਰ ਦੁਬਾਰਾ ਆਪਣੀ ਉਹੀ ਸੇਮ, ਜਿੱਦਾਂ ਪਹਿਲਾਂ ਉਹਨਾਂ ਨੇ 2018 'ਚ ਕੀਤਾ ਸੀਗਾ ਕਿ ਜਿਹੜੇ ਇਮੀਗ੍ਰੈਂਟਸ ਹੈ ਉਹ ਕ੍ਰਿਮੀਨਲਸ ਨੇ, ਇੱਦਾਂ ਦੇ ਬਿਆਨ ਦਿੱਤੇ ਸੀਗੇ। ਪਰ ਪਿਛਲੀ ਵਾਰੀ ਵੀ ਜਿੱਦਾਂ ਡੈਮੋਕ੍ਰੈਟ ਸੀਗੇ, ਉਹਨਾਂ ਦੇ ਰਿਪਬਲਿਕਨ ਦੇ ਐਂਟੀ ਇਮੀਗ੍ਰੇਸ਼ਨ ਕੈਂਪੇਨ ਦੇ ਬਾਵਜੂਦ ਵੀ ਉਹਨਾਂ ਨੇ ਮੈਜੋਰਿਟੀ ਲੈ ਲਈ ਸੀਗੀ। ਤੇ ਹੁਣ ਦੇਖਦੇ ਹਾਂ ਕਿ ਰਿਪਬਲਿਕਨਸ ਨੂੰ ਜਿਹੜਾ ਇਹ ਰੌਲਾ ਪਾ ਰਿਹਾ ਕਿ ਇਹਨਾਂ ਨੂੰ
ਮਹਿੰਗਾ ਤਾਂ ਨਹੀਂ ਪਊਗਾ ਕਿ ਇਹਨਾਂ ਨੂੰ ਸਹੀ ਪਊਗਾ, ਸਾਨੂੰ ਨਹੀਂ ਪਤਾ ਕਿ ਸੈਂਟੀਮੈਂਟ ਕਿੱਦਾਂ ਦਾ ਹੈ। ਪਰ ਜ਼ਿਆਦਾਤਰ ਜਿਹੜੀਆਂ ਇਹਨਾਂ ਦੀਆਂ ਸਟੱਡੀਜ਼ ਆਈਆਂ ਉਹਦੇ ਅਕੋਰਡਿੰਗ ਮੈਜੋਰਿਟੀ ਆਫ ਜਿਹੜੇ ਅਮੈਰੀਕਨਸ ਹੈਗੇ ਨੇ ਉਹ ਮਾਈਨਰ ਬੱਚਿਆਂ ਦੇ ਹੱਕ ਦੀ ਹੀ ਗੱਲ ਕਰਦੇ ਨੇ। ਸੋ ਆਪਾਂ ਦੇਖਦੇ ਹਾਂ ਥੋੜ੍ਹਾ ਦੋਨੋਂ ਪਾਰਟੀਜ਼ ਥੋੜ੍ਹਾ ਝੂਠ ਸੱਚ ਤਾਂ ਬੋਲਦੀਆਂ ਹੀ ਹੈ ਨਾ ਆਪਣੇ ਬੇਸ ਨੂੰ ਜੀ ਸਟਰੋਂਗ ਜੀ ਕਰਨ। ਤੇ ਹੁਣ ਇਹ ਜਿਹੜਾ ਡੈਮੋਕ੍ਰੈਟਸ ਲਈ ਜ਼ਿਆਦਾ ਮੁਸ਼ਕਿਲ ਚੈਲੰਜ ਹੈ, ਕਿਉਂਕਿ ਇਹਨੇ ਹੁਣ ਕੰਪਰੀਹੈਂਸਿਵ ਇਮੀਗ੍ਰੇਸ਼ਨ ਰਿਫਾਰਮ ਵੀ ਉੱਤੋਂ ਪਾਸ ਕੀਤਾ ਹੈ, ਜਿਹਦੇ ਵਿੱਚ ਜਨਵਰੀ 1 2021 ਤੋਂ ਪਹਿਲਾਂ ਕਹਿੰਦੇ ਸੀ ਸਾਰੇ ਜਿਹੜੇ ਪੱਕੇ ਕਰਦੇ ਨੇ। ਹੁਣ ਤੁਸੀਂ ਇਹ ਦੇਖੋ ਕਿ ਇਹ ਸਾਰੇ ਦੇ ਵਿੱਚ ਕਾਫੀ ਸਾਰੇ ਇਮੀਗ੍ਰੇਸ਼ਨ ਵਕੀਲ ਝੂਠ ਬੋਲੀ ਜਾ ਰਹੇ ਨੇ, ਜਿਹੜੇ ਟਰੈਵਲ ਏਜੰਟ ਨੇ KOT ਨੇ ਉਹ ਝੂਠ ਬੋਲੀ ਜਾ ਰਹੇ ਨੇ। ਕਲਾਇੰਟਸ ਉਹ ਜਿਹੜੇ ਲੋਕੀ ਆ ਵਿਚਾਰੇ ਉਹ ਆਲਰੇਡੀ ਤੰਗ ਪਰੇਸ਼ਾਨ ਆ ਆਪਣੀ ਆਪਣੀ ਕੰਟਰੀ ਤੋਂ, ਤੇ ਉਹਨਾਂ ਨੂੰ ਜਿੱਥੋਂ ਉਮੀਦ ਲੱਗਦੀ ਹੈ ਉਹਨਾਂ ਦੀਆਂ ਗੱਲਾਂ 'ਚ ਯਕੀਨ ਕਰ ਲੈਂਦੇ ਨੇ। ਛੋਟੇ ਮੋਟੇ ਜਿੱਦਾਂ ਕਲਿੱਪਸ ਹੋ ਗਏ ਕਿ ਬਾਈਡਨ ਨੇ ਮਾੜਾ ਜਿਹਾ ਕਹਿ ਦਿੱਤਾ ਕਿ ਜਨਵਰੀ 1 2021 ਤੋਂ ਪਹਿਲਾਂ, ਉਹਨੂੰ ਛੋਟੇ ਕਲਿੱਪਸ ਨੂੰ ਕੱਟ ਕੇ ਮੈਨੂਪੂਲੇਟ ਕਰਕੇ ਆਪਣੀ ਵੀਡੀਓਜ਼ ਦੇ ਨਾਲ ਮਿਕਸ ਕਰਕੇ ਲੋਕਾਂ ਨੂੰ ਕਾਫੀ ਵੱਡੇ ਲੈਵਲ ਤੇ ਗੁੰਮਰਾਹ ਕੀਤਾ ਜਾ ਰਿਹਾ। ਤੇ ਹੁਣ ਜੀ ਲੋਕੀ ਇਹ ਸੋਚਦੇ ਨੇ ਕਿ US ਗਵਰਨਮੈਂਟ ਤਾਂ ਬੜੀ ਫਰੈਂਡਲੀ ਹੋ ਗਈ, ਇਹ ਤਾਂ ਬਹੁਤ ਵਧੀਆ ਅਨਾਉਂਸਮੈਂਟਸ ਕਰ ਰਹੀ ਹੈ ਸਾਨੂੰ ਕਿਤੇ ਪੱਕੇ ਕਰ ਦੇਣਾ। ਤੇ ਇਹਦੇ ਨਾਲ ਹੁਣ ਜਿਹੜੇ ਰਿਪਬਲਿਕਨ ਲੀਡਰਸ ਹੈ ਉਹ ਬੇਸਿਕਲੀ ਕਈ ਸਹੀ ਵੀ ਗੱਲ ਕਰਦੇ ਨੇ। ਉਹ ਕਹਿੰਦੇ ਕਿ ਤੁਸੀਂ ਇੱਦਾਂ ਦੇ ਜਦੋਂ ਬਿਆਨ ਦਿਓਗੇ, ਤੁਸੀਂ ਆਪਣੇ ਪਹਿਲੇ ਦਿਨ ਹੀ ਆ ਕੇ ਤੁਸੀਂ ਇਹ ਨਹੀਂ ਕਹੋਗੇ ਕਿ ਅਮਰੀਕਨ ਬਿਜ਼ਨਸ ਖੋਲ੍ਹਣਾ ਜਾਂ ਸਕੂਲ ਖੋਲ੍ਹਣਾ ਹੈ, ਤੁਸੀਂ ਸਿੱਧਾ ਹੀ ਕਹਿੰਦੇ ਹੋ ਕਿ ਆਪਾਂ ਸਾਰੇ ਕੱਚੇ ਪੱਕੇ ਕਰ ਦੇਣੇ ਆ। ਤੇ ਜਿਹੜੇ ਲੋਕਾਂ ਨੂੰ ਮੈਸੇਜ ਤੇ ਫਿਰ ਉਦਾਂ ਦਾ ਹੀ ਜਾਊਗਾ ਅੱਗੋਂ, ਹੈ ਨਾ। ਫਿਰ ਤੁਸੀਂ ਅੱਗੇ ਜਿਹੜੇ ਏਜੰਟਸ ਵਗੈਰਾ ਉਹਨਾਂ ਨੂੰ ਵੀ ਨਹੀਂ ਬਲੇਮ ਕਰ ਸਕਦੇ, ਉਹਨਾਂ ਨੇ ਵੀ ਆਪਣੇ ਪੈਸੇ ਕਮਾਣੇ ਆ। ਤੇ ਇਹਦੇ ਨਾਲ ਨਾਲ ਜਿਹੜੇ ਕਈ ਡੈਮੋਕ੍ਰੈਟਸ ਹੈਗੇ ਨੇ, ਸਪੈਸ਼ਲੀ ਜਿੱਦਾਂ ਟੈਕਸਸ ਦੇ ਵਿੱਚ ਜਿਹੜੇ ਰੈਪਰੈਜ਼ੈਂਟੇਟਿਵ ਨੇ, ਉਹਨਾਂ ਦਾ ਹੁਣ ਕੀ ਹੈ ਕਿ ਉਹਨਾਂ ਨੇ ਆਪਣੀ ਉੱਥੇ ਇਲੈਕਸ਼ਨ ਜਿੱਤਣੀ ਹੁੰਦੀ ਹੈ ਲੋਕਲ ਲੈਵਲ ਤੇ। ਉੱਥੇ ਟੈਕਸਸ ਦੇ ਵਿੱਚ ਮਾਈਗ੍ਰੇਸ਼ਨ ਦੀ ਪ੍ਰੋਬਲਮ ਵੀ ਬਹੁਤ ਜ਼ਿਆਦਾ ਹੈਗੀ ਹੈ ਨਾ। ਤੇ ਉਹ ਵਾਲੇ ਜਿਹੜੇ ਡੈਮੋਕ੍ਰੈਟਸ ਹੈ ਉਹ ਥੋੜਾ ਸੈਂਟਰ ਜਿਹਾ ਸਟੈਂਡ ਲੈਂਦੇ ਨੇ। ਉਹ ਇੰਨਾ ਜ਼ਿਆਦਾ ਕ੍ਰਿਟਿਸਿਜ਼ਮ ਤਾਂ ਨਹੀਂ ਕਰਦੇ ਜਿੱਦਾਂ ਰਿਪਬਲਿਕਨ ਕਰਦੇ ਨੇ, ਪਰ ਉਹ ਕਹਿੰਦੇ ਨੇ ਕਿ ਬਾਈਡਨ ਨੂੰ ਦੇਖਣਾ ਚਾਹੀਦਾ ਇੱਦਾਂ, ਕਿਉਂਕਿ ਸਾਨੂੰ ਵੀ ਆਪਣੇ ਜਿਹੜੇ ਕੌਂਸਟੀਟਿਊਐਂਟਸ ਹੈਗੇ ਉਹਨਾਂ ਨੂੰ ਸਾਨੂੰ ਆਨਸਰ ਕਰਨਾ ਪੈਂਦਾ ਇੱਥੇ ਜੀ। ਤੇ ਬੇਸਿਕਲੀ ਉਹ ਕਹਿੰਦੇ ਕਿ ਤੁਸੀਂ ਸਿਰਫ, ਮੈਂ ਕਿਹਾ ਤੁਸੀਂ ਬੜੇ ਉਹਨਾਂ ਨੂੰ ਇੱਦਾਂ ਕਹਿਤਾ ਕਿ ਅਜੇ ਸਾਡੇ ਇੱਥੇ ਨਾ ਆਓ, ਅਜੇ ਕੋਵਿਡ ਚੱਲ ਰਿਹਾ। ਉਹ ਕਹਿੰਦਾ ਤੁਹਾਨੂੰ ਬੜਾ ਸਟਰੋਂਗ ਇੱਕ ਮੈਸੇਜ ਦੇਣਾ ਚਾਹੀਦਾ ਸੀਗਾ ਕਿ ਤੁਹਾਨੂੰ ਇੱਥੇ ਨਹੀਂ ਆਉਣਾ ਚਾਹੀਦਾ, ਆਪਾਂ ਅੰਦਰ ਨਹੀਂ ਵੜਨ ਦੇਵਾਂਗੇ। ਤੇ ਜਿਹੜੇ ਡੈਮੋਕ੍ਰੈਟਸ ਹੈ, ਜਿਹੜੇ ਮੈਜੋਰਿਟੀ ਡੈਮੋਕ੍ਰੈਟਸ ਹੈ, ਉਹ ਬਾਈਡਨ ਨੂੰ ਸਪੋਰਟ ਕਰ ਰਹੇ ਨੇ। ਉਹ ਕਹਿੰਦੇ ਕਿ ਰਿਪਬਲਿਕਨ ਤਾਂ ਹੁਣ ਐਵੇਂ ਰੌਲਾ ਪਾ ਰਹੇ ਆ, ਪਹਿਲਾਂ ਇਹਨਾਂ ਨੇ ਜ਼ੀਰੋ ਟੋਲਰੈਂਸ ਪਾਲਿਸੀ ਰੱਖ ਲਈ, ਜਿਹੜੇ ਬੱਚੇ ਸੀਗੇ ਉਹ ਖੋਲੇ ਘਰਦਿਆਂ ਤੋਂ, ਇੱਦਾਂ ਦੇ ਇਹਨਾਂ ਨੇ ਹਰਕਤਾਂ ਕੀਤੀਆਂ ਜਿਹਦੇ ਕਰਕੇ ਕਿ ਸਾਡੇ ਦੇਸ਼ ਤੇ ਇੱਕ ਬਹੁਤ ਵੱਡਾ ਬਲੈਕ ਮਾਰਕ ਲੱਗਾ। ਤਾਂ ਕਰਕੇ ਹੁਣ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਿੰਨਾ ਇਹਨਾਂ ਨੇ ਮਾੜਾ ਕੀਤਾ ਸੀਗਾ ਉਹ ਸਾਰੇ ਨੂੰ ਆਪਾਂ ਰੈਕਟੀਫਾਈ ਕਰਨਾ। ਜੀ ਜੀ। ਸੋ ਲੈਟਸ ਸੀ। ਪਰ ਇਹ ਕਾਫੀ ਅਜੇ ਪੇਚੀਦਾ ਮਸਲਾ, ਤੇ ਜਿੱਦਾਂ ਅਟਰਨੀ ਟਿਰਕਿਆਣਾ ਉਹਨਾਂ ਨੇ ਦੱਸਿਆ ਭਾਈ, ਉਹਨਾਂ ਲੋਕਾਂ ਦੀ, ਉਹਨਾਂ ਵਕੀਲਾਂ ਦੀ, ਉਹਨਾਂ ਏਜੰਟਾਂ ਦੀਆਂ ਗੱਲਾਂ 'ਚ ਨਾ ਆ ਜਿਓ। ਹਾਲ ਦੀ ਘੜੀ ਅਮਨੈਸਟੀ ਜਿਹੜੀ ਉਹ ਸ਼ੁਰੂ ਨਹੀਂ ਹੋਈ। ਇਸ ਚੀਜ਼ ਨੂੰ ਜ਼ਰੂਰ ਭਾਈ ਗੌਰਤਲਬ ਰੱਖਿਓ। ਕਿਸੇ ਨਿਆਣੇ ਦੀ, ਕਿਸੇ ਬੱਚੇ ਦੀ ਜਾਨ ਜਾ ਸਕਦੀ ਆ। ਤੁਸੀਂ ਲੱਖਾਂ ਰੁਪਈਆਂ ਦੇ ਕਰਜ਼ੇ ਹੇਠਾਂ ਜਿਹੜਾ ਉਹ ਦੱਬ ਸਕਦੇ ਆ। ਆਉਣ ਤੋਂ ਦੇਖੋ, ਨਾ ਮੈਂ ਰੋਕ ਸਕਦਾ ਤੁਹਾਨੂੰ, ਨਾ ਕੋਈ ਹੋਰ ਰੋਕ ਸਕਦਾ। ਜਿਹਨੇ ਤੱਕਿਆ ਵੀ ਮੈਂ ਆਉਣਾ ਹੀ ਆਉਣਾ, ਉਹਨੇ ਕੋਈ ਨਾ ਕੋਈ ਰਾਹ ਜਿਹੜਾ ਉਹ ਲੱਭਣਾ ਹੀ ਆ। ਪਰ ਇਹ ਸੋਚ ਕੇ ਨਾ ਉਹ ਵੀ ਆਉਂਦਿਆਂ ਨੂੰ ਕਿਤੇ ਤੁਹਾਡੇ ਗਲਾਂ 'ਚ ਹਾਰ ਪਾ ਕੇ ਤੇ ਉਹਨਾਂ ਨੇ ਸਿੱਧਾ ਤੁਹਾਨੂੰ ਗ੍ਰੀਨ ਕਾਰਡ ਫੜਾ ਦੇਣਾ ਆ ਵੀ ਆਹ ਲਓ ਜੀ ਐਮਨੈਸਟੀ ਜਿਹੜੀ ਉਹ ਮਿਲ ਗਈ ਆ। ਹਾਲ ਦੀ ਘੜੀ ਇੱਦਾਂ ਦਾ ਕੋਈ ਵੀ ਕਾਨੂੰਨ ਲਾਗੂ ਨਹੀਂ ਹੋਇਆ। ਉਹਨਾਂ ਲੋਕਾਂ ਤੋਂ ਜਿਹੜਾ ਕਿਰਪਾ ਕਰਕੇ ਤੁਸੀਂ ਬਚੋ। ਇਹ ਚੀਜ਼ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਜੀ। ਤੇ ਆਪਾਂ ਟਿਰਕਿਆਣਾ ਨਾ ਜੀ ਅਗਲੀ ਜਿਹੜੀ ਇਸੇ ਹੀ ਸੰਬੰਧ ਵਿੱਚ ਆਪਾਂ ਜੇ ਹੁਣ ਅੱਗੇ ਗੱਲ ਕਰਦੇ ਜਾਈਏ ਵੀ ਕੀ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਹੋ ਸਕਦਾ ਹੈਗਾ ਆ। ਅਤੇ ਆਈਸ ਵਾਲਿਆਂ ਦੇ ਨਾਲ ਕੀ ਚੱਲ ਰਿਹਾ ਜੀ? ਆਈਸ ਵਾਲੇ ਅਰੈਸਟ ਤੇ ਡੈਪੂਟੇਸ਼ਨਸ ਦਾ ਕੀ ਸਟੇਟਸ ਆ? ਕਈ ਤਰੀਕੇ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਵੀ ਅਰੈਸਟ ਦੇ ਜਿਹੜੇ ਨੰਬਰ ਆ ਉਹ ਥੋੜ੍ਹੇ ਜਿਹੇ ਥੱਲੇ ਨੂੰ ਗਏ ਨੇ। ਜੀ ਬਿਲਕੁਲ, ਉਹਨਾਂ ਨੇ ਕੈਲਕੂਲੇਸ਼ਨਸ ਕੀਤੀ ਹੈ ਕਿ ਜਿਹੜੇ ਟਰੰਪ ਦੇ ਲਾਸਟ 3 ਮਹੀਨੇ ਸੀਗੇ ਤੇ ਹੁਣ ਜਿਹੜੇ ਬਾਈਡਨ ਦੇ, ਇਹਦੇ ਵਿੱਚ ਜਿਹੜੀ ਆਈਸ ਦੀ ਅਰੈਸਟ ਤੇ ਜਿਹੜੀਆਂ ਓਵਰਆਲ ਡੀਪੋਟੇਸ਼ਨ ਹੈਗੀਆਂ ਉਹਦੇ ਵਿੱਚ 60% ਡਰੋਪ ਹੈਗਾ, ਵਿਚ ਇਜ਼ ਅ ਬਿਗ ਨੰਬਰ। ਹੁਣ ਇਹ ਦੇਖੋ ਕਿ ਇੱਕ ਜਿਹੜਾ ਫੈਡਰਲ ਜੱਜ ਸੀਗਾ, ਜਿੱਦਾਂ ਟੈਕਸਸ ਵਾਲਿਆਂ ਨੇ ਕੇਸ ਕੀਤਾ ਸੀਗਾ ਕਿ ਬਾਈਡਨ ਦਾ ਜਿਹੜਾ 100 ਡੇ ਵਾਲਾ ਜਿਹੜਾ ਡੀਪੋਟੇਸ਼ਨ ਫਰੀਜ਼ ਉਹਨੇ ਲਾਇਆ ਸੀ, ਉਹਨੂੰ ਉਹਨਾਂ ਨੇ ਕਿਹਾ ਕਿ ਰੋਕੋ, ਤੁਸੀਂ ਇੱਦਾਂ ਦਾ ਡੀਪੋਟੇਸ਼ਨ ਫਰੀਜ਼ ਨਹੀਂ ਕਰ ਸਕਦੇ। ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅੱਗੋਂ ਆ ਕੇ ਕੀ ਕਿਹਾ ਹੈ ਕਿ ਠੀਕ ਹੈ, ਜਿਹੜਾ ਕੋਰਟ ਦਾ ਡਿਸੀਜਨ ਹੈ ਉਹ ਸਿਰ ਮੱਥੇ, ਡੀਪੋਟੇਸ਼ਨ ਫਰੀਜ਼ ਤੁਸੀਂ ਚੱਕ ਲਓ, ਪਰ ਇਹਦਾ ਮਤਲਬ ਤੁਸੀਂ ਸਾਡੀ ਜਿਹੜੀ ਸਪੀਡ ਆ ਕਿ ਕਿੰਨੇ ਬੰਦੇ ਆਪਾਂ ਡਿਪੋਰਟ ਕਰਨੇ ਆ ਉਹਨੂੰ ਨਹੀਂ ਤੁਸੀਂ ਕੰਟਰੋਲ ਕਰ ਸਕਦੇ। ਸੋ ਉਹਨਾਂ ਨੇ ਵੀ ਬੜੀ ਚਲਾਕੀ ਨਾਲ ਉਹਨਾਂ ਨੂੰ ਆਪਣੀ ਜਿਹੜੀ ਸਪੀਡ ਹੈ ਉਹ ਘਟਾ ਲਈ। ਹੁਣ ਉਹਦੇ ਵਿੱਚ ਕੋਰਟ ਕੀ ਕਰ ਸਕਦਾ? ਉਹ ਕਹਿੰਦੇ ਜਿੰਨਾ ਸਾਡੇ ਕੋਲ ਹੁੰਦਾ ਉਹਨਾਂ ਆਪਾਂ ਕਰਾਂਗੇ, ਪੈਂਡੇਮਿਕ ਚੱਲ ਰਿਹਾ,
ਸਾਡੀ ਜਿਹੜੀ ਪ੍ਰਾਇੋਰਟੀ ਹੈ ਉਹ ਹੋਰ ਪਾਸੇ ਹੈ। ਜਿੱਦਾਂ ਸੇਮ ਚੀਜ਼ ਟਰੰਪ ਕਹਿੰਦਾ ਸੀਗਾ ਕਿ ਹੈਲਥ ਦੀ ਗਾਈਡਲਾਈਨਸ ਕਰਕੇ ਉਹ ਇਮੀਗ੍ਰੇਸ਼ਨ ਨੂੰ ਰੋਕਦਾ ਸੀਗਾ, ਤੇ ਹੁਣ ਇਹਨਾਂ ਨੇ ਸੇਮ ਚੀਜ਼ ਉਹਦਾ ਵਾਲਾ ਬਹਾਨਾ ਫੜ ਕੇ ਜਿਹੜੀ ਹੈਲਥ ਵਾਲੀ ਗਰਾਊਂਡ ਸੀਗੀ, ਉਹ ਕਹਿੰਦੇ ਆਪਾਂ ਹੈਲਥ ਉੱਧਰ ਨੂੰ ਫੋਕਸ ਕਰਨਾ ਹੈਗਾ, ਤੇ ਉਹਨਾਂ ਨੇ ਡੀਪੋਟੇਸ਼ਨ ਜਿਹੜੀ ਸੀਗੀ ਮਸ਼ੀਨ ਉਹ ਰੋਕ ਦਿੱਤੀ। 60% ਮਤਲਬ ਇਹਨਾਂ ਨੇ ਘੱਟ ਕਰਤੀਆਂ। ਤੇ ਇਹਦੇ ਨਾਲ ਨਾਲ ਇਹਨਾਂ ਨੇ ਆਈਸ ਵਾਲਿਆਂ ਨੇ, ਜਿੱਦਾਂ ਆਈਸ ਨੂੰ ਹੁਣ ਕਿੰਨਾ ਨੈਗੇਟਿਵ ਮੰਨਿਆ ਜਾਂਦਾ ਸੀਗਾ, ਉਹ ਕਈ ਤਾਂ ਕਹਿੰਦੇ ਸੀ ਇਹਨੂੰ ਅਬੋਲਿਸ਼ ਹੀ ਕਰ ਦਿਓ, ਬੜੀ ਮਾੜੀ ਏਜੰਸੀ ਹੈ। ਹੂੰ ਹੂੰ ਤੇ ਹੁਣ ਹੂੰ ਹੁਣ ਬਾਈਡਨ ਦੇ ਥੱਲੇ ਜਿਹੜੀ ਆਈਸ ਹੈ ਉਹਨੇ ਆਪਣੀ ਟੈਂਪਰੇਰੀ ਗਾਈਡਲਾਈਨਸ ਦਿੱਤੀਆਂ ਆਪਣੀ ਜਿਹੜੀ ਵਰਕਫੋਰਸ ਨੂੰ। ਉਹਨਾਂ ਨੇ ਬੇਸਿਕਲੀ ਇਹ ਕਿਹਾ ਕਿ ਜਿਹੜੇ ਲੋਕੀ ਸਿਕਿਉਰਿਟੀ ਨੂੰ, ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਹੈਗੇ ਨੇ, ਜਾਂ ਜਿਹੜੇ ਹੁਣ ਨਵੇਂ ਬੰਦੇ ਆ ਰਹੇ ਨੇ, ਜਾਂ ਜਿਹੜੇ ਕ੍ਰਿਮੀਨਲ ਨੇ ਜਿਨ੍ਹਾਂ ਨੇ ਐਗਰਾਵੇਟਡ ਫੈਲਨੀ ਕੀਤੀ ਹੈ, ਜਿਨ੍ਹਾਂ ਦੀ ਕਨਵਿਕਸ਼ਨਸ ਵਗੈਰਾ ਹੋਈਆਂ, ਉਹਨਾਂ 'ਤੇ ਆਪਾਂ ਪ੍ਰਾਇੋਰਟੀ ਦੇਣੀ ਹੈ। ਸਭ ਤੋਂ ਇੰਪੋਰਟੈਂਟ ਚੀਜ਼ ਆਈਸ ਨੇ ਇਹ ਕਿਹਾ ਕਿ ਜਿਹੜਾ ਕੋਈ ਵੀ ਆਈਸ ਆਫਿਸਰ ਹੈ, ਜੇ ਉਹਨੇ ਕਿਸੇ ਵੀ ਫਿਊਜੀਟਿਵ ਭਗੌੜੇ ਬੰਦੇ ਨੂੰ ਫੜਨਾ, ਜਿੱਦਾਂ ਮੰਨ ਲਓ ਕਿਸੇ 'ਤੇ ਡਿਪੋਟੇਸ਼ਨ ਲੱਗੀ ਹੈ, ਉਹ ਭੱਜ ਗਿਆ ਜਾਂ ਕੋਰਟ 'ਤੇ ਪੇਸ਼ ਨਹੀਂ ਦਿੱਤੀ, ਜਾਂ ਕਿਤੇ ਇਲੀਗਲ ਬੰਦਾ ਕੰਮ ਕਰ ਰਿਹਾ, ਉਹਨਾਂ ਨੂੰ ਰਿਪੋਰਟ ਮਿਲਦੀ ਹੈ, ਉਹ ਕਹਿੰਦੇ ਕਿ ਇਹ ਜਿਹੜਾ ਆਈਸ ਆਫਿਸਰ ਹੈ ਛੋਟੇ ਲੈਵਲ 'ਤੇ, ਆਪਣੇ ਲੈਵਲ 'ਤੇ ਛਾਪਾ ਨਹੀਂ ਮਾਰ ਸਕਦੇ। ਇਹਨਾਂ ਨੂੰ ਉੱਤੇ ਆਪਣੇ ਸੀਨੀਅਰ ਦੀ ਪਰਮਿਸ਼ਨ ਲੈਣੀ ਪੈਣੀ ਹੈ, ਪਹਿਲਾਂ ਸੀਨੀਅਰ ਤੋਂ ਸਾਈਨ ਕਰਾਉਣਾ ਪੈਣਾ ਕਿ ਇਹ ਕੇਸ ਇੱਦਾਂ ਦਾ ਬੰਦਾ ਛਾਪਾ ਮਾਰਨ ਵਾਲਾ, ਫੇਰ ਹੀ ਫੜਨਾ ਹੈ। ਤੁਸੀਂ ਮਤਲਬ ਆਈਸ ਵਾਲੇ ਜਿਹੜੇ ਆਫਿਸਰ ਗਏ, ਉਹਨਾਂ ਕੋਲ ਡਾਇਰੈਕਟ ਇਹਨਾਂ ਨੇ ਪਾਵਰ ਹੀ ਖੋਲੀ ਕਿ ਤੁਸੀਂ ਬਿਨਾਂ ਸੀਨੀਅਰ ਆਫਿਸਰ ਦੇ ਅਪਰੂਵਲ 'ਤੇ ਜਾ ਕੇ ਇੱਦਾਂ ਲੋਕਾਂ ਨੂੰ ਫੜ ਨਹੀਂ ਸਕਦੇ। ਫਿਰ ਇਹਨਾਂ ਨੇ ਬੇਸਿਕਲੀ ਇਹੀ ਕਿਹਾ ਕਿ ਕਿਉਂਕਿ ਸਾਡੇ ਕੋਵਿਡ ਚੱਲ ਰਿਹਾ ਹੈ ਅਤੇ ਜੇਲ੍ਹਾਂ ਦੇ ਵਿੱਚ ਇੰਨੀ ਗਿਣਤੀ ਨਹੀਂ ਹੈਗੀ, ਇਹਦਾ ਮਤਲਬ ਇਹ ਹੈਗਾ ਕਿ ਤੁਸੀਂ ਐਂ ਨਹੀਂ ਕਿ ਫੜ ਕੇ ਬਿਨਾਂ ਮਤਲਬ ਦੇ ਜਿਹੜੇ ਲੋਕ ਇੱਥੇ ਰਹਿ ਰਹੇ ਨੇ, ਟੈਕਸ ਦੇ ਰਹੇ ਨੇ, ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਭਰ ਦਿਓ, ਉਹਨਾਂ ਸਾਡਾ ਕੋਈ ਹੈਲਪ ਨਹੀਂ ਹੁੰਦੀ। ਇਹ ਖਬਰਾਂ ਨੂੰ ਸੁਣ ਕੇ ਜਿਹੜੇ ਅਟਰਨੀ ਜਨਰਲ ਸੀਗੇ ਮੋਂਟੈਨਾ ਦੇ ਤੇ ਐਰੀਜ਼ੋਨਾ ਜੀ ਦੇ, ਹੈ ਨਾ, ਰਿਪਬਲਿਕਨ ਸਟੇਟਸ ਹੈ ਦੋਨੋਂ ਹੀ, ਇਹਨਾਂ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਲਾਅਸੂਟ ਫਾਈਲ ਕਰਤੇ। ਲਾਅਸੂਟ 'ਚ ਇਹਨਾਂ ਨੇ ਇਹ ਕਿਹਾ ਕਿ ਇਹ ਜਿਹੜੇ ਲਾਅਜ਼ ਨੂੰ ਸਹੀ ਤਰ੍ਹਾਂ ਇਨਫੋਰਸ ਨਹੀਂ ਕਰ ਰਿਹਾ। ਹੁਣ ਇੱਦਾਂ ਦੇ ਲਾਅਸੂਟ ਮੇਰੇ ਹਿਸਾਬ ਨਾਲ ਤਾਂ ਬੜੇ ਮੁਸ਼ਕਿਲ ਹੈ। ਹੁਣ ਇਹ ਤਾਂ ਉਹੀ ਗੱਲ ਹੋ ਗਈ ਕਿ ਇੰਪਲੋਇਰ ਆਪਣੇ ਇੰਪਲੋਈ ਨੂੰ ਕਵੇ ਕਿ ਤੂੰ ਕੰਮ ਨਹੀਂ, ਹਾਰਡ ਵਰਕ ਨਹੀਂ ਕਰ ਰਿਹਾ, ਉਹ ਕਹਿੰਦਾ ਹਾਂ ਹਾਂ ਮੈਂ ਪੂਰਾ ਹਾਰਡ ਵਰਕ ਕਰ ਰਿਹਾ, ਹੈ ਨਾ, ਜਿੰਨਾ ਮੇਰੇ ਕੋਲ ਹੋ ਸਕਦਾ ਮੈਂ ਕਰ ਰਿਹਾ, ਇਹ ਤਾਂ ਉਹੀ ਗੱਲ ਹੋ ਗਈ। ਹੁਣ ਮੈਨੂੰ ਲੱਗਦਾ ਨਹੀਂ ਕਿ ਇਹ ਜੀ ਲਾਅਸੂਟਸ ਦਾ ਕੁਝ ਬਣੂਗਾ, ਪਰ ਬੇਸਿਕਲੀ ਜਿਹੜੇ ਲਾਅਸੂਟਸ ਨੇ ਉਹਦੇ ਵਿੱਚ ਉਹਨਾਂ ਨੇ ਇਹ ਅਲੈਜ ਕੀਤਾ ਹੈ, ਪਬਲਿਸਿਟੀ ਸਟੰਟ ਵੀ ਹੋ ਸਕਦਾ। ਉਹਨਾਂ ਨੇ ਇਹ ਕਿਹਾ ਕਿ ਫੈਡਰਲ ਲਾਅ ਕਹਿੰਦੇ ਨੇ ਕਿ ਬੰਦਿਆਂ ਨੂੰ ਡਿਪੋਰਟ ਕਰੋ, ਜਿਹੜੀ ਇਹ ਸਰਕਾਰ ਹੈ ਇਹ ਬੰਦੇ ਨੂੰ ਡਿਪੋਰਟ ਨਹੀਂ ਕਰ ਰਹੀ, ਇਹ ਫੈਡਰਲ ਲਾਅਜ਼ ਨੂੰ ਫੋਲੋ ਨਹੀਂ ਕਰ ਰਹੀ ਹੈ। ਅਤੇ ਇਹਦੇ ਨਾਲ ਨਾਲ ਜਿਹੜਾ ਹੁਣ ਜਿੱਦਾਂ ਆਪਾਂ ਦੱਸਿਆ ਸੀਗਾ ਕਿ ਬਾਈਡਨ 'ਤੇ ਪ੍ਰੈਸ਼ਰ ਵੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰ ਬੰਨੇ, ਹੈ ਨਾ, ਜਿੱਦਾਂ ਹਰੇਕ 'ਤੇ ਜ਼ਿਆਦਾਤਰ ਜਿਹੜੇ ਉਹ ਬੱਚੇ ਜਿਹੜੇ ਆ ਰਹੇ ਆ, ਮਾਈਨਰ ਬੱਚੇ ਆ ਰਹੇ ਆ, ਉਹਨਾਂ ਦਾ ਜਿਹੜਾ ਕ੍ਰਾਈਸਿਸ ਆ ਬਹੁਤ ਜ਼ਿਆਦਾ ਵੱਧ ਗਿਆ। ਪਹਿਲਾਂ ਬਾਈਡਨ ਨੇ ਟਰੰਪ ਨੂੰ ਕਾਫੀ ਵਾਰੀ ਝਾੜਿਆ ਸੀਗਾ ਕਿ ਜੇਲ੍ਹਾਂ 'ਚ ਬੰਦ ਕਰਤੇ ਬੱਚੇ, ਹੂੰ ਡਿਟੈਂਸ਼ਨ ਫੈਸਿਲਿਟੀਜ਼। ਹੁਣ ਕੀ ਹੈ, ਜਦੋਂ ਉਹ ਤੋਂ ਵੀ ਜ਼ਿਆਦਾ ਹੁਣ ਮਤਲਬ ਕਿ 100 ਟਾਈਮਸ ਮੋਰ ਹੁਣ ਆ ਗਏ। ਹੁਣ ਬਾਈਡਨ ਨੂੰ ਆਪ ਉਹੀ ਸੇਮ ਪ੍ਰੋਬਲਮ ਹੈ। ਹੁਣ ਬੱਚਿਆਂ ਨੂੰ ਇੱਦਾਂ ਤਾਂ ਹੈ ਨਹੀਂ ਕਿ ਸਿੱਧੇ ਆ ਕੇ ਤੁਸੀਂ US ਦੇ ਵਿੱਚ ਕਰਤਾ। ਹੁਣ ਇੱਥੇ ਵੀ ਤੇ ਸਮਗਲਰ ਆਹ ਜਿਹੜੇ ਸਾਰੇ ਪ੍ਰੋਸਟੀਟਿਊਸ਼ਨ ਰੈਕਟਸ ਵਗੈਰਾ ਸਾਰੇ ਇੱਥੇ ਅੰਡਰ ਇਹਨਾਂ ਦੀ ਆਪਣੀ ਕੰਟਰੀ 'ਚ ਵੀ ਐਗਜ਼ਿਸਟ ਕਰਦੇ ਨੇ। ਹੁਣ ਤੁਸੀਂ ਇੱਦਾਂ ਥੋੜ੍ਹਾ ਨਾ ਕਿ ਬਾਰਡਰ ਤੋਂ ਬਿਨਾਂ, ਫਿਰ ਸੇਫਟੀ ਦਾ ਇਸ਼ੂ ਇਹਨਾਂ ਨੂੰ ਵੀ ਸੇਮ ਆ ਗਿਆ, ਅਤੇ ਇਹਨਾਂ ਨੂੰ ਫਿਰ ਜਿਹੜੇ ਉਹ ਫੈਮਿਲੀ ਸੈਂਟਰ ਵਗੈਰਾ ਸੀਗੇ ਬਾਈਡਨ ਨੂੰ ਵੀ ਖੋਲ੍ਹਣੇ ਪੈ ਗਏ, ਕਿਉਂਕਿ ਇੰਨੇ ਜ਼ਿਆਦਾ ਜਦੋਂ ਬੱਚੇ ਆਏ ਆ, ਤੁਹਾਨੂੰ ਉਹਨਾਂ ਨੂੰ ਕਿਤੇ ਨਾ ਕਿਤੇ ਠਹਿਰਾਉਣਾ ਪੈਣਾ, ਖਾਣ ਪੀਣ ਨੂੰ ਦੇਣਾ ਪੈਣਾ, ਮੈਡੀਕਲ ਦੇਣੇ ਪੈਣੇ ਆ। ਅਤੇ ਰਿਪਬਲਿਕਨਾਂ ਨੇ ਫਿਰ ਇਹ ਇਲਜ਼ਾਮ ਲਾਇਆ ਕਿ ਤੁਸੀਂ ਸਾਨੂੰ ਤਾਂ ਕਹਿੰਦੇ ਸੀਗੇ ਕਿ ਇਹ ਬੜੇ ਇਨਹਿਊਮਨ ਹੈ, ਇੱਥੇ ਬੱਚੇ ਬੰਦ ਨਹੀਂ ਹੋਣੇ ਚਾਹੀਦੇ, 24 ਘੰਟੇ ਦੇ ਵਿੱਚ ਛੱਡਣੇ ਚਾਹੀਦੇ ਆ, ਤੁਹਾਨੂੰ ਆਪ 3-3 4-4 ਦਿਨ ਲੱਗ ਰਹੇ ਆ ਪ੍ਰੋਸੈਸ ਕਰਨ ਲਈ। ਸੋ ਬੇਸਿਕਲੀ ਪ੍ਰੋਬਲਮ ਕੀ ਹੈ ਕਿ ਜਦੋਂ ਤੁਸੀਂ ਇੱਦਾਂ ਦੇ ਖੁੱਲ੍ਹੇ ਬਿਆਨ ਦਿਓਗੇ ਕਿ ਐਮਨੈਸਟੀ ਪਾਸ ਹੋਣੀ ਹੈ, ਉਹ ਬੜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕੀ ਫਿਰ ਆ ਜਾਂਦੇ ਨੇ। ਅਤੇ ਜਦੋਂ ਬੱਚੇ ਆਉਂਦੇ ਨੇ, ਉਹ ਇੰਨਾ ਈਜ਼ੀ ਨਹੀਂ ਹੁੰਦਾ ਕਿ ਬੱਚੇ ਨੂੰ ਤੁਸੀਂ ਸਿਰਫ ਕੈਚ ਐਂਡ ਰਿਲੀਜ਼ ਕਰ ਦਿਓ, ਕਿਉਂਕਿ ਉਹਦੇ ਕੋਲ ਤੁਹਾਨੂੰ ਫੋਸਟਰ ਸਿਸਟਮ 'ਚ ਪਾਉਣਾ ਪੈਂਦਾ ਹੈ, ਕਾफ़ੀ ਚੀਜ਼ਾਂ ਟੇਕ ਕੇਅਰ ਕਰਨੀਆਂ ਪੈਂਦੀਆਂ, ਕਿਉਂਕਿ ਬੱਚਿਆਂ ਨੂੰ ਇੰਨੀ ਸਮਝ ਨਹੀਂ ਹੁੰਦੀ। ਜੀ ਜੀ ਸੋ ਅਗਲੀ ਮੁੱਦਾ ਤੇ ਫਿਰ ਅਗਲਾ ਸਵਾਲ ਇਹ ਬਣਦਾ ਵੀ ਇੰਨੇ ਲੋਕ ਅਚਾਨਕ ਸਦਰਨ ਬਾਰਡਰ ਦੇ ਉੱਤੇ ਟਰੈਕ ਕਰ ਰਹੇ ਆ, ਖਾਸ ਕਰਕੇ ਬੱਚੇ ਆ, ਕੀ ਕਾਰਨ ਆ ਵੀ ਇੰਨਾ ਜ਼ਿਆਦਾ ਆંકੜਾ ਇਕੱਲਾ ਸਿਰਫ ਅਮਨੈਸਟੀ ਦੀ ਗੱਲ ਕਰਕੇ ਹੀ ਇਹ ਹੈਗਾ ਹੈ, ਜਾਂ ਹੋਰ ਵੀ ਕਈ ਮੁੱਦੇ ਇਸ ਦੇ ਨਾਲ ਜੁੜੇ ਆ? ਜੀ ਬਿਲਕੁਲ, ਤੁਹਾਨੂੰ ਇੱਕ ਸਟੋਰੀ ਸੁਣਾਉਂਦੇ ਹਾਂ। ਜੀ ਉਹ 'ਚ ਤੁਹਾਨੂੰ ਸਾਰੀ ਇਨਫੋਰਮੇਸ਼ਨ ਪਤਾ ਲੱਗ ਜੂਗੀ ਕਿ ਕਿਉਂ ਆਉਂਦੇ ਹੈ ਨਾ, ਜਿਹੜਾ ਕਿਉਂ ਵਾਲਾ ਜੀ ਜਵਾਬ ਆ। ਨਿਊਯਾਰਕ ਟਾਈਮਸ ਨੇ ਕਵਰ ਕੀਤੀ ਸੀਗੀ, ਇੱਕ ਬੰਦਾ ਐਲਵਿਸ ਗਾਰਸੀਆ ਕਹੈਲਸ, ਇਹ ਜਿਹੜਾ 15 ਸਾਲ ਦਾ ਜਵਾਕ ਸੀਗਾ, ਇਹ 2000 ਇਹ ਹੋਂਡੂਰਸ ਤੋਂ ਹੰਗਰ ਅਤੇ ਵਾਇਲੈਂਸ ਐਸਕੇਪ ਕਰਦਾ ਹੋਇਆ ਟ੍ਰੇਨ ਦੀ ਛੱਤ ਦੇ ਉੱਤੇ, ਕਾਰਗੋ ਟ੍ਰੇਨ ਜਿਹੜੀ ਹੁੰਦੀ ਹੈ ਸਮਾਨ ਵਾਲੀ, ਉਹਦੀ ਛੱਤ ਦੇ ਉੱਤੇ ਬਹਿ ਕੇ ਲੁੱਕ ਕੇ 2000 ਮਾਈਲ ਦਾ ਸਫ਼ਰ ਤੈਅ ਕਰਕੇ ਅਮਰੀਕਾ ਨੂੰ ਆਇਆ। ਇਹਦਾ ਜਿਹੜਾ ਟ੍ਰਿਪ ਸੀਗਾ ਓਬਵੀਅਸਲੀ ਬਹੁਤ ਜ਼ਿਆਦਾ ਡੇਂਜਰ ਸੀਗਾ। ਤੁਸੀਂ ਦੇਖੋ ਕਿੰਨੇ ਜ਼ਿਆਦਾ ਗੈਂਗ, ਸਭ ਤੋਂ ਜ਼ਿਆਦਾ ਵਰਸਟ ਰਾਊਟ ਹੈਗਾ ਉਹ ਵਾਲਾ ਉੱਥੋਂ ਦੀ, ਜੇ ਦੇਖਿਆ ਜਾਵੇ ਤਾਂ, ਹੈ ਨਾ, ਜੀ ਕਿੰਨੇ ਸਮਗਲਰ, ਡਰੱਗ ਰਾਊਟਸ ਹੈ, ਕਿਡਨੈਪਿੰਗਸ, ਐਕਸਟੋਰਸ਼ਨਸ, ਹੈ ਨਾ। ਅਤੇ ਇਹ ਕਹਿੰਦਾ ਕਿ ਮੇਰੇ ਕੋਲ ਰੋਟੀ ਤੱਕ ਨਹੀਂ ਸੀ ਖਾਣ ਨੂੰ, ਮੈਂ ਉੱਤੋਂ ਦੀ ਟ੍ਰੇਨਾਂ ਤੋਂ ਜਿੱਦਾਂ ਸੀਗਾ, ਜਿੱਥੋਂ ਕਿਤੇ ਰੁਕਦੀ ਸੀਗੀ, ਮੈਂ ਲੋਕਾਂ ਨੂੰ ਜਿਹੜੇ ਆਸੇ ਪਾਸੇ ਹੁੰਦੇ ਸੀਗੇ ਉਹਨਾਂ ਨੂੰ ਮੰਗਦਾ ਸੀਗਾ, ਜੋ ਵੀ ਬ੍ਰੈਡ ਵਗੈਰਾ ਮੈਨੂੰ ਮਿਲਦੀ ਸੀ। ਕਈ ਕਈ ਦਿਨ ਮੈਂ ਭੁੱਖਾ ਹੀ ਰਹਿੰਦਾ ਸੀਗਾ ਟ੍ਰੇਨ 'ਤੇ। 15 ਸਾਲ ਦਾ ਬੱਚਾ ਸਾਰਾ ਕੁਝ ਛੱਡ ਛਡਾ ਕੇ ਘਰ ਘੂਰ ਆਪਣਾ, ਅਤੇ ਉਹਦੇ ਤੁਸੀਂ ਜੇ ਸ਼ੂਜ਼ 'ਚ ਸਟੈਪ ਕਰਕੇ ਦੇਖੋ ਕਿੱਦਾਂ ਦੀ ਹੋਣੀ, ਵਿੱਚੇ ਬਰਫ਼ਾਂ ਪੈ ਰਹੀਆਂ, ਵਿੱਚੇ ਧੁੱਪਾਂ ਆ ਰਹੀਆਂ,
ਤੇ ਕੱਪੜੇ-ਕੁੱਪੜੇ ਵੀ ਇੱਕ ਉਹ ਨਹੀਂ ਸੀਗੇ, ਕਹਿੰਦਾ ਬੈਠ ਕੇ ਟ੍ਰੇਨ ਦੇ ਉੱਤੇ ਬਹਿ ਕੇ ਆਇਆ ਇਹ। ਜੀ, ਤੇ ਕਹਿੰਦਾ ਮੇਰੇ ਕੋਲ ਕਹਿੰਦਾ ਪਿੱਛੇ ਆਪਸ਼ਨ ਨਹੀਂ ਸੀਗੀ, ਫਾਦਰ ਮੇਰਾ ਐਲਕੋਹੋਲਿਕ ਸੀਗਾ। ਇੱਕ ਵੀ ਦਿਨ ਕਹਿੰਦਾ ਮੇਰੀ ਜ਼ਿੰਦਗੀ 'ਚ ਸੀਗਾ ਨਹੀਂ ਜਿੱਦਾਂ ਛੱਡ ਗਿਆ ਸੀਗਾ ਮਾਂ ਨੂੰ ਇਹਦੀ ਨੂੰ। 5 ਭਰਾ-ਭੈਣ ਸੀਗੇ। ਮਾਂ ਇਹਦੀ ਜਿਹੜੀ ਯੂਐਸ ਦੇ ਹਿਸਾਬ ਨਾਲ $5 ਦਿਨ ਦੇ ਕਮਾਉਂਦੀ ਸੀ, ਉਹਦੇ ਕਰਕੇ ਇਹਨਾਂ ਨੂੰ 5 ਮੁੰਡਿਆਂ ਨੂੰ ਪਾਲਣਾ ਪੈ ਰਿਹਾ ਸੀਗਾ। ਘਰ ਚਲਾਉਣਾ ਬਹੁਤ ਔਖਾ ਸੀਗਾ। ਤੇ ਇਹ ਕਹਿੰਦਾ ਜਦੋਂ ਤੋਂ ਮੈਂ ਛੋਟਾ ਸੀਗਾ ਕਹਿੰਦਾ ਆਪਾਂ ਸੁਣਿਆ ਹੁੰਦਾ ਸੀਗਾ, ਐਡੇ ਹੁਣ ਗਰੀਬ ਮੁਲਕਾਂ ਦੇ ਵਿੱਚ ਵੀ ਇੱਦਾਂ ਦੇ ਕੋਨਿਆਂ 'ਚ ਵੀ ਕਿ ਇੱਕ ਮੁਲਕ ਹੈਗਾ ਅਮਰੀਕਾ, ਜਿੱਥੇ ਤੁਸੀਂ ਜੇ ਜਾਓਗੇ ਤੁਹਾਨੂੰ ਰੋਟੀ-ਪਾਣੀ ਘੱਟੋ-ਘੱਟ ਖਾਣ ਨੂੰ ਮਿਲੂਗੀ, ਛੱਤ ਹੋਊਗੀ ਹੂੰ, ਘੱਟੋ-ਘੱਟ ਤੁਹਾਡੇ ਸਿਰ ਤੇ, ਹੈ ਨਾ? ਇਹਨਾਂ ਦਾ ਸੁਪਨਾ ਇਹੀ ਹੁੰਦਾ, ਇਹਨੂੰ ਇਹ ਅਮੈਰੀਕਨ ਡਰੀਮ ਕਹਿੰਦੇ ਨੇ। ਕਹਿੰਦਾ ਕਿ ਜਦੋਂ ਮੈਂ ਬੱਚਾ ਸੀਗਾ ਉਦੋਂ ਤੋਂ ਮੈਨੂੰ ਅਮੈਰੀਕਨ ਡਰੀਮ ਬਾਰੇ ਮੈਂ ਸੁਣਿਆ ਸੀਗਾ ਕਿ ਮੈਂ ਇੱਕ ਦਿਨ ਜਦੋਂ ਵੱਡਾ ਹੋਊਂਗਾ ਮੈਂ ਜਾਊਂਗਾ। ਇਹਦਾ ਵੱਡਾ ਹੋਣ ਦਾ ਮਤਲਬ ਸੀਗਾ ਜਦੋਂ ਇਹ 15 ਸਾਲ ਦਾ ਹੋਊਗਾ, ਟ੍ਰੇਨ ਦੇ ਉੱਤੇ ਚੜ੍ਹਨ ਜੋਗਾ ਹੋਊਗਾ, ਭੁੱਖਾ ਰਹਿ ਸਕੂਗਾ ਮਹੀਨੇ, ਉਦੋਂ ਇਹ ਅਮਰੀਕਾ ਜਾਊਗਾ। ਤੇ ਫਿਰ ਇੱਦਾਂ ਹੀ ਇਹ ਬਾਕੀ ਸਾਰੇ ਜਿੱਦਾਂ ਅਨਅਕੰਪਨੀਡ ਮਾਈਨਰ ਆਉਂਦੇ ਨੇ, ਹੁਣ ਜਿੱਥੇ ਵਾਇਲੈਂਸ ਇੰਨੀ ਆ, ਮਰਡਰ ਰੇਟ ਇੰਨਾ ਜ਼ਿਆਦਾ ਹੈਗਾ, ਭੁੱਖਮਰੀ ਆ। 2 ਹੁਣ ਉੱਥੇ ਹਰੀਕੇਨਸ ਆ ਗਏ ਜਿਨ੍ਹਾਂ ਨੇ ਸਾਰਾ ਇਨਫਰਾਸਟਰਕਚਰ ਉਹਨਾਂ ਦਾ ਤੋੜਤਾ। ਇਸ ਤੋਂ ਬਾਅਦ ਜਿਹੜੀ ਕੋਵਿਡ ਸੀਗੀ ਉਹਨੇ ਜਿਹੜੀ ਰਹਿੰਦੀ-ਖੂੰਹਦੀ ਕਸਰ ਸੀਗੀ ਉਹ ਪੂਰੀ ਕਰਤੀ ਕਿ ਇਕੋਨਮੀ ਇਹਨਾਂ ਦੀ ਬਿਲਕੁਲ ਸ਼ਟਰ ਹੋ ਗਈ। ਟੂਰਿਜ਼ਮ ਵਗੈਰਾ ਵੀ ਜਿਹੜਾ ਸੀਗਾ ਸਾਰਾ ਬੰਦ ਹੋ ਗਿਆ, ਜਿਹੜੇ ਥੱਲੇ ਜਿਹੜੇ ਦੇਸ਼ ਸੀਗੇ ਲੋਕੀ ਜਾਂਦੇ ਸੀਗੇ, ਟੂਰਿਜ਼ਮ ਵਗੈਰਾ ਵੀ ਬੰਦ ਹੋ ਗਿਆ, ਕੁਛ ਉੱਥੇ ਬਚਿਆ ਨਹੀਂ ਤੇ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਰਹੀ। ਕਹਿੰਦਾ ਹੁਣ ਭੁੱਖੇ ਤਾਂ ਉੱਥੇ ਵੀ ਰਹਿਣਾ, ਮਰਨਾ ਤਾਂ ਉੱਥੇ ਹੀ ਹੈ ਤੇ ਇਸ ਲਈ ਚਲੋ। ਇਹਦੇ ਨਾਲ-ਨਾਲ ਹੁਣ ਪਹਿਲਾ ਕਾਰਨ ਤਾਂ ਸਭ ਤੋਂ ਵੱਡਾ ਕਾਰਨ ਇਹ ਹੈਗਾ ਕਿ ਕਿਉਂਕਿ ਲੋਕਾਂ ਦੀ ਜਿਹੜੀ ਰੀਅਲ ਸਿਚੁਏਸ਼ਨ ਹੈ ਉਹ ਇਹ ਹੈ। ਦੂਜਾ ਕਾਰਨ ਜੀ, ਇਹ ਹੋ ਗਿਆ ਕਿ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਹੈ, ਉਹਨੇ ਥੋੜ੍ਹੇ ਜਿਹੇ ਬਿਆਨ ਦਿੱਤੇ ਕਿ ਆਪਾਂ ਪੱਕਾ ਕਰ ਦੇਣਾ ਹੈ। ਬੱਚਿਆਂ ਦੇ ਬਾਰੇ ਉਹਨਾਂ ਨੇ ਰੂਲ ਬਾਰੇ ਦੱਸਿਆ, ਆਪਾਂ ਵੀ ਜਿੱਦਾਂ ਰੇਡੀਓ 'ਚ ਦੱਸਿਆ। ਜੀ, ਉੱਤੋਂ ਦੀ ਜਿਹੜੇ ਰਹਿੰਦੀ-ਖੂੰਹਦੀ ਕਸਰ ਸੀਗੀ ਉਹ ਇਮੀਗ੍ਰੇਸ਼ਨ ਲਾਇਰਸ ਤੇ ਜਿਹੜੇ ਏਜੰਟ ਹੁੰਦੇ ਨੇ ਉਹਨਾਂ ਨੇ ਬਹੁਤ ਜ਼ਿਆਦਾ ਵਧਾ ਚੜ੍ਹਾ ਕੇ ਉੱਥੇ ਕਹਿ ਦਿੱਤਾ ਕਿ ਹੁਣ ਪੱਕੇ ਕਰ ਦੇਣੇ ਸਾਰੇ ਜਵਾਕ ਆ ਜਾਓ। ਤੇ ਬੰਦਾ ਕਹਿੰਦਾ ਚੱਲ 1 ਮਹੀਨਾ ਭੁੱਖਾ ਰਹਿ ਲਾਂਗੇ, ਚੱਲ ਜਾਂਗੇ। ਤੇ ਇਹਦੇ ਨਾਲ-ਨਾਲ ਜਿਹੜੇ ਪੁਰਾਣੇ ਲਾਅ ਜੀ, ਸੀਗੇ ਜਿਹੜੇ ਜਿੱਦਾਂ ਅਸਾਈਲਮ ਨੂੰ ਰੋਕਣਾ ਸਾਰਾ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਉਹ ਵੀ ਰਿਵਰਸ ਕਰਤੇ ਤੇ ਇਹਨਾਂ ਨੂੰ ਲੱਗਿਆ ਕਿ ਹੁਣ ਬਾਰਡਰ ਖੁੱਲ੍ਹ ਗਿਆ ਤੇ ਹੁਣ ਚੱਲੋ ਉੱਥੇ। ਪਰ ਜਿਹੜੀ ਇਹਦੇ ਵਿੱਚ ਰੀਅਲ ਸਿਚੁਏਸ਼ਨ ਹੈ, ਜਿਹੜੀ ਸਟੱਡੀਜ਼ ਇਹਨਾਂ ਨੇ ਕੀਤੀਆਂ, ਉਹ ਰੀਅਲ ਸਿਚੁਏਸ਼ਨ ਇਹਨਾਂ ਦੀ ਇਹ ਹੈ ਕਿ ਸੈਂਟਰਲ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ। ਸਾਡੇ ਇੰਡੀਆ 'ਚ ਆਪਾਂ ਕਹਿੰਦੇ ਹਾਂ ਕਿ ਲੋਕੀ ਉੱਥੋਂ ਦੀ ਆਉਂਦੇ ਨੇ, ਉੱਥੇ ਇੰਡੀਆ ਨਾਲੋਂ ਵੀ ਜ਼ਿਆਦਾ ਮਾੜੇ ਹਾਲਾਤ ਨੇ ਇਹਨਾਂ ਦੇਸ਼ਾਂ ਦੇ ਵਿੱਚ। ਸੋ ਜਿਹੜੀ ਹੁਣ ਪ੍ਰੋਬਲਮ ਬੜੀ ਜ਼ਿਆਦਾ ਬਣ ਗਈ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਲਈ। ਇਹ ਲੋਕਾਂ ਨੇ ਤਾਂ ਆਉਣਾ ਹੀ ਆਉਣਾ, ਜਿਹੜਾ ਬੰਦਾ ਮਰ ਰਿਹਾ ਭੁੱਖਾ ਉੱਥੇ ਵਾਇਲੈਂਸ ਦੇ ਨਾਲ, ਉਹਨੂੰ ਫ਼ਰਕ ਨਹੀਂ ਪੈਂਦਾ ਕਿ ਅਸਾਈਲਮ ਲਾਅ ਕਿੱਦਾਂ ਲਿਖਿਆ ਵਾ, ਹੂੰ, ਸਟੇ ਹੂੰ, ਇਨ ਮੈਕਸੀਕੋ ਪ੍ਰੋਗਰਾਮ ਕੀ ਹੈਗਾ, ਉਹਨੇ ਆਪਣੀ ਜਾਨ ਬਚਾ ਕੇ ਆਉਣਾ ਹੀ ਆਉਣਾ ਵਾ। ਉਹਨਾਂ ਦੀ ਇੰਨੀ ਕੀ ਸਮਝ ਹੈਗੀ ਆ, ਉਹਨਾਂ ਕੋਲ ਯੂਟਿਊਬ ਜਾਂ ਪੰਜਾਬੀ ਰੇਡੀਓ ਉੱਥੇ ਤੱਕ ਨਹੀਂ ਸੁਣ ਸਕਦਾ ਹਰੇਕ ਬੰਦਾ, ਹੈ ਨਾ? ਜਿੰਨੀ ਉਹਨਾਂ ਦੀ ਨੌਲੇਜ ਆ, ਉਹਨਾਂ ਦੀ ਨੌਲੇਜ ਦੇ ਹਿਸਾਬ ਨਾਲ ਉਹਨਾਂ ਨੂੰ ਇਹ ਲੱਗਦਾ ਕਿ ਇਹ ਬੜਾ ਵਧੀਆ ਮੁਲਕ ਆ, ਬੜਾ ਵਧੀਆ ਇਹਨਾਂ ਦਾ ਪ੍ਰੈਜ਼ੀਡੈਂਟ ਆ ਗਿਆ ਜਿਹੜਾ ਕਿ ਲੋਕਾਂ ਦੀ ਮਦਦ ਕਰ ਰਿਹਾ, ਸਪੈਸ਼ਲੀ ਬੱਚਿਆਂ ਦੀ। ਤੇ ਹੁਣ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਹੈ, ਆਪਾਂ ਪਹਿਲਾਂ ਹੀ ਦੱਸਿਆ ਸੀਗਾ ਕਿ ਇਹਨੇ ਪ੍ਰੋਬਲਮ ਨੂੰ ਸਮਝਿਆ। ਇਹ ਕਹਿੰਦੇ ਕਿ ਉੱਥੇ ਐਕਚੁਅਲੀ ਨਾ ਇਨਫਰਾਸਟਰਕਚਰ ਬਹੁਤ ਜ਼ਿਆਦਾ ਵੀਕ ਆ। ਕਈ ਲੋਕੀ ਆ ਸ਼ਾਇਦ ਉਹਨਾਂ ਨੂੰ ਇੱਥੇ ਨਾ ਆਉਣਾ ਪਵੇ ਜੇ ਆਪਾਂ ਉੱਥੇ ਇੱਦਾਂ ਦੇ ਪ੍ਰੋਗਰਾਮ ਬਣਾ ਦਈਏ ਕਿ ਜਿੱਥੇ ਉਹਨਾਂ ਨੂੰ ਉੱਥੇ ਜੋਬਸ ਵਗੈਰਾ ਸਾਰਾ ਕੁਛ ਮਿਲ ਸਕਣ। ਤੇ ਕਾਫੀ ਜ਼ਿਆਦਾ ਬਿਲੀਅਨਸ ਆਫ ਡਾਲਰਸ ਦੇ ਕਹਿੰਦੇ ਉੱਥੇ ਇਨਫਰਾਸਟਰਕਚਰ ਦੇ ਵਿੱਚ ਇਨਵੈਸਟ ਕਰਨੇ ਆ, ਜਿਹੜੇ ਕਿ ਸਾਨੂੰ ਮੇਬੀ ਹੁਣ ਯੂਐਸ ਨੂੰ ਪੇ ਆਊਟ ਨਹੀਂ ਉਹ ਕਰੂਗੇ, ਪਰ ਲੌਂਗ ਰਨ ਦੇ ਵਿੱਚ ਯੂਐਸ ਨੂੰ ਉਹ ਜਿੰਨੇ ਉਹ ਲਾਓਗੇ ਉਹ ਤੋਂ ਜ਼ਿਆਦਾ ਫਾਇਦਾ ਕਰੂਗੇ ਜੇ ਉੱਥੇ ਉਹ ਇਹ ਸਪੋਰਟ ਕਰ ਦਿੰਦੇ ਆ। ਹੁਣ ਜਿਹੜੇ ਵਾਈਟ ਹਾਊਸ ਸੀਗਾ ਉਹਨਾਂ ਨੇ ਇਹ ਵੀ ਰეკਮੈਂਡ ਕੀਤਾ ਕਿ ਤੁਸੀਂ ਆਪਣੇ ਜਿਹੜੇ ਬਾਰਡਰ 'ਤੇ ਹੀ ਹੈ ਉੱਥੇ ਤੁਸੀਂ ਆਪਣੀ ਇੱਦਾਂ ਦੀਆਂ ਕੈਪੈਸਿਟੀਜ਼ ਐਕਸਪੈਂਡ ਕਰੋ ਕਿ ਬੱਚਿਆਂ ਨੂੰ ਇੱਥੇ ਗੈਰ ਕਾਨੂੰਨੀ ਤਰੀਕੇ ਨਾਲ ਨਾ ਆਉਣਾ ਪਵੇ। ਤੁਸੀਂ ਇੱਦਾਂ ਦੇ ਵਰਕ ਵੀਜ਼ਾ ਵਗੈਰਾ ਚਲਾਓ, ਕਿਉਂਕਿ ਕਈ ਲੋਕੀ ਆ ਉਹਨਾਂ ਨੇ ਆ ਕੇ ਕਰਨਾ ਤਾਂ ਇੱਥੇ ਕੰਮ ਹੀ ਹੈ। ਹੁਣ ਤੁਸੀਂ ਕੱਚੇ ਆਓਗੇ, ਕੰਮ ਕਰੋਗੇ, ਤੁਹਾਨੂੰ ਜਿਹੜੇ ਸਟੋਰਾਂ ਵਾਲੇ ਆ, ਰੈਸਟੋਰੈਂਟਾਂ ਵਾਲੇ ਐਕਸਪਲੋਇਟ ਕਰੋਗੇ। ਉਹ ਕਹਿੰਦੇ ਇਸ ਤੋਂ ਚੰਗਾ ਤੁਸੀਂ ਇਹਨਾਂ ਨੂੰ ਵੀਜ਼ਾ ਹੀ ਦੇ ਦਿਓ ਤਾਂ ਕਿ ਇੱਥੇ ਆ ਜਾਣ, ਨਾਲੇ ਟੈਕਸ ਦੇਣ, ਆਰਾਮ ਨਾਲ ਕੰਮ ਕਰਨ, ਨਾਲੇ ਸਾਨੂੰ ਪਤਾ ਹੋਵੇ ਕਿ ਕੌਣ-ਕੌਣ ਆਉਂਦਾ ਹੈ, ਕਿੰਨੀ ਮਾਤਰਾ ਦੇ ਵਿੱਚ ਆਉਂਦਾ ਹੈ। ਤੇ ਜਿਹੜੇ ਬੰਦੇ ਦੀ ਤੁਹਾਨੂੰ ਕਹਾਣੀ ਦੱਸੀ ਸੀਗੀ ਗਾਰਸੀਆ ਦੀ, ਉਹ ਇਸ ਵੇਲੇ ਯੂਐਸ ਸਿਟੀਜ਼ਨ ਬਣ ਚੁੱਕਾ। ਹੂੰ, ਉਹਦਾ ਸੁਪਨਾ ਪੂਰਾ ਹੋ ਗਿਆ, ਵੱਡਾ ਹੋ ਗਿਆ ਉਹ। ਉਹਨੇ ਸਿਟੀਜ਼ਨ ਬਣ ਕੇ ਆਪਣੇ ਜਿਹੜੇ ਪੇਰੈਂਟਸ ਸੀਗੇ ਉਹਨੂੰ ਵੀ ਪਟੀਸ਼ਨ ਕਰਕੇ ਬੁਲਾ ਲਿਆ। ਸਾਰੇ ਜਾਣੇ ਯੂਐਸ ਦੇ ਵਿੱਚ ਹੈ, ਬੜੇ ਵਧੀਆ ਤਰੀਕੇ ਨਾਲ ਰਹਿ ਰਹੇ ਨੇ। ਹੁਣ ਇਸ ਵੇਲੇ ਉਹਦੀ ਉਮਰ 31 ਸਾਲ ਹੈਗੀ ਆ ਤੇ ਉਹ ਕਹਿੰਦਾ ਹੈਗਾ ਕਿ ਉਹਦਾ ਅਮਰੀਕਨ ਡਰੀਮ ਸੱਚ ਹੋ ਗਿਆ। ਜੀ, ਜੀ, ਬਿਲਕੁਲ। ਸੋ ਇਹ ਵੀ ਹੈਗੀ ਆ ਨਾ ਗੱਲ ਅਟਾਰਨੀ ਟਿਡਕਿਆਣਾ ਜੀ। ਅਮਰੀਕਾ ਵਾਲੇ ਤਾਂ ਪਿਛਲੇ ਕਈ ਦਹਾਕਿਆਂ ਤੋਂ ਇਹਨਾਂ ਕੰਟਰੀਆਂ ਦੇ ਵਿੱਚ ਬਿਲੀਅਨਸ ਆਫ ਡਾਲਰ ਪੋਰ ਕਰ ਰਹੇ ਆ, ਪਰ ਨਿਹਾਇਤ ਹੀ ਕਰਪਟ ਉੱਥੋਂ ਦੀਆਂ ਜਿਹੜੀਆਂ ਵਜ਼ੀਰੀਆਂ ਵਾਲੇ ਹੈਗੇ ਆ, ਗੌਰਮੈਂਟਸ ਜਿਹੜੀਆਂ ਹੈਗੀਆਂ ਆ, ਉਹ ਅਸਲ ਤੱਕ ਜਿਹੜੀ ਜੜ੍ਹ ਨੂੰ ਉਹ ਵੀ ਨਹੀਂ ਪੱਟਣਾ ਚਾਹੁੰਦੇ। ਉਹ ਵੀ ਅਮਰੀਕਾ ਨੂੰ ਇੱਕ ਹਿਸਾਬ ਦੇ ਨਾਲ ਮਿਲਕ ਜਿਹੜਾ ਆ ਉਹ ਕਰੀ ਜਾਂਦੇ ਆ। ਅਤੇ ਅਮਰੀਕਾ ਵੀ ਦੁਬਿਧਾ ਦੇ ਵਿੱਚ ਇਸੇ ਕਰਕੇ ਜਿਹੜਾ ਫਸਿਆ ਰਹਿੰਦਾ ਵੀ ਭਾਈ ਹੁਣ ਕਰੀਏ ਤਾਂ ਕਰੀਏ ਕੀ, ਬੰਦੇ ਇੱਥੇ ਆਉਣ ਦਈਏ ਜਾਂ ਉੱਥੇ ਜਿਹੜੇ ਡਾਲਰ ਸਪੈਂਡ ਕਰੀਏ। ਜਦੋਂ ਉੱਧਰ ਸਪੈਂਡ ਕਰਦੇ ਆ ਅੰਦਰ ਰੌਲਾ ਪੈਂਦਾ ਆ,
ਵੀ ਭਾਈ ਤੁਸੀਂ ਬਾਹਰਲੇ ਮੁਲਕਾਂ ਨੂੰ ਕਿਉਂ ਫੋਰਨ ਏਡ ਜਿਹੜੀ ਇੰਨੀ ਜ਼ਿਆਦਾ ਘੱਲੀ ਜਾਂਦੇ ਆ, ਅਤੇ ਜੇ ਬੰਦਿਆਂ ਨੂੰ ਆਉਣ ਦਿੰਦੇ ਆ ਫਿਰ ਵੀ ਰੌਲਾ ਪੈ ਜਾਂਦਾ। ਸੋ ਦੋ ਧਾਰੀ ਤਲਵਾਰ ਅਮਰੀਕਾ ਦੇ ਲਈ ਜਿਹੜੀ ਇਮੀਗ੍ਰੇਸ਼ਨ ਦਾ ਮਸਲਾ ਆ ਉਹ ਬਣਿਆ ਪਿਆ ਹੈਗਾ। ਸੋ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕੀ ਬਣਨਾ। ਜਿੰਨੀ ਦੇਰ ਤੱਕ ਉੱਥੇ ਅਸਲ 'ਚ ਇਹਨਾਂ ਮੁਲਕਾਂ ਦੇ ਹਾਲਾਤ ਅਸਲ 'ਚ ਨਹੀਂ ਸੁਧਰਦੇ, ਉਨੀ ਦੇਰ ਤੱਕ ਇਹ ਤਾਂਤਾ ਤਾਂ ਜਿਹੜਾ ਲੱਗਾ ਹੀ ਰਹਿਣਾ। ਹੁਣ ਤੁਸੀਂ ਆਪਣੀ ਕਮਿਊਨਿਟੀ ਵਾਲੇ ਪਾਸੇ ਜੇ ਨਜ਼ਰ ਮਾਰ ਲਈਏ, ਜੇ ਉੱਥੇ ਹਾਲਾਤ ਥੋੜ੍ਹੇ ਸੁਖਾਲੇ ਹੋਣ ਤਾਂ ਸ਼ਾਇਦ ਜ਼ਿਆਦਾ ਲੋਕ ਇੱਧਰ ਨਾ ਆਉਣ, ਪਰ ਆਪਾਂ ਨੂੰ ਪਤਾ ਨਾ ਉੱਥੇ ਨੌਕਰੀ ਅਤੇ ਨਾ ਉੱਥੇ ਕੁਛ, ਅਤੇ ਸਾਰੇ ਜਾਣੇ ਇੱਧਰ ਨੂੰ ਆਉਣਾ ਚਾਹੁੰਦੇ ਨੇ, ਚਾਹੇ ਅਮਰੀਕਾ ਹੈ ਅਤੇ ਚਾਹੇ ਕੈਨੇਡਾ ਹੈ ਅਤੇ ਚਾਹੇ ਹੋਰ ਮੁਲਕ ਆ। ਸੋ ਇੱਦਾਂ ਦੇ ਹੀ ਹਾਲਾਤ ਦੂਜੇ ਮੁਲਕਾਂ ਦੇ ਵੀ ਜਿਹੜੇ ਉਹ ਬਣੇ ਪਏ ਹੈਗੇ ਆ। ਸੋ ਹੋਪਫੁਲੀ ਕੁਛ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਚੇਂਜ ਹੋ ਸਕੇ ਜੀ। ਇਹ ਤਾਂ ਹੁਣ ਜਿਹੜਾ ਪ੍ਰੋਬਲਮ ਇਹ ਹੈ ਕਿ ਪੈਸਾ ਤਾਂ ਚਲੋ ਪੋਰ ਹੋ ਰਿਹਾ ਹੈ ਨਾ, ਪੈਸਾ ਜੀ ਹਰੇਕ ਚੀਜ਼ ਸੋਲਵ ਨਹੀਂ ਕਰ ਸਕਦਾ, ਕਿਉਂਕਿ ਐਂਡ ਆਫ ਦਾ ਡੇ ਕੀ ਇਹ ਹੈਗਾ ਕਿ ਜਿਹੜੇ ਲੀਡਰ ਹੀ ਉੱਥੇ ਨੇ, ਸਾਊਥ ਅਮਰੀਕਾ 'ਚ ਨੇ ਜਾਂ ਭਾਵੇਂ ਇੰਡੀਆ 'ਚ ਨੇ, ਕਿਤੇ ਵੀ ਨੇ, ਲੀਡਰ ਹੀ ਕੋਈ ਇੱਦਾਂ ਦਾ ਜਿਹੜਾ ਆਊਗਾ ਜਿਹੜਾ ਸੈਲਫਲੈਸ ਹੋ ਕੇ, ਇਹ ਨਹੀਂ ਕਿ ਹੁਣ ਮੋਦੀ ਵਰਗਾ ਬ੍ਰਹਮਚਾਰੀ ਆ ਗਿਆ ਜਿਹਨੇ ਕਹਿਣਾ ਕਿ ਮੈਨੂੰ ਤਾਂ ਪੈਸੇ ਦੀ ਲੋੜ ਨਹੀਂ, ਪਰ ਤੁਹਾਨੂੰ ਮੈਂ ਕਿਹਾ ਵਾਕਈ ਹੀ ਲੋਕਾਂ ਦੀ ਮਦਦ ਕਰਨੀ ਪੈਣੀ ਹੈ। ਤੁਹਾਨੂੰ ਵਾਕਈ ਹੀ ਇਹ ਸਾਰੇ ਜਿਹੜੀ ਪੁਰਾਣੀ ਗੰਦੀ ਜਿਹੜੀ ਪੋਲੀਟਿਕਸ ਹੈਗੀ, ਪੈਸੇ ਦਾ ਲਾਲਚ ਹੈਗਾ, ਉਹ ਸਾਰਿਆਂ ਤੋਂ ਉੱਤੇ ਉੱਠ ਕੇ ਜੇ ਇੱਕ ਵੀ ਵਧੀਆ ਬੰਦਾ ਆਵੇ, ਉਹ ਸਾਰੀ ਪ੍ਰੋਬਲਮ ਵਰਲਡ ਕ੍ਰਾਈਸਿਸ ਸੋਲਵ ਕਰ ਸਕਦਾ ਹੈਗਾ। ਸਾਡੇ ਕੋਲ ਬੜੇ ਜ਼ਿਆਦਾ ਰਿਸੋਰਸਿਸ ਨੇ, ਜਿਹੜੀਆਂ ਬਾਹਰਲੀਆਂ ਸਰਕਾਰਾਂ ਇਹ ਵੀ ਪੈਸੇ ਦੇਣਾ ਚਾਹੁੰਦੀਆਂ ਹੈਗੀਆਂ, ਲੋਕ ਵੀ ਮਦਦ ਕਰਨਾ ਚਾਹੁੰਦੇ ਨੇ, ਪਰ ਪ੍ਰੋਬਲਮ ਸਾਰੀ ਲੀਡਰਸ਼ਿਪ 'ਤੇ ਆ ਜਾਂਦੀ ਹੈ। ਜੇ ਲੀਡਰਸ਼ਿਪ ਵਧੀਆ ਹੋਵੇ ਤਾਂ ਫਿਰ ਲੋਕ ਵੀ ਥੱਲੇ ਤਰੱਕੀ ਕਰ ਸਕਦੇ ਆ, ਪਰ ਲੀਡਰਸ਼ਿਪ ਵੀ ਉਦੋਂ ਹੀ ਵਧੀਆ ਹੁੰਦੀ ਹੈ ਜਦੋਂ ਲੋਕ ਅਵੇਅਰ ਹੁੰਦੇ ਨੇ, ਉਹ ਸਹੀ ਬੰਦੇ ਨੂੰ ਵੋਟ ਕਰਦੇ ਨੇ, ਫਾਲਤੂ ਦੇ ਮਸਲਿਆਂ 'ਚ ਇੱਕ ਦੂਜੇ ਦੀ ਲੱਤ ਖਿੱਚਣ ਦੇ ਵਿੱਚ ਨਹੀਂ ਪੈਂਦੇ। ਹੁਣ ਆਪਾਂ ਵੀ ਪ੍ਰੋਟੈਸਟ ਦੇ ਵਿੱਚ ਦੇਖ ਰਹੇ ਹਾਂ ਕਿ ਆਪਣੇ ਆਪਸ 'ਚ ਇੱਕ ਦੂਜੇ ਨੂੰ ਭੰਡੀ ਜਾਂਦੇ ਨੇ, ਮੁੱਦਾ ਭੁੱਲ ਗਏ ਨੇ ਕਿ ਕੀ ਸੀਗਾ, ਕਿੱਦਾਂ ਸੀਗਾ, ਅਤੇ ਜਿਹੜੀ ਸਾਰੀ ਫਾਈਟ ਐਂਡ ਆਫ ਦਾ ਡੇ ਇਹਨਾਂ ਦੇ ਲਈ ਕੁਰਸੀ ਦੀ ਅਤੇ ਚੌਧਰ ਦੀ ਬਣ ਜਾਂਦੀ ਹੈ, ਹੈ ਨਾ। ਅਤੇ ਇਹ ਹੈ ਕਿ ਸਾਰਿਆਂ ਨੂੰ ਕੋਆਪਰੇਟਿਵ ਐਫਰਟ ਹੈ, ਮਤਲਬ ਹਰੇਕ ਆਪਣਾ, ਮੈਂ ਕਿਹਾ ਸਾਡੇ 'ਚ ਵੀ ਕੋਈ ਬਾਇਸ ਹੋ ਗਏ, ਮੇਰੇ ਦੇ ਵਿੱਚ ਵੀ ਐਜ਼ ਅ ਇਮੀਗ੍ਰੇਸ਼ਨ ਲਾਇਰ ਕੋਈ ਬਾਇਸ ਹੋ ਗਏ, ਲਿਸਨਰਸ ਵੀ ਆਪਾਂ ਕਈ ਵਾਰੀ ਦੇਖਦੇ ਹਾਂ, ਉਹ ਕਹਿੰਦੇ ਇਹਨਾਂ ਨੂੰ ਕਿਉਂ ਪੱਕਾ ਕਰਤਾ, ਸਾਡੇ ਫੈਮਿਲੀ ਵਾਲਿਆਂ ਨੂੰ ਕਿਉਂ ਨਹੀਂ ਪੱਕਾ ਕੀਤਾ, ਇਹ 2 ਨੰਬਰ 'ਚ ਆਉਂਦੇ ਨੇ, ਹੈ ਨਾ। ਅਤੇ ਮਤਲਬ ਇਹ ਹੈ ਕਿ ਤੁਹਾਨੂੰ ਸਾਰਿਆਂ ਨੂੰ ਕੋਆਪਰੇਸ਼ਨ ਨਾਲ ਇੱਕ ਦੂਜੇ ਦੀ ਸਪੋਰਟ ਕਰੋਗੇ ਤਾਂ ਹੀ ਦੁਨੀਆ ਬੈਟਰ ਬਣੂਗੀ। ਇੱਦਾਂ ਨਹੀਂ ਕਿ ਮੇਰਾ ਕੀ ਫਾਇਦਾ ਹੈਗਾ, ਮੇਰਾ ਕੰਮ ਹੋ ਜਾਵੇ, ਬਾਕੀਆਂ ਦਾ ਨਾ ਹੋਵੇ, ਹੈ ਨਾ, ਉਹ ਵਾਲੀ ਅਪਰੋਚ ਛੱਡਣੀ ਪੈਂਦੀ ਹੈ। ਜੀ ਜੀ, ਬਿਲਕੁਲ ਬਿਲਕੁਲ। ਸੋ ਇਹ ਜਿਹੜੀ ਸਥਿਤੀ ਜਿਹੜੀ ਬਣੀ ਆ, ਅਤੇ ਚਲੋ, ਅਤੇ ਤੁਸੀਂ ਸੈਨੇਟ ਦੀ ਗੱਲ ਕਰਦੇ ਸੀਗੇ ਵੀ ਕਿੰਨੀਆਂ ਇਲੈਕਸ਼ਨਾਂ ਇਸ ਵਾਰ ਆ। ਸੋ ਮੈਂ ਮਾੜਾ ਜਿਹਾ ਉੱਤੇ ਅਪਡੇਟ ਕਰ ਦੇਵਾਂ, ਇਸ ਵਾਰ 34 ਸੀਟਾਂ ਦੇ ਉੱਤੇ ਜਿਹੜੀ ਇਲੈਕਸ਼ਨ 2022 ਦੇ ਵਿੱਚ ਹੋਣੀ ਆ, 14 ਸੀਟਾਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਡੈਮੋਕ੍ਰੇਟ ਨੇ ਇਸ ਟਾਈਮ ਜਿੱਤੇ ਹੋਏ, ਅਤੇ 20 ਜਿਹੜੀਆਂ ਰਿਪਬਲਿਕਨ ਆ। ਸੋ ਕਾਫੀ ਕੜਾ ਮੁਕਾਬਲਾ ਦੇਖਣ ਨੂੰ ਮਿਲੇਗਾ। ਇੱਕ ਵੀ ਸੀਟ ਇੱਧਰ ਉੱਧਰ ਹੁੰਦੀ ਆ ਅਤੇ ਸੈਨੇਟ ਦਾ ਬੈਲੈਂਸ ਜਿਹੜਾ ਪੂਰੀ ਤਰ੍ਹਾਂ ਜਿਹੜਾ ਉਹ ਬਦਲ ਜਾਣਾ ਆ। ਸੋ ਇਹ ਕਾਫੀ ਦੋਨਾਂ ਹੀ ਪਾਰਟੀਆਂ ਦੇ ਲਈ ਵਕਾਰ ਦਾ ਜਿਹੜਾ ਇਸ ਟਾਈਮ ਮੁੱਦਾ ਆ ਉਹ ਬਣਿਆ ਰਹੂਗਾ। ਸੋ 2020 ਦੇ ਅਖੀਰ ਤੱਕ ਬਾਈਡਨ ਪ੍ਰਸ਼ਾਸਨ ਕੀ ਕਰਦਾ ਆ, ਕੌਣ ਜਿਹੜਾ ਇਹਨਾਂ ਦੀਆਂ ਕਾਰਵਾਈਆਂ ਨੂੰ ਆਪਣੇ ਹੱਕ ਦੇ ਵਿੱਚ ਜਾਂ ਉਹਨਾਂ ਦੇ ਅਗੇਂਸਟ ਜਿਹੜਾ ਵਰਤਨ ਦੇ ਵਿੱਚ ਕਾਮਯਾਬ ਹੋਊਗਾ, ਇਹ ਹੁਣ ਦੇਖਣ ਵਾਲਾ ਮੁੱਦਾ ਰਹੂਗਾ। ਅਤੇ ਅਟਾਰਨੀ ਟੇਕਿਆਣਾ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਸੋ ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਹੁਣ ਤੁਹਾਡੀਆਂ ਫਿਰ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ 408 272 5200 4082725200। ਅਤੇ ਕਾਲਸ ਲੈਣ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਜਾਵਾਂ, ਜਦੋਂ ਤੁਹਾਡੀਆਂ ਆਪਾਂ ਕਾਲਸ ਲੈਣੇ ਆ, ਇੱਕ ਹੀ ਸਵਾਲ ਜਿਹੜਾ ਪੁੱਛਣਾ, ਤਾਂ ਜੋ ਅਸੀਂ ਵੱਧ ਤੋਂ ਵੱਧ ਜਿਹੜੇ ਕਾਲਸ ਆ ਉਹ ਲੈ ਸਕੀਏ, ਅਤੇ ਜਲਦੀ ਆਪਣਾ ਜਿਹੜਾ ਉਹ ਸਵਾਲ ਪੁੱਛਣ ਦੀ ਜਿਹੜੀ ਆ ਤੁਸੀਂ ਕੋਸ਼ਿਸ਼ ਜਿਹੜੀ ਇਸ ਦੇ ਵਿੱਚ ਕਰਨੀ ਆ। ਅਤੇ ਲਓ ਲੈਂਦੇ ਹਾਂ ਇੱਥੇ ਇੱਕ ਬ੍ਰੇਕ ਤੋਂ ਬਾਅਦ ਫਿਰ ਮੁੜ ਵਾਪਸ ਹਾਜ਼ਰ ਹੁੰਦੇ ਹਾਂ। ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਅਪਡੇਟ ਅਮਰੀਕਾ US ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਗੱਲਬਾਤ ਅਟਾਰਨੀ ਟੇਕਿਆਣਾ ਹੁਣਾਂ ਦੇ ਨਾਲ ਇੱਦਾਂ ਹੀ ਚੱਲਦੀ ਰਹੇਗੀ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 13 ਮਾਰਚ ਦਾ ਇਹ ਪ੍ਰੋਗਰਾਮ ਚੱਲ ਰਿਹਾ ਸ਼ਨੀਚਰਵਾਰ ਦਾ, ਅਤੇ ਆਪਣੇ ਨਾਲ ਇਮੀਗ੍ਰੇਸ਼ਨ ਦੇ ਮਾਹਰ ਅਟਰਨੀ ਜੇ ਟੇਰਕੀਆਣਾ ਜੀ ਆਪਣੇ ਨਾਲ ਜੁੜੇ ਹੋਏ ਨੇ। ਟੇਰਕੀਆਣਾ ਜੀ, ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਸਰੋਤੇ ਹੁਣ ਆਪਾਂ ਤੁਹਾਡੀਆਂ ਕਾਲਸ ਜਿਹੜੀਆਂ ਉਹ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਕਾਲਸ ਲੈਣ ਤੋਂ ਪਹਿਲਾਂ ਮੈਂ ਇੱਕ ਵਾਰੀ ਫੇਰ ਬੇਨਤੀ ਕਰਦੇ ਜਾਵਾਂ, ਥੋੜ੍ਹੇ ਸਮੇਂ ਦੇ ਵਿੱਚ ਆਪਣੀ ਗੱਲ ਜਿਹੜੀ ਪੂਰੀ ਕਰਿਓ, ਅਤੇ ਇੱਕ ਹੀ ਸਵਾਲ ਜਿਹੜਾ ਆ ਉਹ ਤੁਸੀਂ ਕਰਿਓ, ਤਾਂ ਜੋ ਵੱਧ ਤੋਂ ਵੱਧ ਆਪਾਂ ਕਾਲਸ ਜਿਹੜੀਆਂ ਆ ਉਹ ਲੈ ਸਕੀਏ। ਨੋ ਡਾਊਟ ਬਹੁਤ ਸਾਰੇ ਲੋਕਾਂ ਦੇ ਜਿਹੜੇ ਸਵਾਲ ਹੁੰਦੇ ਆ, ਸੋ ਆਪਾਂ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਲੋਕਾਂ ਨੂੰ ਮੌਕਾ ਜਿਹੜਾ ਉਹ ਮਿਲੇ ਆਪਣਾ ਜਿਹੜਾ ਉਹ ਸਵਾਲ ਪੁੱਛਣ ਦੇ ਲਈ। ਸੋ ਕਾਲ ਕਰਨ ਦੇ ਲਈ ਨੰਬਰ 408 272 5200 ਦੇ ਉੱਤੇ ਜਿਹੜੀ ਕਾਲ ਕਰ ਸਕਦੇ ਹੋ। ਅਤੇ ਆਪਣੇ ਅੱਜ ਦੇ ਪਹਿਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਗੁਰਪ੍ਰੀਤ ਬਾਸੀ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ? ਹਾਂਜੀ, ਗੁਰਪ੍ਰੀਤ ਬਾਸੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ ਜੀ। ਭਾਜੀ ਹਾਂਜੀ, ਮੈਂ ਐਕਚੁਅਲੀ ਰੁਪਿੰਦਰ ਬੋਲਦੀ, ਗੁਰਪ੍ਰੀਤ ਬਾਸੀ ਦੀ ਵਾਈਫ। ਤੇ ਮੈਂ ਇਹ ਭਾਜੀ ਨੂੰ ਇਹ ਕੁਐਸਚਨ ਪੁੱਛਣਾ ਸੀਗਾ ਕਿ ਮੈਂ US ਸਿਟੀਜ਼ਨ ਆ, ਤੇ ਮੇਰੇ ਪੇਰੈਂਟਸ ਨੇ ਨਾ ਕਪਲ ਈਅਰਸ ਅਗੋ ਮਿਸ ਰਿਪਰੈਜ਼ੈਂਟ ਜਿੱਦਾਂ ਕੀਤਾ ਸੀਗਾ ਆਪਣੇ ਆਪ ਨੂੰ US ਐਮਬੈਸੀ ਇੰਡੀਆ 'ਚ, ਤੇ ਉਹਨਾਂ ਤੇ ਨਾ 61 ਦੀ ਜਿਹੜੀ ਲੈਟਰ ਉਹਨਾਂ ਨੂੰ ਦਿੱਤੀ ਹੈ US ਕਾਉਂਸਲਰ ਨੇ, ਤੇ ਉਹ ਐਲੀਜੀਬਲ ਹੈਗੇ ਆ ਵੇਵਰ ਲਈ ਕਿ ਨਹੀਂ ਮੇਰੇ ਪੇਰੈਂਟਸ? ਜਿਹੜੇ ਬੱਚੇ ਆ ਨਾ ਉਹ ਕੁਆਲੀਫਾਈਂਗ ਰਿਲੇਟਿਵ ਨਹੀਂ ਹੋ ਸਕਦੇ ਪੇਰੈਂਟਸ ਦੇ। ਤੁਸੀਂ ਜਿਹੜੀ ਲੈਟਰ ਹੈ ਆਪਣੀ ਤੁਹਾਨੂੰ ਜਿਹੜੀ ਦਿੱਤੀ ਹੈ ਮਿਸ ਰਿਪਰੈਜ਼ੈਂਟ, ਤੁਸੀਂ ਸਾਡੇ ਆਫਿਸ ਭੇਜੋ ਆਪਣੀ ਲੈਟਰ, ਤੇ ਆਪਾਂ ਦੇਖ ਕੇ ਦੱਸ ਦਿੰਦੇ ਹਾਂ। ਬਟ ਟੌਪ ਮਾਈ ਹੈਡ ਜਿੱਦਾਂ ਤੁਸੀਂ ਦੱਸ ਰਹੇ ਹੋ, ਦੇ ਆਰ ਨਾਟ ਐਲੀਜੀਬਲ। They are not eligible. Parents are not eligible, right? ਜੀ, ਟੌਪ ਆਫ ਦਾ ਮਾਈਂਡ ਕਹਿੰਦੇ ਦੇਖ ਕੇ ਜਿੰਨੀ ਦੇਰ ਤੱਕ ਉਹ ਪੂਰੀ ਤਰ੍ਹਾਂ ਦੇਖਣਗੇ ਨਹੀਂ, ਉਨੀ ਦੇਰ ਤੱਕ ਤੁਹਾਨੂੰ ਪੁਸ਼ਟੀ ਕਨਫਰਮ ਨਹੀਂ ਕਰ ਸਕਦੇ ਉਸ ਚੀਜ਼ ਨੂੰ। ਜੀ, ਕਿਉਂਕਿ ਨਾ ਤੁਹਾਨੂੰ ਜਿੰਨੇ ਵੇਵਰ ਹੁੰਦੇ ਨੇ ਮੈਨੂੰ ਦੇਖਣਾ ਪੈਣਾ ਕਿ ਕਿਹੜਾ ਵੇਵਰ ਉਹਨਾਂ ਨੇ ਮੰਗਿਆ। ਮੋਸਟਲੀ ਜਿਹੜੇ ਵੇਵਰ ਉਹਦੇ ਲਈ ਤੁਹਾਨੂੰ ਇੱਕ ਕੁਆਲੀਫਾਈਂਗ ਰਿਲੇਟਿਵ ਚਾਹੀਦਾ ਹੁੰਦਾ, ਤੇ ਜਿਹੜੇ ਬੱਚੇ ਆ ਜ਼ਿਆਦਾਤਰ ਵੇਵਰਸ ਦੇ ਲਈ ਕੁਆਲੀਫਾਈਂਗ ਰਿਲੇਟਿਵਸ ਨਹੀਂ ਹੁੰਦੇ, ਸਪਾਊਸ ਤੇ ਪੇਰੈਂਟਸ ਕੁਆਲੀਫਾਈਂਗ ਰਿਲੇਟਿਵਸ ਹੁੰਦੇ ਨੇ। ਸੋ ਤੁਸੀਂ ਉਹ ਸਾਡੇ ਆਫਿਸ ਭੇਜੋ, ਤੇ ਦੇਖ ਕੇ ਆਪਾਂ ਤੁਹਾਨੂੰ ਦੱਸ ਸਕਦੇ ਹਾਂ ਕਿ ਐਲੀਜੀਬਲ ਹੈ ਕਿ ਨਹੀਂ। ਜੀ, ਸੋ ਇਹਨਾਂ ਦੇ ਆਫਿਸ ਦੇ ਨਾਲ ਕੰਟੈਕਟ ਕਰਨ ਦੇ ਲਈ ਫੋਨ ਨੰਬਰ ਹੈ 4159090503 415 909 0503। ਅਗਲੇ ਕਾਲਰ ਰਾਜਵੰਤ ਕੌਰ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ? ਰਾਜਵੰਤ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਿਊ ਜਰਸੀ ਤੋਂ, ਤੇ ਮੈਂ ਆਪਣੀ ਬੇਟੀ ਬਾਰੇ ਕੁਐਸਚਨ ਕਰਨਾ ਸੀ ਜੀ। ਹਾਂਜੀ, ਤੇ ਉਹਨਾਂ ਨੇ ਨਾ ਲਾਈਕ ਉੱਥੇ ਸੀ, ਤੇ ਉਹਨੇ ਮੈਰਿਜ ਕੀਤੀ ਸੀ ਇੰਡੀਆ 'ਚ, ਤੇ 3 ਸਾਲ ਪਹਿਲਾਂ ਹੋ ਗਈ ਸੀ, ਤਾਂ ਮੈਰਿਜ ਤੋੜ ਨਹੀਂ ਚੜੀ, ਤਾਂ ਅਸੀਂ ਡਾਈਵੋਰਸ ਅਪਲਾਈ ਕਰਤਾ ਸੀ ਦਿੱਲੀ ਤੋਂ। ਪਰ ਉਹ ਦਿੱਲੀ ਦੀ 2 ਤਾਰੀਖ ਸੀ ਕਿ ਉੱਥੇ ਉਹਨੇ ਆਇਆ ਨਹੀਂ ਗਾ, ਲਾਈਕ ਮੁੰਡਾ ਨਹੀਂ ਆਇਆ, ਉੱਥੇ ਪਹੁੰਚਿਆ ਨਹੀਂ, ਤੇ ਉਹਦਾ ਲਾਈਕ ਪੈਂਡਿੰਗ ਪੈ ਗਿਆ ਡਾਈਵੋਰਸ। ਤੇ ਹੁਣ ਜਦੋਂ ਦੁਬਾਰਾ ਲਾਈਕ ਇਮੀਗ੍ਰੇਸ਼ਨ ਦੇ ਖੁੱਲੇ ਅਪਡੇਟ ਹੋਏ ਨੇ, ਤੇ ਮੇਰੀ ਬੇਟੀ ਨੂੰ ਈਮੇਲ ਆਈ ਸੀ ਅੰਬੈਸੀ ਵੱਲੋਂ ਕਿ ਉਹਨਾਂ ਦਾ ਕੇਸ ਅਪਡੇਟ ਹੋ ਗਿਆ। ਅਸੀਂ ਨਹੀਂ ਉਹਨੂੰ ਬੁਲਾਉਣਾ ਚਾਹੁੰਦੇ, ਤੇ ਹਜੇ ਡਾਈਵੋਰਸ ਵੀ ਫਾਈਲ ਨਹੀਂ ਹੋਇਆ, ਤੇ ਜਿੱਦਾਂ ਕਿਤੇ ਆ ਸਕਦਾ ਜਾਂ ਨਹੀਂ, ਮੀਨਸ ਅਸੀਂ ਨਹੀਂ ਬੁਲਾਉਣਾ ਚਾਹੁੰਦੇ ਉਹਨੂੰ। ਜਿਹੜਾ I-130 ਹੈ ਉਹਨੂੰ ਵਿਡਰਾਅ ਕਰਨਾ ਚਾਹੀਦਾ ਹੈ। ਉਹਨੂੰ ਮੈਨੂੰ ਪਤਾ ਨਹੀਂ ਤੁਸੀਂ ਅਜੇ ਤੱਕ ਕਿਉਂ ਰੱਖਿਆ ਹੋਇਆ ਹੈ। ਕੱਲ੍ਹ ਹੀ ਆਪਣਾ ਚਿੱਠੀ ਪਾਓ ਤੁਸੀਂ ਉਹਨਾਂ ਨੂੰ ਇਮੀਗ੍ਰੇਸ਼ਨ ਤੋਂ, I-130 ਨੂੰ ਵਿਡਰਾਅ ਕਰੋ, ਤੇ ਬੇਸਿਕਲੀ ਉਹਨਾਂ ਦਾ ਕੁਝ ਦੱਸਣ ਦੀ ਲੋੜ ਨਹੀਂ, ਉਹਨਾਂ ਨੂੰ ਕਹੋ ਕਿ ਮੈਂ I-130 ਵਿਡਰਾਅ ਕਰਨਾ ਚਾਹੁੰਦੀ ਹਾਂ। ਦੈਟਸ ਇਟ। ਉਹਨਾਂ ਦਾ ਫਿਰ ਕੇਸ ਆਪਣੇ ਆਪ ਰੁਕ ਜਾਊਗਾ। ਜੀ ਜੀ। ਨਾਲੇ ਮੈਂ ਪਹਿਲਾਂ ਦੱਸ ਦੇਵਾਂ, ਲੋਕੀ ਕਮੈਂਟ ਪਾਉਣ ਇਸ ਤੋਂ ਪਹਿਲਾਂ, ਮੈਂ ਕੋਈ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਕਿਸੇ ਦਾ ਕੰਮ ਖਰਾਬ ਕਰੋ ਜਾਂ ਉਹ ਕਰੋ। ਯੂਜ਼ਰ ਇੱਕ ਕੁਐਸਚਨ ਪੁੱਛ ਰਿਹਾ ਕਿ ਇੱਦਾਂ ਹੈਗਾ, ਉਹਦਾ ਕਰਨ ਦਾ ਤਰੀਕਾ ਕੀ ਹੈਗਾ। ਆਪਾਂ ਉਸ ਚੀਜ਼ ਦੇ ਵਿੱਚ ਨਹੀਂ ਜਾ ਰਹੇ ਕਿ ਕੌਣ ਸਹੀ ਹੁੰਦਾ ਕੌਣ ਗਲਤ ਹੁੰਦਾ, ਇਮੀਗ੍ਰੈਂਟ ਸਹੀ ਹੈ ਸਿਟੀਜ਼ਨ ਸਹੀ ਹੈਗਾ। ਜਿਹੜਾ ਸਿਟੀਜ਼ਨ ਨੂੰ ਇੱਕ ਹੱਕ ਹੈਗਾ ਹੈ ਕਿ ਉਹ ਪਟੀਸ਼ਨ ਕਰ ਸਕਦਾ ਹੈ, ਉਹ ਪਟੀਸ਼ਨ ਨੂੰ ਵਿਡਰਾਅ ਕਰ ਸਕਦਾ ਹੈ ਬਿਨਾਂ ਕੋਈ ਐਕਸਪਲੇਨੇਸ਼ਨ ਦਿੱਤੇ ਹੋਏ, ਤੇ ਮੈਂ ਉਹ ਐਕਸਪਲੇਨ ਕਰ ਰਿਹਾ ਜੀ। ਬਿਲਕੁਲ, ਇਹ ਜੋ ਪ੍ਰੋਸੀਜਰ ਆ ਪ੍ਰੋਸੈਸ ਆ ਉਹ ਦੱਸਿਆ ਜਾ ਰਿਹਾ ਹੈਗਾ। ਮਸਲਾ ਕੀ ਆ ਇਹ ਇਹੀ ਜਾਣਦੇ ਨੇ। ਰਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਬੇਟਾ, ਦੋਵਾਂ ਬੇਟਿਆਂ ਨੂੰ ਸਤਿ ਸ੍ਰੀ ਅਕਾਲ ਜੀ। ਬੇਟਾ, ਮੇਰੀ ਬੇਟੀ ਨੇ ਨਾ ਇੰਡੀਆ ਵਾਲੀ ਬੇਟੀ ਦਾ ਅਪਲਾਈ ਕੀਤਾ ਸੀ 2008 ਵਿੱਚ, ਤੇ ਸਾਨੂੰ ਨਾ ਅਪਰੂਵਲ ਦੀ ਚਿੱਠੀ ਕੋਈ ਆਈ ਆ, 11ਵੇਂ ਮਹੀਨੇ 'ਚ ਕੀਤਾ ਸੀ, ਤੇ ਨਾ 2014 ਵਿੱਚ ਇੱਕ ਉਹਦੇ ਬੇਟਾ ਹੋਇਆ ਸੀ, ਤੇ ਉਹ ਐਡ ਕਰਾਇਆ ਸੀ, ਤੇ ਉਹੀ ਆਈ ਜਾਂਦਾ ਵਾ, ਜਿੱਦਾਂ ਸ਼ੋ ਹੋਈ ਜਾਂਦਾ ਜੀ। ਤੁਸੀਂ 2005 ਦੇ ਪੇਪਰ 2005 ਵਾਲੇ ਕੇਸ ਚੱਲ ਰਹੇ ਨੇ, ਤੁਸੀਂ 8 'ਚ ਕੀਤਾ, ਤੁਹਾਨੂੰ ਪਹਿਲਾਂ ਤਾਂ ਵੇਟ ਕਰਨੀ ਪਊਗੀ। ਜੇ ਤੁਹਾਨੂੰ ਡਾਊਟ ਆ ਕਿ ਤੁਹਾਡਾ ਕੇਸ ਸਹੀ ਚੱਲ ਰਿਹਾ ਜਾਂ ਕੋਈ ਲੈਪਸ ਤਾਂ ਨਹੀਂ ਹੋ ਗਿਆ, ਉਹਦੇ ਲਈ ਤੁਸੀਂ ਇਮੀਗ੍ਰੇਸ਼ਨ ਜਿਹੜਾ ਹੈਗਾ ਉਹ ਕਾਲ ਕਰਕੇ ਸਰਵਿਸ ਰਿਕੁਐਸਟ ਪਲੇਸ ਕਰ ਦਿਓ, ਤੇ ਸਰਵਿਸ ਰਿਕੁਐਸਟ ਟਰੈਕਿੰਗ ਨੰਬਰ ਲੈ ਲਓ,
ਤੇ ਜਿਹੜਾ ਆਪਣੇ ਤੁਸੀਂ ਰੈਕਡ 'ਚ ਰੱਖੋ ਤਾਂ ਕਿ ਜੇ ਬਾਅਦ 'ਚ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਕਿ 2021 'ਚ ਮੈਂ ਕਾਲ ਕਰਕੇ ਫੋਲੋ ਅਪ ਕੀਤਾ ਸੀਗਾ। ਜੀ ਜੀ। ਅਗਲੇ ਕਾਲਰ ਗੁਰਜੀਤ ਕੌਰ। ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਵੀਰ ਜੀ ਮੇਰਾ ਕੁਐਸਚਨ ਹੈਗਾ ਕਿ ਅਸੀਂ ਮੈਡੀਕਲ ਟ੍ਰੀਟਮੈਂਟ ਵਾਸਤੇ ਅਮਰੀਕਾ ਆਪਣੇ ਫੈਮਿਲੀ ਮੈਂਬਰਸ ਨੂੰ ਕਿਵੇਂ ਲੈ ਕੇ ਆ ਸਕਦੇ ਹਾਂ ਤੇ ਇਹ ਪ੍ਰੋਸੀਜਰ ਕਿੰਨੀ ਕੁ ਫਾਸਟ ਪ੍ਰੋਸੈਸ ਹੁੰਦਾ ਹੈ ਤੇ ਕਿੰਨਾ ਕੁ ਚਿਰ ਲੱਗਦਾ, ਕਿੰਨਾ ਕੁ ਔਖਾ ਹੈ? ਜੀ ਇਹ ਤੁਸੀਂ ਫੋਰ ਐਗਜ਼ਾਮਪਲ ਜੇ ਤੁਹਾਡੀ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਤੁਸੀਂ ਮੈਡੀਕਲ ਟ੍ਰੀਟਮੈਂਟ ਵਾਸਤੇ ਕਿਸੇ ਨੂੰ ਲੈ ਕੇ ਆਉਂਦੇ ਹੋ, ਜਿਹੜਾ ਮੈਡੀਕਲ ਵਾਲਾ ਜਿਹੜਾ ਵੀਜ਼ਾ ਹੁੰਦਾ ਹੈ ਉਹਦੇ ਵਿੱਚ ਤੁਹਾਨੂੰ ਇਹ ਸ਼ੋਅ ਕਰਨਾ ਪੈਂਦਾ ਹੈ ਕਿ ਤੁਹਾਡੇ ਕੋਲ ਫੰਡਸ ਹੈਗੇ ਨੇ ਉਹਨਾਂ ਦੀ ਪੂਰੀ ਟ੍ਰੀਟਮੈਂਟ ਲਈ। ਤੁਹਾਨੂੰ ਹਸਪੀਟਲ ਤੋਂ ਜਾ ਕੇ ਪੂਰਾ ਆਪਣਾ ਪਲਾਨ ਲੈ ਕੇ ਕਿੰਨਾ ਖਰਚਾ ਹੈ ਉਹ ਸਾਰਾ ਸ਼ੋਅ ਕਰਕੇ ਫਿਰ ਤੁਸੀਂ ਐਮਬੈਸੀ ਦੇ ਵਿੱਚ ਵੀਜ਼ਾ ਕਰ ਸਕਦੇ ਹੋ ਤੇ ਐਮਰਜੈਂਸੀ ਪ੍ਰੋਵੀਜ਼ਨ ਦੇ ਥੱਲੇ ਵੀ ਉਹ ਕੀਤਾ ਜਾ ਸਕਦਾ। ਜਿੱਦਾਂ ਆਪਾਂ ਦੇਖਦੇ ਨੇ ਬਾਲੀਵੁੱਡ ਵਾਲੇ ਆਉਂਦੇ ਨੇ ਕੈਂਸਰ ਵਗੈਰਾ ਟ੍ਰੀਟਮੈਂਟ ਲਈ ਰੂਟੀਨ ਦੇ ਵਿੱਚ ਆਉਂਦੇ ਨੇ ਨਾ, ਤੇ ਇਹਦੇ ਵਿੱਚ ਤੁਹਾਨੂੰ ਇਹ ਹੈ ਕਿ ਜਿਹੜਾ ਤੁਹਾਡਾ ਇਹ ਨਹੀਂ ਕਿ ਛੋਟੀ ਮੋਟੀ ਕਿ ਮੇਰੀ ਬਾਂਹ ਟੁੱਟ ਗਈ ਤੇ ਮੈਨੂੰ ਵੀਜ਼ਾ ਦਿਓ, ਉਹਦਾ ਨਹੀਂ। ਮਤਲਬ ਤੁਹਾਨੂੰ ਇੱਕ ਰੀਜ਼ਨਿੰਗ ਦੇਣੀ ਪੈਣੀ ਹੈ ਕਿ ਇਹ ਟ੍ਰੀਟਮੈਂਟ US ਦੇ ਵਿੱਚ ਹੀ ਹੈ ਜਾਂ ਇੱਥੇ ਬੈਟਰ ਹੈ ਤੇ ਕੀ ਸੀਰੀਅਸਨੈਸ ਹੈਗੀ ਹੈ। B1 ਵੀਜ਼ਾ ਤੁਸੀਂ ਮੈਡੀਕਲ B1 ਵੀਜ਼ਾ ਅਪਲਾਈ ਕਰਕੇ ਆ ਸਕਦੇ ਹੋ ਤੇ ਕੋਈ ਐਡਾ ਖਾਸ ਲੰਬਾ ਪ੍ਰੋਸੈਸ ਨਹੀਂ ਹੈਗਾ। ਡਿਪੈਂਡਿੰਗ ਤੁਹਾਡੀ ਐਮਰਜੈਂਸੀ ਕਿੰਨੀ ਹੈ, ਡਾਕਟਰ ਦੀ ਅਪਾਇੰਟਮੈਂਟ ਅਵੇਲੇਬਿਲਿਟੀ ਕਿੰਨੀ ਹੈ, ਉਹਦੇ ਹਿਸਾਬ ਨਾਲ ਉਹ ਤੁਹਾਨੂੰ ਦੇ ਸਕਦੇ ਨੇ। ਜੀ। ਜੇ ਕੋਈ ਇਹ ਪੁੱਛ ਰਿਹਾ ਵੀ ਮੈਂ ਵਿਜ਼ਟਰ ਵੀਜ਼ੇ ਤੇ ਬੁਲਾ ਕੇ ਤੇ ਬਾਅਦ ਦੇ ਵਿੱਚ ਇਹ ਸੋਚ ਕੇ ਜਿਹੜਾ ਉਹ ਕਰੇ, ਉਹ ਟੋਟਲੀ ਉਹ ਚੀਜ਼ ਇੱਥੇ ਅਲਾਉਡ ਇੱਦਾਂ ਤਾਂ ਨਹੀਂ ਹੈਗੀ। ਲੋਕ ਕਰ ਲੈਂਦੇ ਹੋਣਗੇ, ਉਹ ਵੱਖਰੀ ਗੱਲ ਆ, ਪਰ ਜੇ ਮੈਡੀਕਲ ਕੇਸ ਦੇ ਹਿਸਾਬ ਦੇ ਨਾਲ ਆਉਣਾ ਹੈ ਤਾਂ ਫਿਰ ਉਹ ਮੈਡੀਕਲ ਵੀਜ਼ਾ ਹੀ ਜਿਹੜਾ ਉਹ ਲੈਣਾ ਪੈਣਾ ਆ। ਅਤੇ ਜਿੱਦਾਂ ਅਟਰਨੀ ਨੇ ਦੱਸਿਆ ਆ, ਆਪਾਂ ਨੂੰ ਦੱਸ ਰਹੇ ਆ, ਬਾਂਹ ਟੁੱਟੀ ਦੇ ਉੱਤੇ ਨਹੀਂ, ਸੋ ਉਹਨਾਂ ਨੂੰ ਦਿਖਾਉਣਾ ਪੈਣਾ ਵੀ ਵਾਕਈ ਇਲਾਜ ਜਿਹੜਾ ਉੱਥੇ ਇੰਡੀਆ 'ਚ ਹੋਣਾ ਇਸ ਦਾ ਸੰਭਵ ਆ, ਇਸ ਲਈ ਆਪਾਂ ਇੱਥੇ ਜਿਹੜਾ ਉਹ ਕਰਵਾ ਰਹੇ ਹੈਗੇ, ਬੈਟਰ ਹੈ ਇੱਥੇ ਉਹਦੇ ਨਾਲੋਂ। ਕਿਉਂਕਿ ਨਾ ਦੇਖੋ ਮੈਡੀਕਲ ਵਾਲਿਆਂ ਨੂੰ ਮੈਂ ਇਹ ਕਹੂੰਗਾ ਕਿ ਜਿਹੜੇ ਕਈ ਵੀਜ਼ੇ ਹੈ ਨਾ ਉਹਨੂੰ ਤੁਸੀਂ ਸਹੀ ਤਰੀਕੇ ਨਾਲ ਜੇ ਨਹੀਂ ਵਰਤਦੀ ਬੜੀ ਜ਼ਿਆਦਾ ਪੋਪੂਲੇਸ਼ਨ ਕਿ ਹੁਣ ਜੇ ਸਾਰੇ ਹੀ ਤੁਰੇ ਰਹਿਣ ਮੇਰੀ ਗੱਲ ਸੁਣ ਕੇ ਕਿ ਹਰੇਕ ਪੈਰਾਲੀਗਲੀ ਫਾਈਲ ਕਰਨ ਲੱਗਿਆ ਹੋਇਆ ਮੈਡੀਕਲ ਵੀਜ਼ਾ, ਫਿਰ ਇਹ ਹੈ ਕਿ ਕੱਲ ਨੂੰ ਜਿਹੜੇ ਬੰਦੇ ਨੂੰ ਐਕਚੁਅਲੀ ਦੇ ਵਿੱਚ ਚਾਹੀਦਾ ਹੋਇਆ ਉਹਨੂੰ ਵੀ ਦੇਣਾ ਨਹੀਂ ਉਹਨਾਂ ਨੇ ਕਹਿਣਾ ਸਾਰੇ ਫਰਾਡ ਬਹੁਤ ਜ਼ਿਆਦਾ, ਆਪਾਂ ਦੇਣਾ ਹੀ ਨਹੀਂ ਹੈ ਨਾ। ਜਿਹੜਾ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਮੈਡੀਕਲ ਵੀਜ਼ਾ ਵਗੈਰਾ ਜਾਂ ਉਹ ਆ, ਜਿੱਥੇ ਬਣਦਾ ਕੇਸ ਉੱਥੇ ਹੀ ਤੁਸੀਂ ਕਲਾਇੰਟ ਦਾ ਕੇਸ ਲਾਇਓ, ਜਿੱਥੇ ਨਹੀਂ ਬਣਦਾ ਉੱਥੇ ਧੱਕੇ ਨਾਲ ਨਾ ਕੇਸ ਲਗਾਇਓ। ਜੀ। ਰਮਨਦੀਪ। ਰਮਨਦੀਪ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਸੀ ਕਿ ਐਕਚੁਅਲੀ ਮੈਂ ਆਪਣੇ ਫਾਦਰ ਦਾ ਅਪਲਾਈ ਕੀਤਾ ਸੀਗਾ ਅਤੇ ਉਹਨਾਂ ਨੂੰ ਲਾਸਟ ਈਅਰ ਵੀਜ਼ਾ ਇਸ਼ੂ ਹੋ ਗਿਆ ਸੀ IR5 ਕੈਟਾਗਰੀ ਦੇ ਅੰਡਰ, ਪਰ ਉਹ ਕੋਵਿਡ ਕਰਕੇ ਉਹ ਟਰੈਵਲ ਨਹੀਂ ਕਰ ਸਕੇ। ਸੋ ਅਸੀਂ ਉਹਨਾਂ ਨੂੰ ਈਮੇਲ ਪਾਉਂਦੇ ਰਹਿੰਦੇ ਸੀ US ਟਰੈਵਲ ਡੌਕ ਵਾਲਿਆਂ ਨੂੰ, ਅਤੇ ਈਮੇਲ ਉਹਨਾਂ ਦੀ ਉਹੀ ਸਟੈਂਡਰਡ ਵਰਬੇਜ ਆਉਂਦੀ ਸੀ ਕਿ ਫਿਲਹਾਲ ਕੇਸ ਨਹੀਂ ਚੱਲ ਰਹੇ ਜਾਂ IR1 CR1। ਸੋ ਜਿਹੜੀ ਲਾਸਟ ਅਸੀਂ ਉਹਨਾਂ ਨੂੰ ਈਮੇਲ ਪਾਈ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ IR5 ਜਿਹੜੀ ਹੈਗੀ ਆ ਤੁਸੀਂ ਉਹਨੂੰ ਵੀ ਸਕੈਜੂਲ ਕਰ ਸਕਦੇ ਆ। ਸੋ ਅਸੀਂ ਉਹਨਾਂ ਦੀ ਜਿਹੜੀ ਇੰਟਰਵਿਊ ਹੈਗੀ ਆ ਉਹ ਸਕੈਜੂਲ ਕਰ ਦਿੱਤੀ ਹੈਗੀ ਆ, ਉਹਨਾਂ ਦੀ 18 ਮਾਰਚ ਦੀ ਹੈ। ਤੇ ਕੁਐਸਚਨ ਮੇਰਾ ਇਹ ਸੀ ਕਿ ਉਹਨਾਂ ਨੂੰ ਫਿੰਗਰਪ੍ਰਿੰਟਸ ਕਰਾਉਣੇ ਪੈਣਗੇ ਉਸ ਤੋਂ ਪਹਿਲਾਂ, ਔਰ ਇੱਕ DS-260 ਜਿਹੜਾ ਹੈਗਾ ਉਹ ਸਾਨੂੰ ਅਪਡੇਟ ਕਰਨਾ ਪੈਣਾ, ਜਾਂ ਜਿਹੜਾ ਲਾਸਟ ਟਾਈਮ ਅਸੀਂ DS-260 ਯੂਜ਼ ਕੀਤਾ ਸੀ ਅਸੀਂ ਉਹੀ ਯੂਜ਼ ਕਰ ਸਕਦੇ ਇਸ ਟਾਈਮ? ਥੈਂਕ ਯੂ। ਤੁਸੀਂ ਉਹੀ ਯੂਜ਼ ਕਰ ਸਕਦੇ ਹੋ। ਜੇ ਤੁਸੀਂ ਅਪਡੇਟ ਕਰਾਉਣਾ ਹੈ ਤੇ ਤੁਹਾਨੂੰ ਉਹਨਾਂ ਨੂੰ ਲਿਖਣਾ ਪਏਗਾ ਤੇ ਫਿਰ ਉਹ ਉਹਨੂੰ ਅਨਲੌਕ ਕਰ ਦਿੰਦੇ ਨੇ, ਤੁਸੀਂ ਅਪਡੇਟ ਕਰ ਸਕਦੇ ਹੋ। ਜੇ ਤੁਹਾਡੀ ਇੰਟਰਵਿਊ ਆਈ ਹੋਈ ਹੈ 18 ਮਾਰਚ ਦੀ ਹੈ ਤੇ ਮੇਰੇ ਹਿਸਾਬ ਨਾਲ ਤੁਸੀਂ ਇਸ ਵੇਲੇ ਪੰਗਾ ਨਾ ਲਓ, ਇੰਟਰਵਿਊ ਦਿਓ। ਜੇ ਕੋਈ ਉਹਦੇ ਵਿੱਚ ਅਪਡੇਟ ਹੋਣ ਵਾਲੀ ਚੀਜ਼ ਵਾਕਈ ਹੈਗੀ ਹੈ ਤੇ ਤੁਸੀਂ ਉਹ ਉੱਥੇ ਕੌਂਸੂਲੇਟ ਆਫਿਸਰ ਨੂੰ ਉੱਥੇ ਦੱਸ ਸਕਦੇ ਹੋ। ਜੀ ਜੀ। ਹਾਲ ਦੀ ਘੜੀ ਅਪਡੇਟ ਤਾਂ ਹੁਣ ਇੰਨਾ ਕੋਈ ਖਾਸ ਹੋਣਾ ਵੀ ਨਹੀਂ ਹੈ ਨਾ, ਫੈਮਿਲੀ ਬੇਸ ਕੇਸ ਹੈ ਤੁਹਾਡਾ, ਤੇ ਆ ਫਿੰਗਰਪ੍ਰਿੰਟਸ ਵਗੈਰਾ ਸਾਰੇ, ਪੁਲਿਸ ਕਲੀਅਰੈਂਸ ਰਿਪੋਰਟ ਜਿਹੜੀ ਹੈ ਉਹ ਚਾਹੀਦੀ ਹੈ, ਅਪਡੇਟਡ ਮੈਡੀਕਲਸ ਵਗੈਰਾ ਚਾਹੀਦੇ ਨੇ। ਉਹ ਤਾਂ ਜਿਹੜਾ ਨਾਰਮਲ ਪ੍ਰੋਸੈਸ ਹੈ ਉਹ ਤਾਂ ਤੁਹਾਨੂੰ ਕਰਨਾ ਹੀ ਪੈਣਾ, ਪਰ ਮੇਰੇ ਹਿਸਾਬ ਨਾਲ ਤੁਸੀਂ 18 ਮਾਰਚ ਨੂੰ ਜੇ ਤੁਹਾਡੀ ਹੈਗੀ ਆ ਅਪਡੇਸ਼ਨ ਦਾ ਪੰਗਾ ਨਾ ਲਓ ਇਸ ਵੇਲੇ। ਜੀ ਜੀ ਬਿਲਕੁਲ। ਅਗਲੇ ਕਾਲਰ ਗੁਰਮੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਇਹ ਹੈ ਜੀ, ਮੈਂ ਆਪਣੇ ਭੈਣ ਭਰਾਵਾਂ ਦਾ ਅਪਲਾਈ ਕੀਤਾ ਸੀਗਾ ਜੀ, ਉਹਨਾਂ ਦਾ 19 ਦੇ ਵਿੱਚ ਨਿਕਲਿਆ ਆਇਆ ਸੀਗਾ ਜੀ ਕੇਸ, ਪਰ ਮੇਰੇ ਭਰਾ ਦੀ ਵਾਈਫ ਦੀ ਡੈਥ ਹੋ ਗਈ ਸੀਗੀ ਜੀ ਪਹਿਲੋਂ, ਉਹ ਅਸੀਂ ਫਿਰ ਡੈਥ ਸਰਟੀਫਿਕੇਟ ਲਾਇਆ ਸੀਗਾ ਉਹਦੇ ਨਾਲ ਜੀ। ਹੁਣ ਉਹਨਾਂ ਦੇ ਪੇਪਰ ਚਲੇ ਗਏ ਆ ਜੀ ਬੰਬੇ, ਹੁਣ ਉਹਨਾਂ ਨੇ ਪਿਛਲੇ ਸਾਲ ਨਵਾਂ ਵਿਆਹ ਕਰਾਇਆ ਹੋਰ, ਉਹਦੀ ਘਰ ਵਾਲੀ ਨੂੰ ਵੀਜ਼ਾ ਨਾਲ ਮਿਲ ਸਕਦਾ ਜੀ ਕਿ ਨਹੀਂ? ਬਿਲਕੁਲ ਮਿਲ ਸਕਦਾ। ਜਦੋਂ ਤੁਸੀਂ ਜਿਹੜੇ ਪੇਪਰ ਬੰਬੇ ਚਲੇ ਗਏ ਨੇ ਉੱਥੇ ਜਿਹੜਾ ਪੋਰਟਲ ਦੇ ਵਿੱਚ ਜਾ ਕੇ ਲੌਗਇਨ ਕਰੋ ਤੇ ਉੱਥੇ ਇੱਕ ਆਪਸ਼ਨ ਆਉਂਦੀ ਹੈ ਐਡ ਰਿਲੇਟਿਵ, ਤੇ ਤੁਸੀਂ ਉੱਥੇ ਜਿਹੜੀ ਨਵੀਂ ਵਾਈਫ ਉਹਨਾਂ ਦੀ ਉਹਨੂੰ ਐਡ ਕਰੋ ਤੇ ਮਿਲ ਜਾਏਗਾ, ਕੋਈ ਪ੍ਰੋਬਲਮ ਨਹੀਂ। ਓਕੇ ਜੀ, ਥੈਂਕ ਯੂ ਜੀ। ਓਕੇ ਜੀ। ਓਕੇ। ਅਗਲੇ ਕਾਲਰ ਲਖਵਿੰਦਰ।
ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਕਾਲ ਜੀ। ਭਾਜੀ ਮੇਰੇ ਡੈਡੀ ਟੂਰਿਸਟ ਵੀਜ਼ੇ ਤੇ ਆਏ ਹੋਏ ਆ ਨਵੰਬਰ 2 ਦੇ। 2 ਅਪ੍ਰੈਲ ਉਹਨਾਂ ਦੇ 6 ਮਹੀਨੇ ਪੂਰੇ ਹੋ ਜਾਣੇ। 6 ਮਹੀਨੇ ਦੀ ਐਂਟਰੀ ਦਿੱਤੀ ਸੀ ਉਹਨਾਂ ਨੇ, ਤੇ ਕੀ ਐਂਟਰੀ ਵਧਾ ਸਕਦੇ ਆ? ਤੇ ਦੂਜਾ ਨਾਲ ਹੀ ਇਹਦੇ ਇਹ ਆ ਕਿ ਹਾਂਜੀ ਕਿ ਉਹਨਾਂ ਕੋਲ ਕੈਨੇਡਾ ਦਾ ਵੀਜ਼ਾ ਵੀ ਹੈਗਾ, ਤੇ ਜੇ ਉਹ ਮਹੀਨੇ ਕੁ ਤੱਕ ਕੈਨੇਡਾ ਖੁੱਲ੍ਹ ਜਾਂਦਾ ਤੇ ਜੇ ਕੈਨੇਡਾ ਨੂੰ ਚੱਲ ਜਾਂਦੇ ਆ ਵੀਕ ਖੰਡ ਰਹਿ ਕੇ ਵਾਪਸ ਅਮਰੀਕਾ ਆ ਜਾਂਦੇ ਆ ਤਾਂ ਦੁਬਾਰਾ ਐਂਟਰੀ ਮਿਲੂਗੀ ਉਹਨਾਂ ਨੂੰ? ਜਿਹੜਾ US ਦਾ ਰੂਲ ਹੈਗਾ, ਉਹ ਇਹਨਾਂ ਦਾ ਰੂਲ ਇਹ ਹੈ ਕਿ ਜਿਹੜੀ ਕੰਟੀਜੀਅਸ ਟੈਰੀਟਰੀਜ਼ ਹੈਗੀਆਂ ਕੈਨੇਡਾ ਜਾਂ ਮੈਕਸੀਕੋ, ਉੱਥੇ ਜਾ ਕੇ ਤੁਸੀਂ ਆਪਣੀ ਐਂਟਰੀ ਜਿਹੜੀ ਆ ਉਹ ਰੀਸੈਟ ਨਹੀਂ ਕਰ ਸਕਦੇ। ਤੁਹਾਨੂੰ ਜਿਹੜੀਆਂ ਦੂਰ ਦੀਆਂ ਥੋੜ੍ਹੀਆਂ ਕੰਟਰੀਜ਼ ਆ ਜਿੱਦਾਂ ਕੋਸਟਾ ਰੀਕਾ, ਪੇਰੂ ਵਗੈਰਾ, ਉੱਥੇ ਜਾ ਕੇ ਤੁਸੀਂ ਆਪਣੀ ਜਿਹੜੀ ਉਹ ਸੈੱਟ ਕਰ ਸਕਦੇ ਹੋ। ਬਿਲਕੁਲ ਜਿਹੜੀਆਂ ਨਾਲ ਲੱਗਦੀਆਂ ਬਾਰਡਰ ਵਾਲੀਆਂ ਉੱਥੇ ਜਾ ਕੇ US ਦਾ ਨਹੀਂ ਤੁਸੀਂ ਸੈੱਟ ਕਰ ਸਕਦੇ। ਤੁਸੀਂ ਉਹਨਾਂ ਦੇ ਲਈ ਇੱਕ ਐਕਸਟੈਂਸ਼ਨ ਫਾਈਲ ਕਰੋ ਇੱਥੇ US ਦੇ ਵਿੱਚ, 6 ਮਹੀਨੇ ਦੀ ਤੁਸੀਂ ਮੋਹਲਤ ਮੰਗ ਸਕਦੇ ਹੋ ਉਹਨਾਂ ਤੋਂ, ਅਪ ਟੂ 6 ਮੰਥਸ, ਅਤੇ ਤੁਸੀਂ ਉਹਨੂੰ ਹੁਣੇ ਹੀ ਕਰੋ ਤੇ ਬਿਲਕੁਲ ਲਾਸਟ ਮੂਮੈਂਟ 'ਤੇ ਵੇਟ ਨਾ ਕਰਿਓ, ਕਿਉਂਕਿ ਜਿਹੜੀ ਐਕਸਟੈਂਸ਼ਨ ਉਹਨੂੰ ਅਪਰੂਵ ਹੁੰਦੇ ਟਾਈਮ ਲੱਗ ਜਾਂਦਾ। ਜੀ ਜੀ ਬਿਲਕੁਲ। ਅਤੇ ਬਿਲਕੁਲ ਸਰੋਤਿਓ, ਜੇ ਤੁਹਾਡਾ ਵੀ ਕੋਈ ਇਮੀਗ੍ਰੇਸ਼ਨ ਦਾ ਮਸਲਾ ਹੈਗਾ ਆ, ਤੁਸੀਂ ਇਹਨਾਂ ਦੇ ਨਾਲ ਡਾਇਰੈਕਟ ਇਹਨਾਂ ਦੇ ਆਫਿਸ ਦੇ ਵਿੱਚ ਵੀ ਜਿਹੜਾ ਕੰਟੈਕਟ ਕਰ ਸਕਦੇ ਹੋ। ਫ਼ੋਨ ਨੰਬਰ ਇਹਨਾਂ ਦਾ ਹੈਗਾ ਆ 4159090503, 4159090503। ਅਤੇ ਆਪਾਂ ਅਟਰਨੀ ਟਿਟਕੀਆਣਾ ਜੀ ਇੱਕ ਇੱਥੇ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਮੁੜ ਵਾਪਸ ਹਾਜ਼ਰ ਹੁੰਦੇ ਹਾਂ। ਸਰੋਤਿਓ ਕਾਲ ਕਰ ਸਕਦੇ ਹੋ ਨੰਬਰ 408272 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਤੇ ਵਧੀਆ ਡਰਾਈਵਰਸ ਦੀ ਬੜੀ ਵਧੀਆ ਪੇ ਸਕੇਲ ਦੇ ਨਾਲ ਮੈਡੀਕਲ ਦੀ ਸਹੂਲਤ ਵੀ ਦਿੱਤੀ ਜਾਏਗੀ। ਪੇ ਹਰ ਹਫਤੇ ਡਾਇਰੈਕਟ ਡਿਪੋਜ਼ਿਟ ਕੀਤੀ ਜਾਵੇਗੀ। ਹਰ ਤਰ੍ਹਾਂ ਦੇ ਲੌਂਗ ਹਾਲ ਸ਼ਾਰਟ ਹਾਲ ਦੇ ਗੇੜੇ 2500 ਤੋਂ 3000 ਮੀਲ ਦੀ ਗਾਰੰਟੀ ਦੇ ਨਾਲ ਲੈ ਸਕਦੇ ਹੋ। ਹੋਰ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 888 744 4409 888-744-4409। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555 NMLS ID 698952, DRE number 020671197. All loans are subject to credit and underwriting approval. Zender Mortgage, Zender Mortgage. Punjabi Radio USA. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਜਿਹੜਾ ਜੀ ਇੱਕ ਵਾਰੀ ਫਿਰ ਸਵਾਗਤ ਹੈ। ਅਟਾਰਨੀ ਟਿਰਕਿਆਣਾ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮਾਫੀ ਚਾਹੁੰਦੇ ਹਾਂ ਸਰੋਤਿਓ, ਟੈਕਨੀਕਲ ਪ੍ਰੋਬਲਮ ਥੋੜ੍ਹੀ ਜ਼ਿਆਦਾ ਵੱਡੀ ਹੋਈ ਆ ਜਿਹੜੀ ਰਾਈਟ ਨੂੰ ਆਪਣੇ ਕੋਲ ਪੂਰੀ ਤਰ੍ਹਾਂ ਹੱਲ ਨਹੀਂ ਹੋਈ, ਪਰ ਮੈਨੂੰ ਲੱਗਦਾ ਕੁਛ ਕੁ ਕਾਲਰਸ ਮੇ ਵੀ ਆਪਾਂ ਲੈਣ ਦੇ ਵਿੱਚ ਕਾਮਯਾਬ ਜਿਹੜੇ ਉਹ ਰਵਾਂਗੇ। ਸੋ ਆਪਾਂ ਫਿਗਰ ਆਊਟ ਕਰ ਰਹੇ ਹਾਂ ਵੀ ਇਸ ਨੂੰ ਜਿਹੜਾ ਉਹ ਹੱਲ ਕੀਤਾ ਜਾ ਸਕੇ। ਹਾਲ ਦੀ ਘੜੀ ਆਪਣੇ ਕੋਲ ਜਿਹੜੇ ਕਾਲਰ ਨੇ ਲਖਵਿੰਦਰ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਵੀ ਜੀ ਮੈਂ ਪੁੱਛਣਾ ਸੀਗਾ ਵੀ ਇੰਡੀਆ ਤੋਂ ਟੂਰਿਸਟ ਵੀਜ਼ੇ ਵਾਲੇ ਆ ਸਕਦੇ ਆ ਸਕਦੇ। ਹੈਲੋ, ਹਾਂਜੀ ਆ ਸਕਦੇ ਆ ਜੀ। ਜੀ ਠੀਕ ਆ ਵੀ ਜੀ, ਕੋਈ ਏਦਾਂ ਪ੍ਰੋਬਲਮ ਤਾਂ ਨਹੀਂ ਹੁੰਦੀ ਉਹਨਾਂ ਰਾਹ 'ਚ ਜਿੱਦਾਂ ਕਹਿੰਦੇ? ਟਰਾਈ ਕਰੋ, ਡਾਇਰੈਕਟ ਫਲਾਈਟ ਹੀ ਲਓ। ਹਾਂਜੀ ਡਾਇਰੈਕਟ ਫਲਾਈਟ ਲਓ, ਨਾਲੇ ਜਿਹੜੀ ਕੋਵਿਡ ਏਅਰਲਾਈਨਸ ਨੂੰ ਪਹਿਲਾਂ ਫੋਨ ਕਰਕੇ ਨਾ ਜੋ ਵੀ ਉਹਨਾਂ ਦੀ ਰਿਕੁਆਇਰਮੈਂਟ ਤੁਹਾਨੂੰ ਦੱਸ ਦੇਣੀ, ਕੋਵਿਡ ਦਾ ਟੈਸਟ ਵਗੈਰਾ ਕਰਾਉਣਾ ਉਹ ਸਾਰਾ ਕਰਾ ਕੇ ਆਇਓ। ਜੀ ਜੀ, ਜੋ ਵੀ ਰਿਕੁਆਇਰਮੈਂਟਸ ਉਹ ਉਹਨਾਂ ਨੂੰ ਜਿਹੜਾ ਉਹ ਪੂਰੀਆਂ ਕੀਤਾ ਕਰਕੇ ਹੀ ਫਿਰ ਹੀ ਜਿਹੜਾ ਉਹ ਆਇਆ ਜਾਵੇ ਜੀ। ਸੋ ਬਿਲਕੁਲ ਥੈਂਕ ਯੂ ਜੀ ਜਿਹੜਾ ਕਾਲ ਦੇ ਲਈ। ਅਤੇ ਅਟਾਰਨੀ ਟਿਰਕਿਆਣਾ ਜੀ ਜਿਹੜਾ ਆਪਣਾ ਜਨਰਲ ਸਵਾਲ ਜਿਹੜੇ ਉਹ ਹੁੰਦੇ ਹੀ ਆ ਵੀ ਭਾਈ ਉੱਥੇ ਇੰਟਰਵਿਊਜ਼ ਦਾ ਹੁਣ ਕੌਂਸੂਲੇਟ ਕਦੋਂ ਖੁੱਲ੍ਹਣੇ ਨੇ, ਅੰਬੈਸੀਆਂ ਕਦੋਂ ਖੁੱਲ੍ਹਣੀਆਂ ਨੇ, ਜੇ ਉਸ ਦੇ ਬਾਰੇ ਤੁਹਾਡੇ ਕੋਲ ਕੋਈ ਜਾਣਕਾਰੀ ਹੋਵੇ। ਜੀ ਕਾਫੀ ਸਾਰੇ ਕਲਾਇੰਟਸ ਨੂੰ ਨਾ, ਸਪੈਸ਼ਲੀ ਜਿਹੜੇ ਫੈਮਿਲੀ ਬੇਸਡ ਵਾਲੇ ਨੇ, ਕਾਫੀ ਸਾਰਿਆਂ ਨੂੰ ਇੱਕ ਈਮੇਲ ਆ ਗਈ ਹੈ ਕਿ
ਉਹਨਾਂ ਦੇ ਪੇਪਰ ਵਗੈਰਾ ਸਾਰੇ ਕੰਪਲੀਟ ਨੇ ਅਤੇ ਫਿਰ ਉਹਨਾਂ ਨੂੰ ਅੱਗੇ ਇੰਟਰਵਿਊ ਬਾਰੇ ਦੱਸਿਆ ਜਾਊਗਾ ਅਤੇ ਜਿਹੜੀ ਪਹਿਲ ਮਿਲਣੀ ਉਹ ਇਹਨਾਂ ਲੋਕਾਂ ਨੂੰ ਮਿਲਣੀ ਹੈ। ਅਤੇ ਕਈ ਫਿਰ ਲੋਕ ਉਹਨਾਂ ਨੂੰ ਅਜੇ ਇੱਦਾਂ ਦੀ ਕੋਈ ਈਮੇਲ ਨਹੀਂ ਆਈ, ਉਹਨਾਂ ਨੇ ਵੇਟ ਕਰਨੀ ਹੈ। ਕਹਿਣ ਦਾ ਮਤਲਬ ਹੈ ਕਿ ਸਾਰਿਆਂ ਨੂੰ ਨਹੀਂ ਉਹਨਾਂ ਨੇ ਈਮੇਲ ਭੇਜੀ, ਸਾਰਿਆਂ ਨੂੰ ਬੁਲਾ ਨਹੀਂ ਸਕਦੇ ਅਤੇ ਵਾਰੀ ਕਰਕੇ ਉਹ ਬੁਲਾਊਗੇ ਸਾਰਿਆਂ ਨੂੰ। ਪਹਿਲ ਇਹਨਾਂ ਦੀ ਹੈ, ਫਿਰ ਜਿਹੜੀ ਉਸ ਤੋਂ ਬਾਅਦ ਜਿਹੜੇ ਬਾਕੀ ਦੇ ਬੱਚੇ ਸੀ ਪ੍ਰੈਫਰੈਂਸ ਉਹਨਾਂ ਦੀ ਪਹਿਲਾਂ US ਸਿਟੀਜ਼ਨ ਦੇ ਸਪਾਊਸ, ਫਿਰ ਗ੍ਰੀਨ ਕਾਰਡ ਅਤੇ ਮਾਈਨਰ ਚਿਲਡਰਨ, ਫਿਰ ਗ੍ਰੀਨ ਕਾਰਡ ਹੋਲਡਰ ਦੇ ਸਪਾਊਸ ਅਤੇ ਮਾਈਨਰ ਚਿਲਡਰਨ, ਅਤੇ ਫਿਰ ਉਸ ਤੋਂ ਬਾਅਦ ਪੇਰੈਂਟਸ ਦੀ ਪ੍ਰੈਫਰੈਂਸ ਹੈ। ਪਰ ਮੇਰੇ ਜੀ। ਹਿਸਾਬ ਨਾਲ ਜੇ ਜਿੱਦਾਂ ਹੁਣ ਚੱਲ ਰਿਹਾ, ਜੋ ਜਿੰਨੀ ਤੇਜ਼ੀ ਨਾਲ ਇਹ ਕੰਮ ਕਰ ਰਹੇ ਨੇ, ਇਸ ਸਾਲ ਦੇ ਅੰਦਰ ਆਉਣ ਵਾਲੇ ਕੁਛ ਇੱਕ ਮਹੀਨੇ 'ਚ ਸਾਨੂੰ ਪੂਰੀ ਕਲੀਅਰ ਪਿਕਚਰ ਮਿਲ ਜੂਗੀ ਅਤੇ ਜਿਹੜੀ ਐਮਬੈਸੀ ਹੈ ਉਹ ਵਾਪਸ ਬੈਕ ਟੂ ਜਿਹੜੇ ਉਹਦੇ ਨੋਰਮਲ ਫੰਕਸ਼ਨ ਆ ਉਹ ਰਿਜ਼ਿਊਮ ਕਰ ਲੂਗੀ। ਜੀ, ਸੋ ਉਮੀਦ ਇਹੀ ਆ ਵੀ ਜਲਦ ਹੀ ਲੱਗਦਾ ਹੈ ਜੀ ਇਹਦੇ 'ਤੇ ਕਾਰਵਾਈਆਂ ਜਿਹੜੀਆਂ ਇਹਨਾਂ ਨੇ ਕਰ ਦੇਣੀਆਂ ਹੈਗੀਆਂ ਆ। ਚਲੋ, ਸੋ ਇਹੀ ਜਿਹੜੀ ਆਪਾਂ ਉਮੀਦ ਲੈ ਕੇ ਜਿਹੜਾ ਉਹ ਚੱਲੀਏ, ਕਿਉਂਕਿ ਲੋਕ ਬੜੇ ਚਿਰ ਤੋਂ ਜਿਹੜਾ ਹੁਣ ਇੰਤਜ਼ਾਰ ਦੇ ਵਿੱਚ ਜਿਹੜੇ ਉਹ ਹੈਗੇ ਨੇ। ਅਤੇ ਸਰੋਤਿਓ, ਪ੍ਰੋਗਰਾਮ ਨੂੰ ਅਟਾਰਨੀ ਟੇਕਿਆਣਾ ਜੀ ਆਪਾਂ ਨੂੰ ਇੱਥੇ ਹੀ ਜਿਹੜਾ ਉਹ ਹੁਣ ਸਮਾਪਤ ਕਰਨਾ ਪੈਣਾ ਆ। ਜਾਂਦੇ ਜ਼ਰੂਰ ਇੱਕ ਵਾਰੀ ਜੇ ਤੁਸੀਂ ਪਬਲਿਕ ਚਾਰਜ ਵਾਲੇ ਦੇ ਉੱਤੇ ਜਾਂਦੇ ਅਪਡੇਟ ਕਰ ਜਿਓ ਵੀ ਕੀ ਲੇਟੈਸਟ ਜਿਹੜੀਆਂ ਚੇਂਜਿਸ ਆ ਉਸ ਦੇ ਵਿੱਚ ਆ ਚੁੱਕੀਆਂ ਨੇ। ਕਾਲਸ ਜਿਹੜੀਆਂ ਆਪਾਂ ਹੋਰ ਹੁਣ ਜਿਹੜਾ ਹਾਲ ਦੀ ਘੜੀ ਨਹੀਂ ਲੈ ਸਕਾਂਗੇ, ਸੋ ਪਲੀਜ਼ ਉਸ ਦੇ ਬਾਰੇ ਇੱਕ ਵਾਰੀ ਜਾਂਦੇ ਅਪਡੇਟ ਕਰ ਦਿਓ ਜੀ। ਹੈਲੋ ਜੀ, ਅਟਾਰਨੀ ਟੇਕਿਆਣਾ ਜੀ ਆਵਾਜ਼ ਆ ਰਹੀ ਹੈ? ਹਾਂਜੀ ਜੀ। ਸੋ ਮੈਂ ਕਹਿ ਰਿਹਾ ਸੀਗਾ ਵੀ ਜਾਂਦੇ ਇੱਕ ਵਾਰੀ ਪਬਲਿਕ ਚਾਰਜ ਦਾ ਫਿਰ ਦੁਬਾਰਾ ਅਪਡੇਟ ਕਰ ਦਿਓ। ਕਾਲਸ ਆਪਾਂ ਹੋਰ ਜਿਹੜੀਆਂ ਨਹੀਂ ਲੈ ਸਕਾਂਗੇ ਜੀ। ਪਬਲਿਕ ਚਾਰਜ ਦਾ ਇਹ ਹੈ ਕਿ ਜਿੱਦਾਂ ਹੁਣ ਸਾਨੂੰ ਕਾਲਰਸ ਨੇ ਪੁੱਛਿਆ ਸੀਗਾ ਕਿ ਉਹ ਆ ਕੇ ਇੱਥੇ ਮੈਡੀਕਲ ਲੈ ਸਕਦੇ ਨੇ, ਹੈ ਨਾ, ਜਿੱਦਾਂ ਇੱਕ ਸਵਾਲ ਆਇਆ ਸੀਗਾ ਵਿੱਚ। ਅਤੇ ਕੀ ਸੀਗਾ ਕਿ ਕਈ ਵਾਰੀ ਲੋਕ ਜਿੱਦਾਂ ਟੂਰਿਸਟ ਵੀਜ਼ੇ 'ਤੇ ਆਏ, ਉਹਨਾਂ ਨੂੰ ਕੋਈ ਪ੍ਰੋਬਲਮ ਪੈ ਗਈ, ਟਰੈਵਲ ਇੰਸ਼ੋਰੈਂਸ ਖਤਮ ਹੋ ਗਈ ਜਾਂ ਕੁਛ ਹੋ ਗਿਆ, ਉਹਨਾਂ ਨੂੰ ਮੈਡੀਕੇਟ ਲੈਣਾ ਪੈ ਗਿਆ ਹਸਪਤਾਲ, ਹੈ ਨਾ, ਉਹਨਾਂ ਕੋਲ ਪੈਸੇ ਨਹੀਂ ਸੀ ਇੰਨੇ, ਜਾਂ ਉਹਨਾਂ ਨੂੰ ਐਮਰਜੈਂਸੀ ਟਰੀਟਮੈਂਟ ਕਰਨੀ ਪੈ ਗਈ। ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਸੀਗੀ ਉਹਦੇ ਥੱਲੇ ਜਿਹੜੀ ਇਹ ਵਾਲੀ ਐਮਰਜੈਂਸੀ ਜਿਹੜੀ ਟਰੀਟਮੈਂਟ ਸੀਗੀ ਉਹ ਪਬਲਿਕ ਚਾਰਜ ਦੇ ਅੰਡਰ ਆ ਜਾਂਦੀ ਹੈ। ਉਹ ਕਹਿੰਦੇ ਤੁਸੀਂ ਮੈਡੀਕੇਟ ਲਿਆ, ਇਹ ਤੁਹਾਨੂੰ ਪ੍ਰੋਬਲਮ ਕ੍ਰੀਏਟ ਕਰ ਸਕਦਾ ਸੀਗਾ। ਜਿਹੜੇ ਪੁਰਾਣੇ ਵਾਲੇ ਰੂਲ ਸੀਗੇ ਉਹਦੇ ਥੱਲੇ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਸੀਗੀਆਂ ਉਹ ਪਬਲਿਕ ਚਾਰਜ ਨਹੀਂ ਕੰਸੀਡਰ ਹੁੰਦੀਆਂ ਸੀਗੀਆਂ। ਉਹਦੇ ਥੱਲੇ ਜਿਹੜੇ ਵੱਡੇ ਲੌਂਗ ਟਰਮ ਜਿਹੜੀ ਕੇਅਰ ਹੈਗੀ, ਟਰੀਟਮੈਂਟ ਹੈਗੀ ਹੈ, ਕਿ ਤੁਸੀਂ ਲਗਾਤਾਰ ਮੈਡੀਕੇਟ ਯੂਜ਼ ਕਰੀ ਜਾ ਰਹੇ ਹੋ, ਉਹਨੂੰ ਉਹ ਪਬਲਿਕ ਚਾਰਜ ਮੰਨਦੇ ਸੀਗੇ। ਅਤੇ ਜਿਹੜਾ ਪਬਲਿਕ ਚਾਰਜ ਦਾ ਰੂਲ ਹੈ, ਹੁਣ ਉਹਨਾਂ ਨੇ ਕਿਹਾ ਕਿ ਜਿਹੜਾ ਟਰੰਪ ਵਾਲਾ ਜਿਹੜਾ ਰਿਸਟ੍ਰਿਕਟਡ ਰੂਲ ਸੀਗਾ ਉਹ ਕੈਂਸਲ ਹੋ ਗਿਆ। ਪੁਰਾਣੀ ਵਾਲੀ ਜਿਹੜੀ ਵਰਜ਼ਨ ਸੀਗੀ 1999 ਦੇ ਰੂਲਸ 'ਤੇ, ਉਹਨੂੰ ਆਪਾਂ ਲਾਗੂ ਕਰਾਂਗੇ। ਇਹਦਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਇੱਦਾਂ ਦੇ ਕੇਸਿਸ ਸੀਗੇ ਐਮਰਜੈਂਸੀ ਵਾਲੇ ਸਾਰੇ, ਜਾਂ ਹੋਰ ਤੁਸੀਂ ਕੋਵਿਡ ਟਰੀਟਮੈਂਟ ਲੈਂਦੇ ਹੋ, ਵੈਕਸੀਨਸ ਕਰਦੇ ਹੋ, ਜਾਂ ਤੁਹਾਡਾ ਜਿਹੜਾ ਸਨੈਪ ਪ੍ਰੋਗਰਾਮ ਹੈ, ਜਾਂ ਹੋਰ ਕਾਫੀ ਸਾਰੇ ਜਿਹੜੇ ਹਾਊਸਿੰਗ ਪ੍ਰੋਗਰਾਮ ਵਗੈਰਾ ਸੀਗੇ, ਉਹ ਪਬਲਿਕ ਚਾਰਜ ਦੇ ਅੰਡਰ ਨਹੀਂ ਆਉਂਦੇ। ਅਤੇ ਇਹ ਇਮੀਗਰੈਂਟਸ ਨੂੰ ਹੁਣ ਇਹ ਗ੍ਰੀਨ ਕਾਰਡ ਇਹਨਾਂ ਨੂੰ ਅਪਲਾਈ ਕਰ ਸਕਦੇ ਨੇ, ਮਿਲ ਸਕਦਾ ਹੈ। ਅਤੇ ਇਹਦੇ ਨਾਲ ਜਿਹੜਾ ਨੂੰ ਆਲਰੇਡੀ ਗ੍ਰੀਨ ਕਾਰਡ ਸੀਗਾ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ। ਜਿੱਦਾਂ ਪਹਿਲਾਂ ਇਹ ਵੀ ਖਤਰਾ ਸੀਗਾ ਕਿ ਇਹ ਹੁਣ ਸਿਟੀਜ਼ਨਸ਼ਿਪ ਅਪਲਾਈ ਕਰ ਪਾਊਗੇ ਕਿ ਨਹੀਂ ਕਰ ਪਾਊਗੇ, ਉਹ ਹੁਣ ਜਿਹੜੇ ਗ੍ਰੀਨ ਕਾਰਡ ਹੋਲਡਰਸ ਵਗੈਰਾ ਨੇ ਉਹਨੂੰ ਕੋਈ ਪ੍ਰੋਬਲਮ ਨਹੀਂ। ਅਤੇ ਜਿਹੜੇ ਇਮੀਗਰੈਂਟਸ ਨੇ ਆਲਰੇਡੀ ਬੈਨੀਫਿਟ ਕੁਛ ਲਿੱਤੇ ਹੋਏ ਨੇ, ਉਹ ਕਾਫੀ ਜ਼ਿਆਦਾ ਲੋਕਾਂ ਨੂੰ ਫਾਇਦਾ ਹੋ ਜਾਏਗਾ ਇਸ ਚੀਜ਼ ਦਾ। ਜੀ, ਅਤੇ ਬਿਲਕੁਲ ਸਰੋਤਿਓ, ਹੁਣ ਇੱਥੇ ਤਾਂ ਆਪਾਂ ਕਾਲਸ ਨਹੀਂ ਲੈ ਸਕਾਂਗੇ, ਪਰ ਜਿਹੜੇ ਵੀ ਤੁਹਾਡੇ ਕੋਈ ਸਵਾਲ ਹੈਗੇ ਇਮੀਗ੍ਰੇਸ਼ਨ ਨਾਲ ਸੰਬੰਧਿਤ, ਤੁਸੀਂ ਇਹਨਾਂ ਦੇ ਆਫਿਸ ਨੂੰ ਸਿੱਧਾ ਜਿਹੜਾ ਜੀ ਕਾਂਟੈਕਟ ਕਰ ਸਕਦੇ ਹੋ। ਅਟਾਰਨੀ ਜੇ ਟੇਕਿਆਣਾ ਹੁਣਾਂ ਦੇ ਨਾਲ ਕਾਲ ਕਰਨ ਦੇ ਲਈ ਨੰਬਰ ਜਿਹੜਾ ਇਹਨਾਂ ਦੇ ਆਫਿਸ ਦਾ ਹੈ 4159090503 415-909-0503 ਦੇ ਉੱਤੇ ਜਿਹੜਾ ਆ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ। ਅਤੇ ਹੁਣ ਇਜਾਜ਼ਤ ਲੈਂਦੇ ਹਾਂ ਜੀ, ਮਿਲਦੇ ਹਾਂ ਜੀ ਫਿਰ ਅਗਲੇ ਹਫਤੇ ਇੱਕ ਵਾਰੀ ਫਿਰ ਅਗਲੇ ਸ਼ਨੀਚਰਵਾਰ ਨੂੰ ਪ੍ਰੋਗਰਾਮ ਜਿਹੜਾ ਜੀ ਅਪਡੇਟ ਅਮਰੀਕਾ US ਇਮੀਗ੍ਰੇਸ਼ਨ ਦੀਆਂ ਜਿਹੜੀਆਂ ਹੋਰ ਜਿਹੜੀਆਂ ਅਪਡੇਟਸ ਆ ਉਹ ਲੈ ਕੇ। ਅਤੇ ਅਟਾਰਨੀ ਜੇ ਟੇਕਿਆਣਾ ਜੀ ਬਹੁਤ ਸ਼ੁਕਰੀਆ, ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੱਸੋ ਅਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।